ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਦਾ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਹਾਰਦਿਕ ਸਵਾਗਤ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਸੀਂ ਇੱਕ ਵਿਲੱਖਣ ਨਜ਼ਾਰਾ ਦੇਖ ਰਹੇ ਹੋਵੋਗੇ। ਅੱਜ ਅਸੀਂ ਉਚੇਚੇ ਤੌਰ ਤੇ ਅਲਬਰਟਾ ਵਿੱਚ ਆਏ ਹਾਂ ਅਤੇ ਅਲਬਰਟਾ ਦੀ ਲੈਜਿਸਲੇਟਿਵ ਅਸੈਂਬਲੀ ਦੀ ਬਿਲਡਿੰਗ ਬਿਲਕੁਲ ਤੁਹਾਨੂੰ ਸਾਰੀ ਦੀ ਸਾਰੀ ਨਜ਼ਰ ਆ ਰਹੀ ਹੋਣੀ ਹੈ। ਕੋਸ਼ਿਸ਼ ਕਰਾਂਗੇ ਕਿ ਬਹੁਤ ਸਾਰੀਆਂ ਉਹਨਾਂ ਗੱਲਾਂ ਬਾਤਾਂ ਨੂੰ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਰੂਬਰੂ ਕਰੀਏ ਜਿਹੜੀਆਂ ਇੱਥੋਂ ਦੀ, ਪੰਜਾਬ ਦੀ, ਭਾਰਤ ਦੀ ਜਾਂ ਦੁਨੀਆ ਦੀ ਰਾਜਨੀਤੀ ਦੇ ਇਰਦ ਗਿਰਦ ਨੇ। ਆਓ ਇਹਨਾਂ ਗੱਲਾਂ ਬਾਤਾਂ ਵੱਲ ਜਾਣ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪਰਮਵੀਰ ਬਾਠ ਸਾਹਿਬ ਦਾ। ਬਾਠ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ। ਇਹ ਬਹੁਤ ਜ਼ਰੂਰੀ ਹੈ ਕਿ ਇੱਦਾਂ ਦੀਆਂ ਥਾਵਾਂ ਦੇ ਉੱਤੇ ਬੈਠ ਕੇ ਪ੍ਰੋਗਰਾਮ ਕੀਤੇ ਜਾਣ, ਕਿਉਂਕਿ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਕਿ ਉਹ ਹਰ ਇੱਕ ਮੁਲਕ ਦੇ ਵਿੱਚ ਘੁੰਮੇ ਜੀ। ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਕਿ ਉਹ ਹਰ ਇੱਕ ਮੁਲਕ ਦੇ ਹਰ ਇੱਕ ਪ੍ਰਾਂਤ ਦੇ ਵਿੱਚ, ਪ੍ਰੋਵਿੰਸ ਦੇ ਵਿੱਚ, ਸੂਬੇ 'ਚ ਘੁੰਮੇ ਜੀ। ਤੇ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਕਿ ਉਹ ਆਪਣੇ ਸੂਬੇ ਦੀ ਵਿਧਾਨ ਸਭਾ ਤੱਕ ਅਪੜੇ, ਅਸੈਂਬਲੀ ਤੱਕ ਅਪੜੇ, ਪਾਰਲੀਮੈਂਟ ਤੱਕ ਅਪੜੇ ਜੀ। ਮੈਂ ਇੱਥੇ ਇੱਕ ਦੋ ਚੀਜ਼ਾਂ ਜਿਹੜੀਆਂ ਕਲੀਅਰ ਜ਼ਰੂਰ ਕਰਦੇ ਹਾਂ ਕਿ ਇਹ ਜੋ ਪਿੱਛੇ ਬਿਲਡਿੰਗ ਨਜ਼ਰ ਆ ਰਹੀ ਹੈ, ਜਿਹੜੀ ਇਮਾਰਤ ਨਜ਼ਰ ਆ ਰਹੀ ਹੈ, ਇਹਨੂੰ ਇਮਾਰਤ ਨਾ ਸਮਝਿਓ ਜੀ, ਇਹਨੂੰ ਬਿਲਡਿੰਗ ਨਾ ਸਮਝਿਓ, ਇਹਨੂੰ ਕਮਰਿਆਂ ਦਾ ਇੱਕ ਇਕੱਠ ਨਾ ਸਮਝਿਓ, ਇਹਨੂੰ ਇੱਟਾਂ ਦੀ ਚਣਾਈ ਨਾ ਸਮਝਿਓ, ਕਿਉਂਕਿ ਇਹ ਕੁਝ ਹੋਰ ਹੈ। ਇਸ ਥਾਂ ਤੇ ਜਿਹੜੇ ਫੈਸਲੇ ਹੁੰਦੇ ਆ, ਜਿਹੜੇ ਲੋਕਾਂ ਨੇ ਆ ਕੇ ਲੋਕਾਂ ਦੀਆਂ ਵੋਟਾਂ ਲੈ ਕੇ ਚੁਣੇ ਜਾਣ ਤੋਂ ਬਾਅਦ ਬੈਠਣਾ ਹੈ, ਜਿਹੜੇ ਨਿਯਮ ਤੇ ਕਾਨੂੰਨ ਬਣਾਉਣੇ ਆ, ਉਹਨਾਂ ਨੇ ਇਸ ਆਲੇ ਦੁਆਲੇ ਦੀ ਧਰਤੀ ਨੂੰ ਇੱਕ ਰੰਗਲੀ ਸੂਰਤ ਦੇਣੀ ਹੈ। ਉਹਦੇ ਤੋਂ ਬਾਅਦ ਹੀ ਫੈਸਲਾ ਹੋਣਾ ਹੈ ਕਿ ਭਾਈ ਬੱਲੇ ਬੱਲੇ ਬੱਲੇ, ਦੁਨੀਆ ਦਾ ਫਲਾਨਾ ਸ਼ਹਿਰ ਜਾਂ ਉਹ ਜਿਹੜਾ ਪ੍ਰੋਵਿੰਸ, ਸੂਬਾ, ਸਟੇਟ ਹੈਗਾ, ਉਹ ਸਭ ਤੋਂ ਵਧੀਆ, ਉਹ ਪ੍ਰਾਂਤ ਚੰਗਾ ਹੈ, ਆਪਾਂ ਉੱਥੇ ਜਾ ਕੇ ਰਹਿਣ ਸਹਿਣ ਦਾ ਉਪਰਾਲਾ ਕੋਈ ਨਾ ਕੋਈ ਕਰੀਏ ਜ਼ਰੂਰ। ਫਿਰ ਇੱਕ ਵਾਰੀ ਕਲੀਅਰ ਕਰ ਦਈਏ ਕਿ ਮੁਲਕ ਕੈਨੇਡਾ, ਉਹਦਾ ਸੂਬਾ ਜਿਹੜਾ ਅਲਬਰਟਾ, ਉਹਦੀ ਇਹ ਵਿਧਾਨ ਸਭਾ ਹੈ ਤੇ ਉਹਦੀ ਵਿਧਾਨ ਸਭਾ ਦੇ ਸਾਹਮਣੇ ਬੈਨੀਪਾਲ ਸਾਹਿਬ ਪ੍ਰੋਗਰਾਮ ਕਰਨ ਦਾ ਹੁਣ ਮਕਸਦ ਕੀ ਹੈ ਜੀ? ਕੀ ਲੋੜ ਪਈ ਹੈ ਕਿ ਭਾਈ ਝੜ ਜਿਹਾ ਹੋਇਆ, ਬੱਦਲਬਾਈ ਹੈਗੀ ਹੈ, ਪਿੱਛੇ ਲੋਕ ਘੁੰਮ ਰਹੇ ਨੇ, ਤੇ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਆਪਾਂ ਇਸ ਕਰਕੇ ਬੈਠੇ ਹਾਂ ਤਾਂ ਜੋ ਦੋ ਚਾਰ ਥਾਵਾਂ ਨੂੰ ਇਕੱਠੀਆਂ ਕਰਕੇ ਗੱਲਾਂ ਬਾਤਾਂ ਕਰ ਸਕੀਏ। ਇਹ ਨਾ ਹੋਵੇ ਕਿ ਅਸੀਂ ਸਟੂਡੀਓ ਦੇ ਅੰਦਰ ਬੈਠੇ ਹਾਂ, ਭਾਰਤ ਦੀ ਤੁਲਨਾ ਪਾਕਿਸਤਾਨ ਦੇ ਨਾਲ, ਪਾਕਿਸਤਾਨ ਦੀ ਤੁਲਨਾ ਬੰਗਲਾਦੇਸ਼ ਦੇ ਨਾਲ, ਕੈਨੇਡਾ ਦੀ ਤੁਲਨਾ USA ਦੇ ਨਾਲ, ਉਹਨਾਂ ਦੀ ਕਦੇ ਭਾਰਤ ਦੇ ਨਾਲ ਕਰਕੇ ਗੱਲ ਸਵਾਦ ਨਹੀਂ ਆਉਂਦਾ। ਕਦੇ ਕਦੇ ਪ੍ਰੈਕਟੀਕਲੀ ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਜੇ ਗੱਲਾਂ ਬਾਤਾਂ ਕੀਤੀਆਂ ਜਾਣ ਤਾਂ ਵਧੀਆ ਹੈ, ਪਰ ਅਹਿਮ ਗੱਲ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਮੁੱਖ ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਇਹ ਕਿ ਪਿੱਛੇ ਜੇ ਕੁਝ ਲੋਕ ਘੁੰਮਦੇ ਫਿਰਦੇ ਨਜ਼ਰ ਆਉਂਦੇ ਆ ਜੀ, ਤਾਂ ਉਹਨਾਂ ਦੇ ਵਿੱਚੋਂ ਕਈ ਜਿਹੜੇ ਬੰਦੇ ਨੇ ਉਹ ਵਿਰੋਧ ਪ੍ਰਗਟ ਕਰਨ ਵਾਲੇ ਆ ਜੀ, ਪ੍ਰੋਟੈਸਟਰ ਨੇ। ਵਿਰੋਧ ਪ੍ਰਗਟ ਕਰਨ ਵਾਲਿਆਂ ਦਾ ਢੰਗ ਤਰੀਕਾ ਵੀ ਵੱਖਰਾ ਹੈ। ਉਹ ਇਦਾਂ ਨਹੀਂ ਕਰਦੇ ਕਿ ਭਾਈ ਘੇਰਾਬੰਦੀ ਕਰ ਲਈ, ਇੱਕ ਪੋਸਟਰ ਜਿਹਾ ਲਿਆ, ਆਪਣੀ ਮੰਗ ਉਹਦੇ ਤੇ ਲਿਖੀ ਹੈ, ਉਹ ਬੋਰਡ ਫੜ ਕੇ ਖੜੇ ਆ ਕਿ ਭਾਈ ਜਿਹਨੇ ਦੇਖਣੀ ਆ ਆਣ ਕੇ ਗੱਲ ਸੁਣ ਲਓ, ਉਹ ਹੌਲੀ ਹੌਲੀ ਦੱਸੀ ਜਾਂਦੇ ਆ, ਪੜ੍ਹ ਲਓ। ਤੇ ਜੇ ਕਿਤੇ ਭਾਰਤ ਵਰਗੇ ਮੁਲਕ ਦੇ ਵਿੱਚ, ਪੰਜਾਬ ਵਰਗੇ ਸੂਬੇ 'ਚ ਵਿਧਾਨ ਸਭਾ ਦੇ ਬਾਹਰ ਇੱਦਾਂ ਦਾ ਵਿਰੋਧ ਪ੍ਰਗਟ ਕਰਨ ਦਾ ਮੌਕਾ ਮਿਲ ਜਾਏ, ਵਿਰੋਧ ਪ੍ਰਗਟ ਕਰਨ ਵਾਲੇ ਵੀ ਦਰੁਸਤ ਹੋਣ ਤੇ ਜਿਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਦੇ ਵਿੱਚ ਵੀ ਮਾੜਾ ਮੋਟਾ ਸਬਰ ਹੋਵੇ, ਤਾਂ ਗੱਲਬਾਤ ਜਿਹੜੀ ਹੈ ਕਿ ਆਈ ਬਾਤਾਂ। ਬਾਠ ਸਾਹਿਬ, ਜਿੰਨੀਆਂ ਤੁਸੀਂ ਆਹ ਗੱਲਾਂ ਕੀਤੀਆਂ ਨੇ ਜੀ, ਇਕੱਲੀ ਦੇ ਉੱਤੇ ਵਿਚਾਰ ਚਰਚਾ ਕਰਨੀ ਬਣਦੀ ਹੈ। ਆ ਜਾਓ। ਪਹਿਲੀ ਗੱਲ ਤੇ ਤੁਸੀਂ ਆਖਿਆ ਕਿ ਅਸੀਂ ਅੱਜ ਜਿਹੜੀ ਅਲਬਰਟਾ ਦੀ ਵਿਧਾਨ ਸਭਾ ਹੈ ਉਹਦੇ ਬਿਲਕੁਲ ਸਾਹਮਣੇ, ਕਿਉਂਕਿ ਵਿਧਾਨ ਸਭਾ ਦੀ ਬਿਲਡਿੰਗ ਹੈ ਜੀ, ਉਹ ਪਿੱਛੇ ਉਹ ਨਜ਼ਾਰਾ ਵੇਖਿਆ ਜਾ ਸਕਦਾ। ਹੁਣ ਮੈਂ ਦਰਸ਼ਕਾਂ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ, ਜਿਸ ਥਾਂ ਤੇ ਇਸ ਵਕਤ ਸਾਡੀਆਂ ਕੁਰਸੀਆਂ ਡਾਹੀਆਂ ਗਈਆਂ ਨੇ, ਅਸਲ ਦੇ ਵਿੱਚ COVID-19 ਦੇ ਦੌਰ ਤੋਂ ਪਹਿਲਾਂ ਜਿਹੜੇ ਵਿਅਕਤੀਆਂ ਨੇ ਇਹਨੂੰ ਵਿਜ਼ਿਟ ਕੀਤਾ ਹੋਣਾ, ਜਾਂ ਹੋ ਸਕਦਾ ਜਦੋਂ ਇਹ ਭਰਮਾਰ ਰੁਕ ਗਈ, ਇਸ ਦਾ ਵਰਤਾਰਾ ਰੁਕ ਗਿਆ, ਉਹਦੇ ਤੋਂ ਬਾਅਦ ਆਉਣਗੇ, ਉਹ ਵੇਖਣਗੇ ਕਿ ਇਸ ਥਾਂ ਤੇ ਬਾਠ ਸਾਹਿਬ ਜਿੱਥੇ ਆਪਣੀਆਂ ਕੁਰਸੀਆਂ ਡਾਹੀਆਂ ਹੋਈਆਂ ਨੇ, ਬੈਠੇ ਆ, ਇੱਥੇ ਆਮ ਤੌਰ ਤੇ ਪਾਣੀ ਛੱਡਿਆ ਹੁੰਦਾ ਜੀ। ਪਾਣੀ ਦੇ ਵਿੱਚ ਬਹੁਤ ਸਾਰੇ ਬੱਚੇ ਤੁਹਾਨੂੰ ਨਜ਼ਰ ਆਉਂਦੇ ਨੇ ਅਠਖੇਲੀਆਂ ਕਰਦੇ, ਕੁਝ ਵਡੇਰੀ ਉਮਰ ਦੇ ਲੋਕ ਵੀ ਹੁੰਦੇ ਨੇ ਜੇ ਪਾਣੀ ਵਿੱਚ ਆਪਣੇ ਬੱਚਿਆਂ ਦੇ ਨਾਲ ਨਾਲ ਰਹਿੰਦੇ ਆ। ਤੇ ਦੂਸਰੀ ਗੱਲ, ਇਹ ਕਾਨੂੰਨ ਇੱਥੇ ਬਣਦੇ ਆ, ਕਾਨੂੰਨ ਬਣਾਉਣ ਵਾਲਿਆਂ ਨੂੰ ਚੁਣ ਕੇ ਆਮ ਲੋਕ ਭੇਜਦੇ ਆ ਜੀ। ਆਮ ਲੋਕਾਂ ਦੇ ਕਾਨੂੰਨ ਬਣਾਉਣ ਵਾਲੇ ਲੋਕ ਇਸ ਬਿਲਡਿੰਗ ਦੇ ਅੰਦਰ ਤਾਂ ਜਾ ਵੜਦੇ ਆ, ਪਰ ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਹੁੰਦਾ, ਉਹਨਾਂ ਨੂੰ ਇਸ ਬਿਲਡਿੰਗ ਦੇ ਆਸ-ਪਾਸ ਘੁੰਮਣ ਦਾ ਕੋਈ ਹੁਕਮ ਨਹੀਂ ਹੁੰਦਾ। ਬਹੁਤ ਸਾਰੀਆਂ ਪਾਬੰਦੀਆਂ ਹੁੰਦੀਆਂ ਨੇ, ਕਈਆਂ ਥਾਵਾਂ ਦੇ ਉੱਤੇ ਤੁਹਾਨੂੰ ਰੋਕਿਆ ਜਾਂਦਾ ਹੈ, ਉਹ ਤੋਂ ਅੱਗੇ ਜਾਣ ਦੀ ਤੁਹਾਨੂੰ ਮਨਾਹੀ ਹੁੰਦੀ ਹੈ। ਫਿਰ ਤੁਹਾਨੂੰ ਕਿਸੇ MLA ਨੂੰ ਕਹਿ ਕੇ ਜਾਂ ਕਿਸੇ ਸੰਤਰੀ ਨੂੰ ਕਹਿ ਕੇ ਪਾਸ ਲੈਣੇ ਪੈਂਦੇ ਆ, ਫਿਰ ਤੁਸੀਂ ਕਿਸੇ ਅੰਦਰ ਜਾ ਸਕਦੇ ਹੋ। ਪਰ ਹੁਣ ਇਹ ਅੰਦਰ ਚੱਲਦੀ ਹੈ ਕੰਸਟਰਕਸ਼ਨ, ਇਸ ਕਰਕੇ ਥੋੜ੍ਹੇ ਬਹੁਤੇ ਕੰਮਕਾਰ ਰਿਪੇਅਰ ਦੇ ਚੱਲਣ ਕਰਕੇ ਅੰਦਰ ਦਾ ਨਜ਼ਾਰਾ ਤਾਂ ਨਹੀਂ ਆਪਾਂ ਵਿਖਾ ਸਕੇ ਜੀ, ਪਰ ਅਦਰਵਾਈਜ਼ ਅੰਦਰ ਜਾਣ 'ਤੇ ਵੀ ਕੋਈ ਮਨਾਹੀ ਨਹੀਂ। ਉਹ ਕਹਿੰਦੇ ਟੈਕਸ ਪੇਅਰਸ ਦੀ ਇੱਥੇ ਪੈਸੇ ਲੱਗੇ, ਡਾਲਰ ਲੱਗੇ, ਉਹ ਇੱਥੇ ਕਿਸੇ ਵੇਲੇ ਵੀ ਵਿਜ਼ਿਟ ਕਰ ਸਕਦੇ ਆ। ਹੁਣ ਜਿੱਥੇ ਆਪਾਂ ਬੈਠੇ ਹਾਂ, ਸਿਰਫ ਤੁਹਾਨੂੰ ਅਸੀਂ ਤੁਲਨਾ, ਅੱਗੇ ਤਾਂ ਗੱਲਾਂ ਕਰਦੇ ਹਾਂ ਅਸੀਂ ਬਹੁਤ ਸਾਰੀਆਂ ਉਹ ਗੱਲਾਂ ਜਿਹੜੀ ਅਖਬਾਰੀ ਰੂਪ ਵਿੱਚ ਸਾਡੇ ਕੋਲ, ਤੁਹਾਡੇ ਕੋਲ ਪਹੁੰਚਦੀਆਂ ਨੇ, ਤੇ ਅਸੀਂ ਤੁਹਾਡੇ ਕੋਲ ਪਹਿਲ ਦੇ ਆਧਾਰ 'ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਤੁਸੀਂ ਤੁਲਨਾ ਖੁਦ ਕਰਨੀ ਹੈ
ਕਿ ਤੁਸੀਂ ਪੰਜਾਬ 'ਚ ਰਹਿੰਦੇ ਹੋ, ਹਰਿਆਣੇ 'ਚ ਰਹਿੰਦੇ ਹੋ, ਹਿਮਾਚਲ 'ਚ ਰਹਿੰਦੇ ਹੋ, ਜਾਂ ਕਿਸੇ ਹੋਰ ਮੁਲਕ ਵਿੱਚ ਰਹਿੰਦੇ ਹੋ, ਜਾਂ ਕਿਸੇ ਹੋਰ ਸੂਬੇ ਵਿੱਚ ਰਹਿੰਦੇ ਹੋ, ਕਿ ਉੱਥੇ ਇਹ ਖੁੱਲ੍ਹਾਂ, ਇਹ ਢਿੱਲਾਂ ਹੈਗੀਆਂ। ਤੁਸੀਂ ਪੰਜਾਬ ਦੇ ਲੋਕ 117 ਵਿਅਕਤੀ ਨੂੰ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਹੁੰਚਾ ਦਿੰਦੇ ਹੋ, ਪਰ ਤੁਹਾਡੇ ਕੋਲ ਜਾਣ ਵਾਸਤੇ ਉੱਥੇ ਤੁਹਾਨੂੰ ਪਾਸ ਦੀ ਜ਼ਰੂਰਤ ਪੈਂਦੀ ਹੈ। ਆਪਾਂ WhatsApp ਗੱਲ ਇਹ ਵੀ ਕਰਾਂਗੇ ਕਿ ਪਾਸਾਂ ਦੀ ਜ਼ਰੂਰਤ ਪੈਣ ਕਿਉਂ ਲੱਗੀ। ਹੁਣ ਇੱਥੇ 87 ਮੈਂਬਰ ਅਲਬਰਟਨਸ ਨੇ ਚੁਣ ਕੇ ਭੇਜੇ ਹੋਏ ਆ। ਇੱਥੇ ਇਸ ਵਕਤ PC ਪਾਰਟੀ ਦੀ, ਜਿਸ ਤੇ ਪ੍ਰੀਮੀਅਰ ਜੇਸਨ ਕੇਨੀ ਨੇ, ਉਹਨਾਂ ਦੀ ਸਰਕਾਰ ਹੈ। ਸਿਰਫ 24 MLA ਇਸ ਵਕਤ ਪਿਛਲੀ ਸਰਕਾਰ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਨੇਚਰਲ ਨੋਟਰੀ ਦੀ ਸਰਕਾਰ ਸੀ, ਉਹ ਇਸ ਵਕਤ ਵਿਰੋਧੀ ਧਿਰ ਦੇ ਵਿੱਚ ਨੇ। ਪਰ 40 ਸਾਲ ਤੋਂ ਬਾਅਦ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਸੀ। ਉਹਦੇ ਤੋਂ ਬਾਅਦ ਜਿਹੜੀ ਇੱਥੇ ਦੀ ਕੰਜ਼ਰਵੇਟਿਵ ਧਿਰ ਸੀ, ਉਹ ਕਾਫੀ ਕਮਜ਼ੋਰ ਹੋ ਗਈ ਸੀ। ਪਰ ਉਸ ਵਕਤ ਜਦੋਂ ਇਹ ਧਿਰਾਂ ਕਮਜ਼ੋਰ ਹੋਈਆਂ, ਉਸ ਵਕਤ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀ ਜੇਸਨ ਕੇਨੀ। ਉਹਨਾਂ ਦੀ ਕਾਰਗੁਜ਼ਾਰੀ ਬਾਰੇ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ, ਸਾਰੇ ਲੋਕ ਲਗਭਗ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਨੇ, ਉਹ ਜਾਣਦੇ ਆ। ਉਹਨਾਂ ਨੇ ਕੀ ਕੀਤਾ, ਕਹਿੰਦੇ ਮੈਂ ਅਗਲੀ ਚੋਣ ਲੜਨੀ ਨਹੀਂ। ਉਸ ਤੋਂ ਬਾਅਦ ਉਹਨਾਂ ਨੇ ਇੱਕ ਆਪਣੀ ਨਵੀਂ ਵੱਖਰੀ ਪਾਰਟੀ ਬਣਾਈ। ਵੱਖਰੀ ਪਾਰਟੀ ਬਣਾਉਣ ਤੋਂ ਬਾਅਦ ਇੱਥੇ ਦੀ ਜਿਹੜੀ ਕੰਜ਼ਰਵੇਟਿਵ ਸੋਚ ਵਾਲੇ ਲੋਕ ਸੀ, ਉਹਨਾਂ ਦਾ ਇੱਕ ਪਾਰਟੀ ਵਿੱਚ ਰਲੇਵਾਂ ਕਰਕੇ 4 ਸਾਲਾਂ ਤੋਂ ਬਾਅਦ ਇੱਕ ਵਾਰੀ ਫੇਰ NDP ਨੂੰ ਹਰਾਉਣ ਦੇ ਵਿੱਚ ਕਾਮਯਾਬ ਹੋਏ, ਤੇ ਇਸ ਬਿਲਡਿੰਗ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਦੇ ਵਿੱਚ ਉਹ ਕਾਮਯਾਬ ਹੋ ਗਏ। ਇਸ ਵਕਤ ਅਲਬਰਟਾ ਦੇ ਵਿੱਚ ਜੇਸਨ ਕੇਨੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸਰਕਾਰ ਚੱਲ ਰਹੀ ਹੈ, ਤੇ ਜਿਹੜੀ ਪਿਛਲੀ ਸਰਕਾਰ ਸੀ, ਜਿਹੜੀ 40 ਸਾਲਾਂ ਬਾਅਦ ਜਿੱਤੀ ਸੀ, ਉਹ ਇਸ ਵਕਤ ਵਿਰੋਧੀ ਧਿਰ ਦੇ ਰੂਪ ਵਿੱਚ NDP ਦੀ ਵਿਰੋਧੀ ਧਿਰ ਹੈ ਇੱਥੇ, ਉਹ ਅੰਦਰ ਇਸ ਵਕਤ ਉਹ ਕੰਮ ਕਰ ਰਹੀ ਹੈ। ਪਰ ਹੁਣ ਆਪਾਂ ਗੱਲ ਕਰੀਏ ਕਿ ਇੱਥੇ ਬਣਦੇ ਨੇ ਕਾਨੂੰਨ ਬਣਾਏ ਜਾਂਦੇ ਨੇ ਤੁਹਾਡੇ ਵਾਸਤੇ, ਆਮ ਲੋਕਾਂ ਦੇ ਵਾਸਤੇ, ਪਰ ਉਹ ਕਾਨੂੰਨ ਬਣਾਉਣ ਵਾਲੇ ਲੋਕ ਤੇ ਆਮ ਲੋਕਾਂ ਦੇ ਵਿਚਕਾਰ ਇੰਨਾ ਵੱਡਾ ਪਾੜਾ ਪੈ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਇਸੇ ਕਰਕੇ ਉੱਥੇ ਆਪਸ ਦੇ ਵਿੱਚ ਬਹੁਤ ਸਾਰੀਆਂ ਉਲਝਣਾਂ ਪੈ ਜਾਂਦੀਆਂ ਨੇ, ਕਿਉਂਕਿ ਉਹਨਾਂ ਦੇ ਵਿਚਕਾਰ ਬ੍ਰਿਜ ਨਹੀਂ, ਪੁਲ ਨਹੀਂ, ਜਦੋਂ ਕਿ ਇੱਥੇ ਸਾਰੀ ਚੀਜ਼ ਬਹੁਤ ਨੇੜੇ ਹੈ। ਦੇਖੋ ਬੈਨੀਪਾਲ ਸਾਹਿਬ, ਪ੍ਰਬੰਧ ਤਕਰੀਬਨ ਹਰ ਇੱਕ ਮੁਲਕ ਦੇ ਵਿੱਚ ਇੱਕੋ ਜਿਹਾ ਹੈ ਜੀ। ਹੁਣ ਜਦੋਂ ਭਾਰਤ ਨੇ ਸੰਵਿਧਾਨ ਬਣਾਇਆ ਸੀ, ਡਾਕਟਰ BR ਅੰਬੇਦਕਰ ਤੇ ਜਿਹੜੀ ਸੰਵਿਧਾਨ ਦੀ ਮਸੌਦਾ ਕਮੇਟੀ ਸੀ ਜੀ, ਉਹਨਾਂ ਨੇ ਵੱਖ-ਵੱਖ ਥਾਵਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਲਈਆਂ ਜੀ। ਇੰਗਲੈਂਡ ਤੋਂ ਲਈਆਂ, ਹੋਰ ਜਿਹੜੇ ਮੁਲਕਾਂ ਦੇ ਵਿੱਚ ਉਦੋਂ ਸੰਵਿਧਾਨ ਲਾਗੂ ਸੀ ਉੱਥੋਂ ਲਈਆਂ ਜੀ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਲੈ ਕੇ ਜਿੱਥੋਂ ਚੰਗੀ ਕੋਈ ਚੀਜ਼ ਲੱਗੀ, ਸਵਿਟਜ਼ਰਲੈਂਡ ਤੋਂ ਵੀ ਕੁਝ ਮਦਾਂ ਲਈਆਂ ਹੋਣਗੀਆਂ। ਉੱਥੇ ਵੀ ਪ੍ਰਬੰਧ ਹੈਗਾ, ਉੱਥੇ ਵੀ ਤੁਸੀਂ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਚੱਲਦੀ ਆ ਉਹ ਵੇਖ ਸਕਦੇ ਹੋ ਜੀ। ਉੱਥੇ ਵਿਦਿਆਰਥੀਆਂ ਤੱਕ ਨੂੰ ਵੀ ਪਾਸ ਜਿਹੜੇ ਉਹ ਦਿੱਤੇ ਜਾਂਦੇ ਆ ਕਿ ਭਾਈ ਵਿਧਾਨ ਸਭਾ ਦੀ ਕਾਰਵਾਈ ਕਿਵੇਂ ਚੱਲਦੀ ਹੈ, ਤੁਸੀਂ ਜਾ ਕੇ ਵੇਖੋ। ਪਰ ਉਹ ਸੰਭਵ ਹੁੰਦਾ ਹੈ ਕਿ ਨਹੀਂ ਹੁੰਦਾ, ਉਹਦੇ ਵਿੱਚ ਕਿੰਨੀਆਂ ਕੁ ਦਿੱਕਤਾਂ ਆਉਂਦੀਆਂ, ਇੱਕ ਆਮ ਬੰਦੇ ਨੂੰ ਉਹ ਸਾਰਾ ਪ੍ਰੋਸੀਜਰ ਪਤਾ ਕਿ ਨਹੀਂ ਪਤਾ, ਇਹ ਬੜੀ ਅੱਡ ਜੀ ਚੀਜ਼ ਹੈ। ਮੈਨੂੰ ਯਾਦ ਹੈ ਕਿ ਦਿੱਲੀ ਤੋਂ ਇੱਕ ਵਿਦਿਆਰਥੀ ਸੱਜਣ, ਇੱਕ ਰਿਸਰਚ ਸਕਾਲਰ, ਇਹਨਾਂ ਸਾਰਿਆਂ ਦੇ ਫੋਨ ਆਉਂਦੇ ਹੁੰਦੇ ਸੀ ਕਿ ਸਾਨੂੰ ਲੋਕ ਸਭਾ ਦੇ ਵਿੱਚ ਕਾਰਵਾਈ ਦੇਖਣ ਦਾ ਮੌਕਾ ਮਿਲਣਾ ਚਾਹੀਦਾ। ਜੇ MP ਕੋਈ ਤੁਹਾਨੂੰ ਜਾਣਦਾ, ਤੁਸੀਂ ਪੱਤਰਕਾਰ ਆ, ਤਾਂ ਸਾਨੂੰ ਪਾਸ ਲੈ ਕੇ ਦਿਓ। ਹੁਣ ਮੇਰਾ ਕਿਸੇ ਵੱਡੇ ਲੀਡਰ ਦੇ ਨਾਲ ਸਿੱਧਾ ਸੰਪਰਕ ਤਾਂ ਹੈ ਨਹੀਂ, ਏਡੀ ਗੱਲ ਤਾਂ ਹੈ ਨਹੀਂ ਕਿ ਕੋਈ ਲੀਡਰ ਮੇਰਾ ਸਿੱਧਾ ਫੋਨ ਚੱਕ ਲੈ, ਮੈਂ ਪਾਸਾਂ ਦਾ ਪ੍ਰਬੰਧ ਨਹੀਂ ਕਰ ਸਕਿਆ। ਪਰ ਇੱਥੇ ਆ ਕੇ ਦੇਖ ਕੇ ਲੱਗਦਾ ਕਿ ਨਹੀਂ ਭਾਈ, ਇਹ ਵਿੱਥਾਂ ਜੇ ਹੈਗੀਆਂ ਵੀ ਆ ਤਾਂ ਘਟਣੀਆਂ ਚਾਹੀਦੀਆਂ। ਸਾਡੇ ਕੋਲੇ ਕਾਗਜ਼ੀ ਪੱਤਰੀ ਪ੍ਰਬੰਧ ਹੈਗਾ। ਜਿਨ੍ਹਾਂ ਲੋਕਾਂ ਨੂੰ ਅਸੀਂ ਚੁਣ ਕੇ ਭੇਜਿਆ, ਉਹ ਲੋਕ ਵਿਧਾਨ ਸਭਾ ਦੇ ਵਿੱਚ ਜਾ ਕੇ, ਲੋਕ ਸਭਾ 'ਚ ਜਾ ਕੇ, ਰਾਜ ਸਭਾ 'ਚ ਜਾ ਕੇ, ਵਿਧਾਨ ਪਰਿਸ਼ਦ ਜਾ ਕੇ ਕੀ ਕਰਦੇ ਆ, ਸਾਨੂੰ ਉਹਦਾ ਮੌਕਾ ਜਿਹੜਾ ਜ਼ਰੂਰ ਮਿਲਣਾ ਚਾਹੀਦਾ। ਹੁਣ 2-3 ਉਦਾਹਰਨਾਂ ਨੇ। ਆਸਟ੍ਰੇਲੀਆ ਦੇ ਇੱਕ ਸੂਬੇ ਦੀ ਵਿਧਾਨ ਸਭਾ ਜਿਹੜੀ ਹੈ, ਜਾਂ ਪਾਰਲੀਮੈਂਟ, ਜੋ ਵੀ ਸ਼ਬਦ ਉੱਥੇ ਪ੍ਰਚਲਿਤ ਹੈ, ਮੈਲਬਨ ਦੇ ਵਿੱਚ ਹੈ। ਪਿਛਲੇ ਸਾਲ ਬੈਨੀਪਾਲ ਸਾਹਿਬ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਪ੍ਰਾਈਮ ਏਸ਼ੀਆ ਦੀ ਟੀਮ ਦੇ ਨਾਲ ਜੀ। ਉਹ ਸਾਰੀ ਵਿਧਾਨ ਸਭਾ ਦੇਖੀ, ਉਹਨਾਂ ਨੇ ਦੋਨੋਂ ਸਦਨ ਦਿਖਾਏ, ਜਿਵੇਂ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਕਈ ਸੂਬਿਆਂ 'ਚ ਹੈਗੀ ਹੈ। ਉਹਦੇ ਤੋਂ ਬਾਅਦ ਉਹਨਾਂ ਨੇ ਲਾਇਬ੍ਰੇਰੀ ਵਿਖਾਈ, ਜਾਣੀ ਜੋ ਕੁਝ ਵੀ ਉਹ ਵਿਖਾ ਸਕਦੇ ਸੀ। ਪਰ ਇੱਕ ਵਿਸ਼ੇਸ਼ ਥਾਂ ਸੀ ਜਿੱਥੇ ਇੱਕ ਟੇਬਲ, ਜਿਹੜਾ ਉਹਨਾਂ ਨੇ ਸ਼ੀਸ਼ੇ ਦੇ ਵਿੱਚ ਟੇਬਲ ਦੇ ਉੱਤੇ ਇੱਕ ਫਰੇਮ ਰੱਖਿਆ, ਉਹਦੇ ਵਿੱਚ ਕੁਝ ਸਿੱਕੇ ਪਏ ਸੀ। ਸਿੱਕਿਆਂ ਦੀ ਗਿਣਤੀ ਹੋਊਗੀ ਕੋਈ 40-50 ਜੀ। ਹੁਣ ਮੈਂ ਉਹਨਾਂ ਨੂੰ ਪੁੱਛਿਆ ਕਿ ਸਿੱਕੇ ਕਿਉਂ ਰੱਖੇ ਆ? ਉਹ ਕਹਿੰਦੇ ਜੀ ਸਾਡੀ ਇਸ ਅਸੈਂਬਲੀ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਇੱਕੋ ਵਾਰੀ ਮਾੜੀ ਘਟਨਾ ਘਟੀ ਹੈ, ਤੇ ਅਸੀਂ ਇਹ ਸਿੱਕੇ ਤਾਂ ਰੱਖੇ ਹੋਏ ਆ ਤਾਂ ਜੋ ਇੱਥੇ ਆਉਣ ਵਾਲਾ ਹਰ ਵਿਅਕਤੀ ਮੰਨੇ ਕਿ ਇਹ ਘਟਨਾ ਜਿਹਦੇ ਕਰਕੇ ਵੀ ਘਟੀ ਸੀ, ਜਿਹਨੇ ਵੀ ਇਹ ਮਾੜਾ ਕੰਮ ਕੀਤਾ ਸੀ, ਦੁਬਾਰਾ ਕਦੇ ਨਹੀਂ ਘਟਣੀ ਚਾਹੀਦੀ। ਘਟਨਾ ਕੀ ਸੀ ਕਿ ਉੱਥੋਂ ਦਾ ਇੱਕ MLA ਜਾਂ MP, ਉਹ ਜਦੋਂ ਕਾਰਵਾਈ ਦੇ ਵਿੱਚ ਸ਼ਾਮਿਲ ਸੀ, ਉਹਦੀ ਕਦੇ ਗੱਲ ਨਾ ਸੁਣੀ ਗਈ ਹੋਊਗੀ। ਜਿਹੜਾ ਮਤਾ ਉਹ ਪਾਸ ਕਰਾਉਣਾ ਚਾਹੁੰਦਾ ਹੋਊਗਾ, ਉਹ ਪਾਸ ਕੀਤਾ ਨਾ। ਉਹਨੇ ਗੁੱਸੇ 'ਚ ਆ ਕੇ ਆਪਣੀ ਜੇਬ ਦੇ ਵਿੱਚੋਂ ਕੋਇਨ ਕੱਢੇ, ਸਿੱਕੇ ਕੱਢੇ ਤੇ ਵਿਧਾਨ ਸਭਾ 'ਚ ਖਿਲਾਰ ਦਿੱਤੇ। ਜਾਣੀ ਕਿ ਇੰਨੀ ਕੁ ਗੱਲ ਕਿ ਉਹਨੇ ਰੋਸ ਪ੍ਰਦਰਸ਼ਨ ਕਰਨ ਲੱਗਿਆ ਸਿੱਕੇ ਕਿਉਂ ਖਿਲਾਰੇ, ਸਿੱਕੇ ਇਕੱਠੇ ਕੀਤੇ ਗਏ, ਉਹਨਾਂ ਨੂੰ ਉੱਥੇ ਸ਼ੀਸ਼ੇ ਦੇ ਵਿੱਚ ਮੜ ਕੇ ਰੱਖਿਆ ਗਿਆ ਕਿ ਭਾਈ ਸਾਰਿਆਂ ਨੂੰ ਪਤਾ ਲੱਗੇ ਕਿ ਇਹ ਜਿਹੜਾ ਵਰਤਾਰਾ ਉਹਨੇ ਕੀਤਾ ਸੀ ਗਲਤ ਸੀ। ਹੁਣ ਇੱਕ ਪਾਸੇ ਉਹ ਆਸਟ੍ਰੇਲੀਆ ਦੀ ਵਿਧਾਨ ਸਭਾ,
ਜਾਂ ਪਾਰਲੀਮੈਂਟ ਕਹਿ ਲਓ ਜਾਂ ਅਸੈਂਬਲੀ ਕਹਿ ਲਓ। ਦੂਸਰੇ ਪਾਸੇ ਸਾਡੇ ਭਾਰਤ ਦੇਸ਼ ਦੇ ਵਿੱਚ ਮਸਲਾ ਕਿਸੇ ਨੂੰ ਮਾੜਾ ਚੰਗਾ ਕਹਿਣ ਦਾ ਨਹੀਂ, ਮਸਲਾ ਇਹ ਹੈ ਕਿ ਅਸੀਂ ਉੱਥੇ MLAs ਨੂੰ, MPs ਨੂੰ, ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਨੂੰ ਚੁਣ ਕੇ ਕਾਹਦੇ ਲਈ ਭੇਜਦੇ ਆ। ਹੁਣ ਕਦੇ ਮਾਈਕ ਪੱਟ ਕੇ ਇੱਕ ਦੂਸਰੇ ਦੇ ਮਾਰਦੇ ਆ, ਕਦੇ ਉੱਥੇ ਸੌਂ ਜਾਂਦੇ ਆ, ਕਦੇ ਉੱਥੇ ਨੀਲੀਆਂ ਕਾਲੀਆਂ ਪੀਲੀਆਂ ਫਿਲਮਾਂ ਦੇਖਣ ਦੇ ਕਰਕੇ ਉਹਨਾਂ ਦੇ ਉੱਤੇ ਕਾਰਵਾਈਆਂ ਹੁੰਦੀਆਂ, ਕਦੇ ਗੈਰ ਹਾਜ਼ਰ ਰਹਿੰਦੇ ਆ। ਜਿਹੜੇ ਹਾਜ਼ਰ ਹੋ ਜਾਂਦੇ ਆ ਉਹਨਾਂ ਦੇ ਉੱਤੇ ਵੀ ਬਹੁਤ ਵੱਡੇ ਇਲਜ਼ਾਮ ਲੱਗ ਜਾਂਦੇ ਆ ਕਿ ਭਾਈ ਇਸ ਬੰਦੇ ਨੇ ਤਾਂ ਮੂੰਹ ਦੇ ਵਿੱਚੋਂ ਕੋਈ ਲਫ਼ਜ਼ ਫੁੱਟਿਆ ਹੀ ਨਹੀਂ, ਇਸ ਬੰਦੇ ਨੇ ਤਾਂ ਕੋਈ ਸਵਾਲ ਹੀ ਨਹੀਂ ਕੀਤਾ। ਕਿੰਨੀ ਵਾਰੀ ਰੌਲਾ ਪੈਂਦਾ। ਆਪਾਂ ਪੰਜਾਬ ਦੀ ਗੱਲ ਲਾ ਲਈਏ, ਵਿਧਾਨ ਸਭਾ ਦੇ ਮੈਂਬਰਾਂ ਦਾ ਜਦੋਂ ਲੇਖਾ ਜੋਖਾ ਹੁੰਦਾ ਕਿ 5 ਸਾਲ ਰਹੇ, ਇਹਨੇ ਜੀ 35 ਸਵਾਲ ਪੁੱਛੇ, ਇਹ ਜੀ ਸੁੱਕਾ ਹੀ ਮੁੜਿਆ ਆ, ਇਹਨੇ ਜੀ ਖਾਤਾ ਹੀ ਨਹੀਂ ਖੋਲ੍ਹਿਆ, ਫਲਾਣੇ ਨੇ ਬਹੁਤ ਸਵਾਲ ਪੁੱਛੇ। ਇਸ ਕਰਕੇ ਕਿਤੇ ਨਾ ਕਿਤੇ ਆਪਣੇ ਜਿਹੜੇ ਮੈਂਬਰ ਪਾਰਲੀਮੈਂਟ ਜਾਂ MLA ਸਾਹਿਬਾਨ ਨੇ ਉਹਨਾਂ ਦੇ ਉੱਤੇ ਚੈੱਕ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੰਜਾਬ ਦੇ ਮੈਨੂੰ ਲੱਗਦਾ ਕਿ 90% ਲੋਕ ਹੋਣੇ ਜਿਨ੍ਹਾਂ ਨੇ ਵਿਧਾਨ ਸਭਾ ਨਹੀਂ ਦੇਖੀ ਹੋਣੀ, ਬਾਹਰੋਂ ਵੀ। ਜੀ ਕਿਉਂਕਿ ਸਾਨੂੰ ਲੱਗਦਾ ਹੀ ਨਹੀਂ ਹੁੰਦਾ ਕਿ ਇਹ ਚੀਜ਼ ਸਾਡੇ ਦੇਖਣ ਵਾਲੀ ਹੈ, ਜਦ ਕਿ ਇੱਥੇ ਲੋਕ ਆ ਰਹੇ ਨੇ, ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆ ਰਹੇ ਆ। ਇੱਦਾਂ ਨਹੀਂ ਹੈ ਕਿ ਆ ਪਹਿਲਾ ਪਹਿਰਾ, ਆ ਦੂਜਾ ਪਹਿਰਾ, 3 ਲੇਅਰ ਦੇ ਵਿੱਚ ਸਿਕਿਉਰਿਟੀ ਆ ਜੀ। ਤੁਹਾਨੂੰ ਪਹਿਲਾਂ ਉਹ ਚੰਗੇ ਤਰੀਕੇ ਜਾਂ ਨਾ ਮੈਟਲ ਡਿਟੈਕਟਰ ਦੇ ਨਾਲ ਸਾਰਾ ਕੁਝ ਦੇਖਿਆ ਜਾਊਗਾ, ਤਲਾਸ਼ੀ ਲਈ ਜਾਊਗੀ, ਐਨ ਆਰਾਮ ਜਿਹਾ ਦੀ ਗੱਲ ਹੈ। ਲੋਕਾਂ ਦਾ ਪੂਰਾ ਚੈੱਕ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਦਾਂ ਦਾ ਪੰਜਾਬ 'ਚ ਵੀ ਹੋਵੇ, ਹਰਿਆਣੇ 'ਚ ਵੀ ਹੋਵੇ ਤੇ ਦਿੱਲੀ 'ਚ ਵੀ ਹੋਵੇ। WhatsApp ਜਿਹੜੇ ਤੁਸੀਂ ਕਿਹਾ ਵੀ ਕਈ ਲੇਅਰਸ ਨੇ ਸਿਕਿਉਰਿਟੀ ਦੀਆਂ, ਉਹਨਾਂ ਨੂੰ ਪਾਸ ਕਰਨਾ ਆਮ ਬੰਦੇ ਦੇ ਵਾਸਤੇ ਤਾਂ ਰੋਗ ਨਹੀਂ। ਪਹਿਲੀ ਗੱਲ ਵਿਦਆਊਟ ਐਨੀ ਅਪਰੋਚ ਉੱਥੇ ਤੁਹਾਨੂੰ ਕਈ ਵਾਰੀ ਉਹ ਪਾਸ ਹੀ ਨਹੀਂ ਮਿਲਦੇ ਜੀ। ਹੁਣ ਇੱਥੇ ਆਪਾਂ ਆਇਆ, ਆਪਾਂ ਨੂੰ ਹਾਲ ਦੀ ਘੜੀ ਕਿਸੇ ਨੇ ਪੁੱਛਿਆ, ਤੁਸੀਂ ਅੱਖੀ ਡਿੱਠਾ ਸਾਰਾ ਕੁਝ ਦੇਖਿਆ ਜੀ। ਨਾ ਤਾਂ ਤੁਹਾਨੂੰ ਕਿਸੇ ਨੇ ਇਹ ਪੁੱਛਣਾ ਕਿ ਭਾਈ ਤੁਸੀਂ ਕਿੱਧਰ ਨੂੰ ਚੱਲੇ ਹੋ, ਨਾ ਤੁਹਾਨੂੰ ਇੱਥੇ ਬੈਠਣ ਤੋਂ ਰੋਕਿਆ ਗਿਆ, ਨਾ ਜਿਹੜੇ ਇੱਥੇ ਵਾਕ ਕਰਦੇ ਫਿਰ ਰਹੇ ਨੇ ਉਹਨਾਂ ਨੂੰ ਰੋਕਿਆ ਗਿਆ, ਨਾ ਜਿਹੜੇ ਉੱਥੇ ਰੋਸ ਮੁਜ਼ਾਹਰਾ ਕਰ ਰਹੇ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਤੇ ਪੈਣਗੀਆਂ ਪਾਣੀ ਦੀਆਂ ਵਾਛੜਾਂ, ਚੁੱਪ ਕਰਕੇ ਆਪਣਾ ਪੜ੍ਹਿਆ ਵਿਚਾਰੋ ਤੇ ਇੱਥੋਂ ਉੱਠ ਕੇ ਤੁਰ ਜਾਓ ਜੀ। ਪ੍ਰੋਟੈਸਟ ਕਰਨ ਦਾ, ਰੋਸ ਮੁਜ਼ਾਹਰੇ, ਰੋਸ ਰੈਲੀਆਂ ਕਰਨ ਦਾ ਲੋਕਤੰਤਰੀ ਮੁਲਕਾਂ ਦੇ ਵਿੱਚ ਤੁਹਾਡਾ ਜਮਹੂਰੀ ਹੱਕ ਹੈ ਜੀ। ਪਰ ਸਾਡੇ ਮੁਲਕ ਦੇ ਵਿੱਚੋਂ ਇਹ ਅਨਫੋਰਚੂਨੇਟਲੀ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਜਮਹੂਰੀ ਹੱਕ ਲਗਭਗ ਉੱਥੇ ਖੋਹਿਆਂ ਵਰਗਾ ਜੀ। ਪਹਿਲੀ ਗੱਲ ਤਾਂ ਸਾਨੂੰ ਰੋਸ ਧਰਨੀਆਂ ਜਾਂ ਰੈਲੇ ਉਹ ਮੁਜ਼ਾਹਰੀਆਂ ਉਹ ਕਰਨੇ ਨਹੀਂ ਆਉਂਦੇ। ਅਸੀਂ ਜਿੰਦਾਬਾਦ ਮੁਰਦਾਬਾਦ, ਕਿਉਂਕਿ ਸਾਡੇ ਉੱਥੇ ਢੰਗ ਤਰੀਕੇ ਹੋਰ ਨੇ ਜੀ। ਫਿਰ ਅਸੀਂ ਵੱਡੇ ਵੱਡੇ ਇਕੱਠ ਕਰਦੇ ਹਾਂ। ਹੁਣ ਤੁਸੀਂ ਦੇਖਿਆ ਕਿ 2-3 ਬੰਦੇ ਬੈਠੇ ਆ, ਦੋਵਾਂ ਨੇ ਵੱਖੋ ਵੱਖਰੇ ਸਲੋਗਨ ਲਿਖੇ ਹੋਏ ਆ ਜੀ। ਹੁਣ ਤਾਂ ਇਸ ਵਕਤ ਇਹ ਵਿਧਾਨ ਸਭਾ ਦੀ ਇਹ ਸੈਸ਼ਨ ਬੰਦ ਹੈ, ਪਰ ਜੇ ਖੁੱਲ੍ਹਾ ਵੀ ਹੁੰਦਾ ਉਦੋਂ ਵੀ ਇਹਨਾਂ ਨੇ ਇਸੇ ਤਰੀਕੇ ਨਾਲ ਜਿਹੜੀ ਚੀਜ਼ ਉਹ ਰੋਸ ਪ੍ਰਗਟਾਉਣਾ ਚਾਹੁੰਦੇ ਆ, ਨਾ ਉਹਨਾਂ ਨੇ ਜਿੰਦਾਬਾਦ ਕਹਿਣਾ, ਨਾ ਉਹਨਾਂ ਨੇ ਮੁਰਦਾਬਾਦ ਕਹਿਣਾ, ਉਹ ਸਾਰਾ ਦਿਨ ਲੈ ਕੇ ਬੈਠੇ ਰਹਿਣਾ। ਜੇਕਰ ਉਹਨਾਂ ਨਾਲ ਕੋਈ ਗੱਲ ਕਰਨੀ ਚਾਹੂ ਉਹਨਾਂ ਨੇ ਫੇਰ ਦੱਸਣਾ ਵੀ ਅਸੀਂ ਇੱਥੇ ਬੈਠੇ ਕਿਉਂ ਆ ਜੀ। ਪਰ ਸਾਡੇ ਕੋਲ ਸਾਡੀ ਰੋਸ ਕਰਨ ਦੇ ਤਰੀਕੇ ਵੱਖਰੇ ਨੇ, ਉਹਨਾਂ ਨੂੰ ਨਜਿੱਠਣ ਦਾ ਉੱਥੋਂ ਦੇ ਜਿਹੜਾ ਸਾਡਾ ਤੰਤਰ ਹੈ ਉਹਦਾ ਕੰਮ ਤੇ ਤਰੀਕਾ ਵੱਖਰਾ। ਸਾਡੇ ਤਾਂ ਅਸੀਂ ਦੇਖਿਆ ਤੇ ਚੁਣੇ ਹੋਏ ਨੁਮਾਇੰਦੇ ਨੇ, ਜੇਕਰ ਉਹ ਸਰਕਾਰ ਦਾ ਵਿਰੋਧ ਕਰਨ, ਭਾਵੇਂ ਉਹ ਚੰਗੀ ਗੱਲ ਤੇ ਕਰ ਰਹੇ ਹੋਣ ਜੀ ਜਾਂ ਫਿਰ ਜਾਣਬੁੱਝ ਕੇ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਹੋਣ, ਪਹਿਲੀ ਗੱਲ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਚੁੱਪ ਕਰ ਜਾਓ ਜੀ। ਚੁੱਪ ਨਹੀਂ ਕਰਦਾ, ਬਖਤਰਬੰਦ ਗੱਡੀਆਂ ਆਉਂਦੀਆਂ ਨੇ, ਚੁੱਪ ਕਰਕੇ ਚੁੱਕ ਕੇ ਲੈ ਕੇ ਜਾਂਦੇ ਨੇ। ਕਈ ਵਾਰੀ ਚੁਣੇ ਹੋਏ, ਚਾਹੇ ਉਹ ਵਿਧਾਇਕ ਹੋਣ, ਚਾਹੇ ਉਹ ਸੰਸਦ ਮੈਂਬਰ ਹੋਣ, ਪੱਗਾਂ ਰੁਲਦੀਆਂ ਫਿਰਦੀਆਂ ਆਉਂਦੀਆਂ ਨੇ। ਕਈ ਵਾਰੀ ਉਹਨਾਂ 'ਤੇ ਪਾਣੀ ਦੀਆਂ ਵਾਛੜਾਂ ਮਾਰੀਆਂ ਜਾਂਦੀਆਂ ਨੇ। ਪਾਣੀ ਦੀਆਂ ਤੋਪਾਂ ਮਾਰਨ ਤੋਂ ਬਾਅਦ, ਵਾਛੜਾਂ ਮਾਰਨ ਤੋਂ ਬਾਅਦ ਕਈਆਂ ਦਾ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਢਿੱਡ ਨੰਗਾ ਹੁੰਦਾ ਹੈ ਕਿ ਉਹ ਅੰਮ੍ਰਿਤਧਾਰੀ ਲੋਕ ਹੁੰਦੇ ਨੇ, ਕਿਰਪਾਨ ਵੀ ਨਜ਼ਰ ਨਹੀਂ ਆਉਂਦੀ ਜੀ। ਸੋ ਉਹਦੇ ਤੋਂ ਬਾਅਦ ਇੱਕ ਗੱਲ ਚੰਗੀ ਹੁੰਦੀ ਹੈ ਕਿ ਕਿਰਪਾਨ ਪਾਉਣੀ ਸ਼ੁਰੂ ਕਰ ਦਿੰਦੇ ਨੇ। ਪਰ ਅਗਲੀ ਗੱਲ ਇਹ ਵੀ ਹੈ ਕਿ ਉਹ ਜਿਹੜੀਆਂ ਲੇਅਰਾਂ ਬਣਦੀਆਂ ਨੇ ਸਿਕਿਉਰਿਟੀ ਦੀਆਂ, 1 ਹੋ ਗਈ, 2 ਹੋ ਗਈ, 3 ਹੋ ਗਈ, ਉਹਦੇ ਪਿੱਛੇ ਇੱਕ WhatsApp ਕਾਰਨ ਹੈ। BC ਵਿਧਾਨ ਸਭਾ, ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਵਿੱਚ ਵੀ ਲਗਭਗ ਅਲਬਰਟਾ ਵਾਲਾ ਹੀ ਹਾਲ ਹੀਲਾ ਹੋਇਆ ਕਰਦਾ ਸੀ ਜੀ। ਕਿਸੇ ਮੈਟਲ ਡਿਟੈਕਟਰ ਵਿੱਚੋਂ ਨਹੀਂ ਤੁਹਾਨੂੰ ਕੱਢਣਾ। ਤੁਸੀਂ ਆਏ, ਉੱਥੇ ਸਮਾਂ ਦਿੱਤਾ ਹੁੰਦਾ ਕਿ ਤੁਸੀਂ ਸਵੇਰ ਦੇ ਮੰਨ ਲਓ ਇਸ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ, ਉਹਦੇ ਤੋਂ ਲੈ ਕੇ ਇੰਨੇ ਤੋਂ ਇੰਨੇ ਵਜੇ ਤੱਕ ਤੁਸੀਂ ਐਨੀ ਟਾਈਮ ਵਿਜ਼ਿਟ ਕਰੋ। ਉਹਦੇ ਨਾਲ ਤੁਹਾਨੂੰ ਗਾਈਡ ਮਿਲਦਾ ਜੀ। ਉਹਨੇ ਇਕੱਲੀ ਚੀਜ਼ 40-40, 50-50 ਬੰਦਿਆਂ ਨੂੰ ਲਿਆ ਕੇ ਇਕੱਲੀ ਤੁਹਾਨੂੰ ਟੂਰ ਦੇਣਾ। ਉਹ ਆ ਗਏ, ਅਗਲੇ ਚਲੇ ਗਏ, ਉਹ ਆ ਗਏ, ਅਗਲੇ ਚਲੇ ਗਏ। ਪਰ ਹੁਣ ਉੱਥੇ ਮੈਟਲ ਡਿਟੈਕਟਰ ਦੇ ਵਿੱਚ ਦੀ ਕੱਢਣ ਵੀ ਲੱਗ ਪਏ ਜੀ। ਉਹਦਾ ਕਾਰਨ ਸੀ 2 ਸਾਲ ਪਹਿਲਾਂ ਉੱਥੇ ਇੱਕ ਪ੍ਰੈਸ਼ਰ ਕੁੱਕਰ ਬੰਬ ਫੜਿਆ ਗਿਆ। ਉਹ ਕਹਿੰਦੇ ਜੀ ਆਪਾਂ ਇੱਥੇ ਦਹਿਸ਼ਤ ਫੈਲਾਉਣੀ ਹੈ, ਪ੍ਰੈਸ਼ਰ ਕੁੱਕਰ ਦੇ ਵਿੱਚ ਅਸੀਂ ਬੰਬ ਨਾਲ ਧਮਾਕਾ ਕਰਨਾ ਅਸੈਂਬਲੀ ਦੇ ਵਿੱਚ। ਪਰ ਬਾਅਦ ਦੇ ਵਿੱਚ ਜਦੋਂ ਉਹ ਘਟਨਾ ਵਾਪਰਨ ਦੀ ਜਾਣਕਾਰੀ ਮਿਲੀ, ਉਹ ਬੰਦੇ ਦੋਵੇਂ ਫੜੇ ਵੀ ਗਏ। ਉਹਦੇ ਤੋਂ ਬਾਅਦ ਉੱਥੇ ਮੈਟਲ ਡਿਟੈਕਟਰ ਲੱਗ ਗਿਆ। ਪਰ ਹਾਲੇ ਵੀ ਆਮ ਲੋਕਾਂ ਦੇ ਜਾਣ 'ਤੇ ਕੋਈ ਮਨਾਹੀ ਨਹੀਂ। ਤੁਹਾਨੂੰ ਕਿਸੇ ਪਹਿਲਾਂ ਇੰਤਜ਼ਾਮ ਪਾਸ ਦਾ ਨਹੀਂ ਕਰਨਾ ਪੈਂਦਾ। ਤੁਹਾਨੂੰ ਇਹ ਜ਼ਰੂਰੀ ਨਹੀਂ ਕੋਈ ਵਿਧਾਇਕ ਜਾਣਦਾ। ਸਿਰਫ ਉਹ ਉਹਨਾਂ ਥਾਂ ਜਿੱਥੇ ਉਹ 100 ਜਿਵੇਂ ਆਪਣੇ 117 ਉੱਥੇ ਬੈਠਦੇ ਨੇ, ਇਹਦੇ ਵਿੱਚ 87 ਮੈਂਬਰ ਨੇ ਬੈਠਦੇ ਨੇ। 63 ਇੱਥੇ ਇਸ ਵਕਤ ਜਿਹੜੀ ਸਰਕਾਰ ਆ ਉਹਦੇ ਮੈਂਬਰ ਨੇ, 24 ਵਿਰੋਧੀ ਧਿਰ ਦੇ ਨੇ। ਸਿਰਫ 2 ਹੀ ਪਾਰਟੀਆਂ ਦੇ ਇੱਥੇ, ਇਹ ਨਹੀਂ ਵੀ ਮਿਲਗੋਭਾ ਨਹੀਂ, 10-15 ਪਾਰਟੀਆਂ ਨਹੀਂ ਜੀ।
ਸੋ ਉਸ ਉਨੀ ਥਾਂ ਦੇ ਉੱਤੇ ਜਿੱਥੇ ਉਹ ਸੀਟਿੰਗ ਲੱਗੀ ਹੋਈ ਹੈ, ਸਿਰਫ ਉਨੀ ਥਾਂ ਦੇ ਵਿੱਚ ਨਹੀਂ ਜਾ ਸਕਦੇ, ਪਰ ਉਹਨਾਂ ਨੂੰ ਐਨ ਤੁਸੀਂ ਨੰਗੀ ਅੱਖ ਦੇ ਨਾਲ ਐਨ ਬਿਲਕੁਲ ਖੜ ਕੇ ਦੇਖ ਸਕਦੇ ਹੋ। ਇਹ ਸਹੂਲਤ ਆਪਣੀ ਵਿਧਾਨ ਸਭਾ ਵਿੱਚ ਵੀ ਹੈ ਕਿ ਤੁਸੀਂ ਜਦੋਂ ਸੈਸ਼ਨ ਚੱਲ ਰਿਹਾ ਹੁੰਦਾ ਪਬਲਿਕ ਗੈਲਰੀ ਦੇ ਵਿੱਚ ਬੈਠ ਕੇ ਉਹਨਾਂ ਨੂੰ ਸੁਣ ਸਕਦੇ ਹੋ, ਪਰ ਉੱਥੇ ਵਾਸਤੇ ਫਿਰ ਪਾਸ ਚਾਹੀਦਾ ਜੀ। ਤੇ ਪਾਸ ਲੈਣਾ ਕਿੱਦਾਂ, ਉਹ ਵੱਡਾ ਰੌਲਾ, ਉਹ ਤੁਹਾਨੂੰ ਪਤਾ ਜੀ। ਅੱਛਾ ਦੇਖੋ ਬੈਨੀਪਾਲ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਅਸਲ ਦੇ ਵਿੱਚ ਨਾ ਕਦੇ ਕਦੇ ਐਂ ਲੱਗਦਾ ਹੁੰਦਾ ਕਿ ਉਹ ਜਿਹੜਾ ਰਾਹ ਦੇ ਵਿੱਚ ਪੁਲ ਚਾਹੀਦਾ ਨਾ ਦੋ ਚੀਜ਼ਾਂ ਨੂੰ ਜੋੜਨ ਲਈ, ਜੀ ਉਹ ਜਾਣਬੁੱਝ ਕੇ ਤੋੜਿਆ ਜਾ ਰਿਹਾ ਕਿ ਭਾਈ ਲੋਕਾਂ ਨੂੰ ਚੇਤਾ ਹੀ ਭੁੱਲ ਜਾਏ। ਹੁਣ ਜਿੱਥੋਂ ਤਾਂ ਅਸੀਂ ਰਾਸ਼ਨ ਲੈਣਾ, ਰਾਸ਼ਨ ਕਾਰਡ ਬਣਾਉਣਾ, ਸਾਨੂੰ ਉਸ ਦਫ਼ਤਰ ਦਾ ਪਤਾ ਹੋਊਗਾ, ਜਿੱਥੋਂ ਅਸੀਂ ਪੈਨਸ਼ਨ ਲੈਣੀ ਆ ਸਾਨੂੰ ਬੈਂਕ ਦਾ ਪਤਾ ਹੋਊਗਾ, ਪਰ ਇੱਦਾਂ ਦੀ ਬਿਲਡਿੰਗ ਦਾ ਨਹੀਂ ਪਤਾ। ਤੁਹਾਡੇ ਤੇ ਉਲਾਂਭਾ ਨਹੀਂ, ਤੁਹਾਡੇ ਤੇ ਇਤਰਾਜ਼ ਨਹੀਂ ਕਰ ਰਹੇ ਕਿ ਕਿਉਂ ਨਹੀਂ ਪਤਾ, ਪਰ ਅੱਜ ਇੱਥੇ ਬੈਠ ਕੇ ਮੈਂ ਇਹ ਵੀ ਦੱਸ ਦਿਆਂ, ਇਹਨਾਂ ਮੁਲਕਾਂ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਹੈਗਾ। ਪੰਜਾਬ ਦੇ ਵਿੱਚ ਕਹਿੰਦੇ ਜੀ ਗਰਮੀਆਂ 'ਚ ਮੱਛਰ ਬਹੁਤ ਹੋ ਜਾਂਦਾ, ਮੱਛਰ ਇੱਥੇ ਵੀ ਹੈ। ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਉਦੋਂ ਵੀ ਮੱਛਰ ਆ, ਜਾਣੀ ਕਿ ਮੱਛਰ ਜੇ ਉੱਥੇ ਡੰਗ ਮਾਰਦਾ ਤਾਂ ਮੱਛਰ ਇੱਥੇ ਵੀ ਡੰਗ ਮਾਰਦਾ, ਪਰ ਇੱਕ ਹੀ ਫਰਕ ਹੈ। ਹਾਂਜੀ, ਇਹਦੇ ਨਾਲ ਮਲੇਰੀਆ ਨਹੀਂ ਹੁੰਦਾ। ਹੁਣ ਦੂਸਰੀ ਗੱਲ ਇਹ ਹੈ ਕਿ ਮਲੇਰੀਆ ਤੋਂ ਬਚਣ ਦੇ ਵੀ ਢੰਗ ਤਰੀਕੇ ਹੈਗੇ ਆ। ਇੱਥੇ ਜੇ ਕੋਈ ਫਲੂ ਫੈਲਦਾ, ਕੋਈ ਬਿਮਾਰੀ ਫੈਲਦੀ ਹੈ, ਟੀਕਾ ਟੂਕਾ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਭਾਈ ਉਹ ਸ਼ਾਟ ਬੱਚਿਆਂ ਨੂੰ ਲਵਾ ਦਈਏ, ਉਹ ਟੀਕਾ ਬੱਚਿਆਂ ਨੂੰ ਲਵਾ ਦਈਏ ਤੇ ਮੁੜ ਕੇ ਸਮੱਸਿਆ ਜਿਹੜੀ ਉਹ ਨਾ ਹੋਵੇ। ਹੁਣ ਇੱਕ ਮੋਟੀ ਜੀ ਗੱਲ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਬੜਾ ਕੁਝ ਘਟਿਆ ਤੇ ਬੜਾ ਕੁਝ ਵਾਪਰਿਆ। ਹੁਣ ਉਹਦੇ ਤੋਂ ਬਾਅਦ ਕੀ ਆਪਾਂ ਪੰਜਾਬ ਨੂੰ ਪੈਰਾਂ ਸਿਰ ਕਰਨਾ ਚਾਹੁੰਦੇ ਆ? ਜਦੋਂ ਵੀ ਕੋਈ ਬੰਦਾ ਵਿਧਾਨ ਸਭਾ ਦੀ ਚੋਣ ਲੜਨ ਲਈ ਤੁਹਾਡੇ ਕੋਲੇ ਆਵੇ, ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਲਈ ਤੁਹਾਡੇ ਕੋਲੇ ਆਵੇ, ਤੁਸੀਂ ਉਹਨੂੰ ਪੁੱਛਿਓ ਜ਼ਰੂਰ ਕਿ ਭਾਈ ਵਿਧਾਨ ਸਭਾ ਦੇ ਵਿੱਚ ਜਾ ਕੇ ਕੀ ਕਰੇਗਾ, ਵਿਧਾਨ ਸਭਾ ਦੇ ਵਿੱਚ ਜਾ ਕੇ ਸਾਡੇ ਹੱਕ ਦੀ ਗੱਲ ਕਰੇਗਾ, ਕਿਹੜਾ ਕਿਹੜਾ ਸਵਾਲ ਪੁੱਛੇਗਾ, ਕੀ ਤੈਨੂੰ ਪਤਾ ਹੈ ਕਿ ਹਲਕੇ ਦੀਆਂ ਸਮੱਸਿਆਵਾਂ ਕਿਹੜੀਆਂ ਨੇ, ਸੂਬੇ ਦੀਆਂ ਸਮੱਸਿਆਵਾਂ ਕਿਹੜੀਆਂ ਨੇ। ਤੇ ਜੇ ਕੱਲਾ ਵਿਆਹ ਤੇ ਜਾਣਾ ਹੈ, ਕੱਲਾ ਭੋਗ ਤੇ ਜਾਣਾ ਹੈ, ਵਿਧਾਨ ਸਭਾ ਦਾ ਕੰਮ ਕਰ ਕਿਵੇਂ ਚੱਲਦਾ ਹੈ, ਉੱਥੇ ਮਤਾ ਕਿਵੇਂ ਪੇਸ਼ ਕਰੀਦਾ ਹੈ, ਉਸ ਮਤੇ ਨੂੰ ਪਾਸ ਕਰਾਉਣਾ ਜਾਂ ਫੇਲ ਕਰਾਉਣਾ ਹੈ, ਜਾਂ ਕਾਨੂੰਨ ਦੇ ਵਿੱਚ ਕਿਵੇਂ ਤਬਦੀਲੀ ਕਰਾਉਣੀ ਹੈ, ਜੇ ਉਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਹੀ ਨਹੀਂ, ਜੇ ਉਧਰਲੇ ਪਾਸੇ ਨੂੰ ਤੁਰਨਾ ਹੀ ਨਹੀਂ, ਜੇ ਉਹਦੇ ਉਦੇਸ਼ਾਂ ਦੇ ਵਿੱਚ ਜਿਹੜੇ ਉਹਨੇ ਟੀਚੇ ਪੂਰੇ ਕਰਨ ਦੇ ਲਈ ਇੱਕ ਪੈਂਫਲੇਟ ਜਾਂ ਤੁਹਾਨੂੰ ਦਿੱਤਾ ਹੈ, ਜੇ ਉਹਦੇ ਵਿੱਚ ਉਹ ਚੀਜ਼ਾਂ ਲਿਖੀਆਂ ਨਹੀਂ ਤਾਂ ਸਮਝ ਲਓ ਕਿ ਉਹ ਬੰਦਾ ਸਹੀ ਟਰੈਕ ਦੇ ਵਿੱਚ ਨਹੀਂ ਜਾ ਰਿਹਾ। ਹੁਣ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਗਾਲਾਂ ਤੱਕ ਕੱਢਣ ਦੀ ਗੱਲ ਆਈ ਸੀ। ਇੱਕ ਗੱਲ ਮੰਨ ਕੇ ਚੱਲਿਓ, ਜੇ ਤੁਸੀਂ ਪੰਜਾਬ ਦੇ ਕਿਸਾਨ ਹੋ, ਤੁਹਾਨੂੰ ਖਾਦ ਵੱਧ ਕੀਮਤ ਤੇ ਮਿਲਣਾ ਕਿ ਘੱਟ ਕੀਮਤ ਤੇ ਮਿਲਣਾ, ਚੰਡੀਗੜ੍ਹ ਦੇ ਵਿੱਚ ਜਿਹੜੀ ਇਦਾਂ ਦੀ ਬਿਲਡਿੰਗ ਜਿਹਨੂੰ ਪੰਜਾਬ ਦੀ ਵਿਧਾਨ ਸਭਾ ਕਹਿੰਦੇ ਆ, ਉੱਥੋਂ ਮਤਾ ਪਾਸ ਹੋਣਾ ਹੈ, ਉਹਨਾਂ ਨੇ ਫੈਸਲਾ ਕਰਨਾ ਹੈ। ਜੇ ਕੇਂਦਰ ਦੀ ਸਰਕਾਰ ਦੇ ਕੋਲ ਵੀ ਅਧਿਕਾਰ ਹੈ ਤਾਂ ਵੀ ਇਦਾਂ ਦੀ ਜਿਹੜੀ ਵਿਧਾਨ ਸਭਾ ਹੈ, ਜਿੱਦਾਂ ਦੀ ਬਿਲਡਿੰਗ ਤੁਹਾਨੂੰ ਪਿੱਛੇ ਨਜ਼ਰ ਆ ਰਹੀ ਹੈ ਅਲਬਰਟਾ ਵਾਲੀ ਅਸੈਂਬਲੀ, ਇਦਾਂ ਦੀ ਬਿਲਡਿੰਗ ਦੇ ਵਿੱਚੋਂ ਕੰਮ ਨਿਕਲਣਾ ਹੈ। ਜਿਹੜਾ ਬੰਦਾ ਕਰਿਆਨੇ ਦੀ ਦੁਕਾਨ ਖੋਲ੍ਹ ਕੇ ਬੈਠਾ ਹੈ, ਉਹਨੂੰ ਟੈਕਸ ਵੱਧ ਲੱਗਣਾ ਹੈ ਕਿ ਘੱਟ ਲੱਗਣਾ ਹੈ, ਉਸ ਟੈਕਸ ਦੇ ਪੈਸੇ ਦੀ ਵਰਤੋਂ ਮੰਤਰੀ ਸਾਹਿਬ, ਵਿਧਾਇਕ ਸਾਹਿਬ, ਲੀਡਰਾਂ ਦੀ ਗੱਡੀ ਦੇ ਉੱਤੇ ਹੋਣੀ ਹੈ, ਲੀਡਰਾਂ ਦੀ ਗੱਡੀ ਦੇ ਵਿੱਚ ਪੈਂਦੇ ਤੇਲ ਤੇ ਹੋਣੀ ਹੈ, ਜਾਂ ਫਿਰ ਉਹਦੀ ਵਰਤੋਂ ਤੁਹਾਡੇ ਘਰ ਦੇ ਸਾਹਮਣੇ ਸੜਕ ਬਣਾਉਣ ਤੇ ਹੋਣੀ ਹੈ, ਤੁਹਾਡੇ ਪਿੰਡ ਦੇ ਵਿੱਚ ਪਾਰਕ ਬਣਾਉਣ ਤੇ ਹੋਣੀ ਹੈ, ਤੁਹਾਡੇ ਨਿੱਕੇ ਨਿਆਣੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉੱਥੇ ਅਧਿਆਪਕਾਂ ਦੀ ਗਿਣਤੀ ਪੂਰੀ ਕਰਨ ਦੇ ਲਈ ਹੋਣੀ ਹੈ। ਉਹ ਫੈਸਲਾ ਕਿਤੋਂ ਹੋਰ ਨਹੀਂ ਨਿਕਲਣਾ। ਇਹ ਜਿਹੜੀ ਪਿੱਛੇ ਤੁਸੀਂ ਇਮਾਰਤ ਦੇਖ ਰਹੇ ਹੋ ਨਾ, ਇਦਾਂ ਦੀ ਇਮਾਰਤ ਦੇ ਵਿੱਚੋਂ ਨਿਕਲਣਾ। ਤੇ ਜਿਹੜੀ ਇਮਾਰਤ ਪੰਜਾਬ ਵਾਲਿਆਂ ਦੀ ਵੀ ਚੰਡੀਗੜ੍ਹ 'ਚ ਹੈ, ਹਰਿਆਣੇ ਵਾਲਿਆਂ ਦੀ ਵੀ ਚੰਡੀਗੜ੍ਹ ਦੇ ਵਿੱਚ ਹੈ, ਬਾਕੀ ਵੱਖ-ਵੱਖ ਸੂਬਿਆਂ ਦੀ ਉਹਨਾਂ ਦੀਆਂ ਸੂਬਿਆਂ ਦੀਆਂ ਰਾਜਧਾਨੀਆਂ ਦੇ ਵਿੱਚ ਹੈ। ਇਹਦੇ ਨਾਲ ਇੱਕ ਗੱਲ ਮਨ ਦੇ ਵਿੱਚ ਰੱਖਿਓ ਕਿ ਜੇ ਤੁਹਾਡੇ ਹਲਕੇ ਦਾ ਪ੍ਰਤੀਨਿਧ ਵਿਧਾਇਕ ਆਪਣੇ ਹਲਕੇ ਦੇ ਲਈ, ਆਪਣੇ ਪੰਜਾਬ ਦੇ ਲਈ, ਆਪਣੇ ਸੂਬੇ ਦੇ ਲਈ ਇਦਾਂ ਦੀ ਇਮਾਰਤ ਦੇ ਵਿੱਚ ਜਾ ਕੇ ਸੈਸ਼ਨ ਦੇ ਵਿੱਚ ਹਾਜ਼ਰੀ ਨਹੀਂ ਭਰਦਾ, ਜੇ ਉੱਥੇ ਜਾ ਕੇ ਸਵਾਲ ਨਹੀਂ ਪੁੱਛਦਾ, ਜੇ ਉੱਥੇ ਜਾ ਕੇ ਬਹਿਸ ਦੇ ਵਿੱਚ ਚਰਚਾ 'ਚ ਹਿੱਸਾ ਨਹੀਂ ਲੈਂਦਾ, ਜੇ ਕੋਈ ਮਤਾ ਪੇਸ਼ ਨਹੀਂ ਕਰਦਾ, ਤੇ ਇਹਦਾ ਮਤਲਬ ਕਿ ਤੁਹਾਡਾ ਪ੍ਰਤੀਨਿਧ ਨਹੀਂ, ਉਹ ਆਪਣੇ ਕਾਰੋਬਾਰੀ ਹਿੱਤਾਂ ਦਾ ਪ੍ਰਤੀਨਿਧ ਹੋ ਸਕਦਾ। ਆਪਣੇ ਨਿੱਕੇ ਨਿਆਣਿਆਂ ਨੂੰ ਸਿਆਸਤ ਦੇ ਵਿੱਚ ਲਿਆਉਣ ਦੇ ਲਈ ਉਹ ਹੋ ਸਕਦਾ ਕਿ ਬੰਦਾ ਸਮਰੱਥ ਹੋਵੇ, ਪਰ ਤੁਹਾਡੇ ਮਸਲੇ ਬੈਨੀਪਾਲ ਸਾਹਿਬ ਹੱਲ ਕਰਾਉਣ ਦੇ ਉਹ ਸਮਰੱਥ ਨਹੀਂ ਹੋ ਸਕਦਾ, ਉੱਦਾਂ ਦੀ ਉਹਦੇ ਵਿੱਚ ਯੋਗਤਾ ਨਹੀਂ ਹੋ ਸਕਦੀ। ਤੁਸੀਂ ਜ਼ਿਕਰ ਕੀਤਾ ਸੀ ਪ੍ਰੋਟੈਸਟ ਦਾ, ਦੇਖੋ ਉੱਥੇ ਕਈ ਵਾਰੀ ਇਦਾਂ ਵੀ ਹੁੰਦਾ ਕਿ ਬੇਰੁਜ਼ਗਾਰ ਜਾਂਦੇ ਆ, ਜਿਹੜੇ ਕੱਚੇ ਕਰਮਚਾਰੀ ਆ ਉਹ ਜਾਂਦੇ ਆ ਕਿ ਭਾਈ ਸਾਡੀ ਗੱਲ ਸੁਣੋ, ਕੋਈ ਗੱਲ ਹੀ ਨਹੀਂ ਸੁਣਦਾ। ਕਿਸਾਨਾਂ ਨੇ 8 ਮਹੀਨੇ ਬਠਿੰਡੇ 'ਚ ਧਰਨਾ ਲਾ ਕੇ ਰੱਖਿਆ ਕਿ ਸਾਡੀ ਗੱਲ ਸੁਣੋ, ਕਿਸੇ ਨੇ ਗੱਲ ਨਹੀਂ ਸੁਣੀ, ਵਿਚਾਰੇ ਆਪੇ ਹੀ ਉੱਠ ਗਏ। ਇਸੇ ਤਰੀਕੇ ਹੋਰ ਬਹੁਤ ਸਾਰੇ ਮੁੱਦੇ ਹੁੰਦੇ ਆ, ਉੱਠਦੇ ਹੀ ਨਹੀਂ। ਅੱਜ ਆ ਪਿੱਛੇ ਇੱਕ ਬੰਦਾ ਬੈਠਾ ਸੀ ਪ੍ਰੋਟੈਸਟ ਕਰਦਾ, ਮੈਂ ਚਲੇ ਗਿਆ, ਮੈਂ ਆਪਣੀ ਢਿੱਲੀ ਮੱਠੀ ਜੀ ਇੰਗਲਿਸ਼ ਦੇ ਨਾਲ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਝੱਗਾ ਚੱਕਿਓ ਆਪਣਾ ਹੀ ਢਿੱਡ ਨੰਗਾ ਹੁੰਦਾ। ਉਹਦਾ ਇਤਰਾਜ਼ ਮੀਡੀਆ ਤੇ ਸੀ। ਹੁਣ ਮੈਂ ਕਿਹਾ ਭਾਈ ਤੇਰਾ ਕੀ ਇਤਰਾਜ਼ ਹੈ? ਉਹ ਕਹਿੰਦੇ ਗੱਲ ਇਦਾਂ ਕਿ ਕੁਝ ਕਾਰਪੋਰੇਟ ਮੀਡੀਆ ਅਦਾਰੇ ਜਿੱਦਾਂ ਤੁਹਾਡੇ ਮੁਲਕ 'ਚ ਇੱਥੇ ਵੀ ਹੈਗੇ ਆ, ਤੇ ਉਹ ਸਰਕਾਰਾਂ ਨੂੰ ਵੀ ਗਲਤ ਗਾਈਡ ਕਰਦੇ ਆ ਤੇ ਲੋਕਾਂ ਨੂੰ ਵੀ ਗਲਤ ਗਾਈਡ ਕਰਦੇ ਆ। ਮੈਂ ਕਹਿੰਦੇ ਸਿਰਫ ਸਰਕਾਰ ਨੂੰ ਇੰਨਾ ਕਿਹਾ ਸੀ ਕਿ ਮਾੜੀ ਮੋਟੀ ਉਹਨਾਂ ਤੇ ਲਗਾਮ ਲਾਓ, ਉਹ ਮਿਸਗਾਈਡ ਕਰਦੇ ਆ,
ਉਹ ਗਲਤ ਖਬਰਾਂ ਜਿਹੜੀਆਂ ਲੋਕਾਂ ਦੇ ਵਿੱਚ ਫੈਲਾ ਕੇ ਲੋਕਾਂ ਨੂੰ ਥੋੜਾ ਜਿਹਾ ਭਰਮਾ ਰਹੇ ਨੇ ਤੇ ਮੈਂ ਚਾਹੁੰਦਾ ਕਿ ਉਹਦੇ ਉੱਤੇ ਕੁਝ ਲਗਾਮ ਲੱਗੇ। ਪਰ ਕੱਲਾ ਹੀ ਬੰਦਾ ਸੀ, ਕੋਈ ਸੈਂਕੜੇ ਬੰਦੇ ਨਹੀਂ ਸੀ, ਕੱਲਾ ਹੀ ਬੰਦਾ ਬੋਰਡ ਫੜ ਕੇ ਖੜਾ ਤੇ ਸਵੇਰ ਦਾ ਖੜਾ ਹੈ ਤੇ ਉਹ ਕਹਿੰਦਾ ਮੈਨੂੰ ਕੁਝ ਦਿਨ ਹੋਏ ਆ ਤੇ ਇੱਥੋਂ ਦਾ ਮੁੱਖ ਮੰਤਰੀ ਜਿਹਨੂੰ ਤੁਸੀਂ ਜੈਸਨ ਕੈਨੀ ਕਹਿੰਦੇ ਹੋ, ਜਿਹੜਾ ਇਮੀਗ੍ਰੇਸ਼ਨ ਮਾਮਲਿਆਂ ਦਾ ਕੈਨੇਡਾ ਦਾ ਮੰਤਰੀ ਰਿਹਾ, ਜਿਹਨੂੰ ਇੱਕ ਸਖਤ ਸੁਭਾਅ ਵਾਲੇ ਮੰਤਰੀ ਦੇ ਤੌਰ ਤੇ ਮੰਨਿਆ ਜਾਂਦਾ ਸੀ, ਹੋ ਸਕਦਾ ਹੈ ਕਿ ਮੁਲਕ ਦੇ ਲਈ ਉਹ ਚੰਗਾ ਹੋਵੇ, ਆਪਾਂ ਇਹ ਨਹੀਂ ਕਹਿੰਦੇ, ਕਿਉਂਕਿ ਬਾਹਰਲੇ ਬੰਦਿਆਂ ਨੂੰ ਲੱਗਦਾ ਸੀ ਕਿ ਭਾਈ ਉਹ ਬੜਾ ਬੰਦਾ ਸਖਤ ਹੈ, ਉਹ ਬੰਦਾ ਜਿਹੜਾ ਨੀਤੀਆਂ ਥੋੜ੍ਹੀਆਂ ਸਖਤ ਬਣਾਉਂਦਾ ਹੈ। ਹੁਣ ਉਹ ਕਹਿੰਦੇ ਕਿ ਉਹ ਮੇਰੀ ਇਸ ਗੱਲ ਨੂੰ ਪੜ੍ਹ ਗਿਆ, ਮੇਰੇ ਨਾਲ ਕੁਝ ਸਵਾਲ ਜਵਾਬ ਵੀ ਕਰਕੇ ਗਿਆ ਤੇ ਆਪਣੇ ਉੱਥੇ ਕਈ ਵਾਰੀ ਇਹ ਹੁੰਦਾ ਕਿ ਜਿਹੜਾ ਬੰਦਾ ਆਪਣੀ ਕੋਈ ਗੱਲ ਕਹਿਣ ਦੀ ਕੋਸ਼ਿਸ਼ ਕਰੇ ਕਿ ਤੁਸੀਂ ਆਹ ਵਾਅਦਾ ਨਹੀਂ ਪੂਰਾ ਕੀਤਾ, ਉਹਦੇ ਕੱਪੜੇ ਵੀ ਪਾੜ ਦਿਓ, ਉਹਨੂੰ ਧੂ ਵੀ ਲਾਓ। ਜੇ ਮੰਤਰੀ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ 5-7 ਜ਼ਿਲ੍ਹਾ ਪ੍ਰਧਾਨ ਉਹਨੇ ਨਹੀਂ ਤੂੰ ਦਨ ਦਾ ਮੰਗ ਪੱਤਰ ਲਿਆ, ਤੇਰੀ ਕਿਹੜੀ ਗੱਲ ਹੈ, ਤੇ ਬਾਅਦ ਵਿੱਚ ਪਤਾ ਲੱਗਦਾ ਕਿ ਤੀਜੇ ਦਿਨ ਥਾਣਿਓਂ ਲੱਭਾ। ਕੋਈ ਦੀ ਗੱਲ ਕੀਤੀ ਨਾ ਤੁਸੀਂ ਤਾਂ ਤੁਸੀਂ ਇਹਨਾਂ ਵਰਗੇ ਜਿਹੜੇ ਪ੍ਰੋਟੈਸਟਰ ਦੀ ਗੱਲ ਕੀਤੀ ਹੈ, ਸਾਡੇ ਤਾਂ ਜੇ ਕੋਈ ਵਿਧਾਇਕ ਆਵਾਜ਼ ਉਠਾ ਲਵੇ ਜਾਂ ਤਾਂ ਅਗਲੀ ਵਾਰੀ ਉਹਦੀ ਟਿਕਟ ਕੱਟ ਦਿੱਤੀ ਜਾਂਦੀ ਹੈ ਜੀ, ਜਾਂ ਜੇ ਵਜ਼ੀਰ ਆ ਤਾਂ ਉਹਦੀ ਵਜ਼ੀਰੀ ਖੋਹ ਲਈ ਜਾਂਦੀ ਆ, ਜਾਂ ਫਿਰ ਉਹਦਾ ਮਹਿਕਮਾ ਬਦਲ ਦਿੱਤਾ ਜਾਂਦਾ। ਕਈ ਵਾਰੀ ਰੋਟੀ ਸਵਾਦ ਖਿਲਾ ਕੇ ਕਹਿੰਦੇ ਕੋਈ ਨਹੀਂ ਠੰਡੇ ਜਾਓ, ਉਹ ਵੀ ਠੀਕ ਹੈ। ਉਹ ਮੇਰੇ ਖਿਆਲ ਦੇ ਵਿੱਚ ਦੇਖੋ ਇਹ ਤੋਂ ਵਧੀਆ ਫਾਰਮੂਲਾ ਕੀ ਹੋ ਸਕਦਾ ਹੈ। ਦੇਖੋ ਨਾ 87 ਬੰਦੇ ਅੰਦਰ ਬੈਠਦੇ ਆ ਜਾ ਜੀ, 87 ਨੂੰ ਉੱਥੇ ਸਵਾਲ ਵੀ ਹੋਣੇ ਨੇ ਵਿਰੋਧੀ ਧਿਰ ਵੱਲੋਂ, ਉੱਥੇ ਉਹਨਾਂ ਨੂੰ ਜਵਾਬ ਵੀ ਦੇਣੇ ਪੈਣੇ ਨੇ ਜੀ, ਉਹਨਾਂ ਨੂੰ ਕਾਨੂੰਨ ਵੀ ਉਹ ਬਣਾਉਣੇ ਪੈਣੇ ਨੇ ਜਿਹੜੇ ਟੈਕਸ ਪੇਅਰ ਚਾਹੁੰਦੇ ਆ ਜੀ। ਉੱਥੇ ਜੇ ਰੋਟੀ ਖਿਲਾ ਕੇ ਸਰ ਜੇ, ਆਵਾਜ਼ ਬੰਦ ਹੋ ਜੇ, ਜਾਂ ਕਿਸੇ ਨੂੰ ਚੇਅਰਮੈਨੀ ਦੇ ਕੇ ਕੰਮ ਸਰ ਜੇ ਜੀ, ਤੁਸੀਂ ਉਹ ਜਿਹੜਾ ਕਾਨੂੰਨ ਬਣਦਾ, ਜਿਹੜਾ ਕਾਨੂੰਨ ਦਾ ਮੰਦਰ ਆ, ਉੱਥੇ ਫਿਰ ਫਾਇਦਾ ਕੋਈ ਜਾਣਦਾ ਜੀ। ਹੁਣ ਸਾਡੇ ਬਹੁਤੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ ਕਿ ਤੁਹਾਡੀ ਆਵਾਜ਼ ਜਾਂਦੀ ਹੈ, ਤੁਸੀਂ ਉਹਨਾਂ ਨੂੰ ਆਪਣਾ ਪ੍ਰਤੀਨਿਧ ਬਣਾ ਕੇ ਭੇਜਦੇ ਹੋ ਜੀ। ਪਹਿਲੀ ਗੱਲ ਤਾਂ ਜਿੰਨੇ ਵੀ ਅੱਜ ਜਿਨ੍ਹਾਂ ਵਿੱਚੋਂ ਬਹੁਤੇ ਪ੍ਰਤੀਨਿਧ ਉਹ ਹੋਣਗੇ ਜਿਹੜੇ ਇੱਕ ਵਾਰ ਇਲੈਕਸ਼ਨ ਲੜੀ ਤੇ ਮੁੜ ਕੇ ਵਾਰ-ਵਾਰ ਉਹੀ ਇਲੈਕਸ਼ਨ ਲੜ ਰਹੇ ਨੇ, ਜਾਂ ਉਹਨਾਂ ਦਾ ਕੋਈ ਹੋਰ ਕਿਉਂਕਿ ਕੁਨਬਾ ਪ੍ਰਸਤੀ ਬਣ ਗਈ, ਜਾਂ ਉਹਨਾਂ ਦਾ ਕੋਈ ਬੱਚਾ ਲੜ ਰਿਹਾ, ਜਾਂ ਫਿਰ ਉਹਨਾਂ ਦੇ ਬੱਚੇ ਵੀ ਲੜ ਰਹੇ ਨੇ ਜੀ। ਉੱਥੇ ਪੀੜ੍ਹੀ ਦਰ ਪੀੜ੍ਹੀ ਜਿਸ ਤਰ੍ਹਾਂ ਮਹਾਰਾਜਿਆਂ ਵਾਲਾ ਕੰਮ ਚੱਲਦਾ ਹੁੰਦਾ ਸੀ, ਕਿਉਂਕਿ ਫੀਲਿੰਗ ਵੀ ਤਾਂ ਮਹਾਰਾਜਿਆਂ ਵਾਲੀ ਲੈਂਦੇ ਨੇ। ਬਿਲਕੁਲ ਠੀਕ ਹੈ। ਜੇ ਬਾਬਾ ਬਣ ਗਿਆ, ਦਾਦਾ ਬਣ ਗਿਆ, ਉਹਦਾ ਗਾਹਾਂ ਬੱਚਾ ਵੀ ਆ, ਉਹਦਾ ਗਾਹਾਂ ਬੱਚਾ ਵੀ ਆ, ਉਹਦਾ ਗਾਹਾਂ ਬੱਚਾ ਵੀ ਆ, ਕਈ 5-7 ਘਰਾਣੇ ਆ, ਸਾਰੇ ਪੂਰੇ ਭਾਰਤ ਵੀ ਰਾਜ ਉਹੀ ਕਰਦੇ ਆ ਰਹੇ ਨੇ। ਪੰਜਾਬ ਦੇ ਵਿੱਚ ਵੀ ਆ 2-4 ਪਰਿਵਾਰ ਹੀ ਆ, ਜਿਹਦਾ ਇੱਕ ਵਾਰੀ ਜਿਹਦੇ ਪੈਰ ਹੇਠ ਬਟੇਰਾ ਆ ਗਿਆ ਉਹ ਤਾਂ ਨਹੀਂ ਉੜਨ ਦਿੰਦਾ। ਦੂਜੀ ਗੱਲ, ਲੋਕਾਂ ਨੂੰ ਤਾਂ ਨੇੜੇ ਤਾਂ ਲਾਉਣ ਜੇ ਲੋਕਾਂ ਵਾਸਤੇ ਉਹ ਜਵਾਬਦੇਹ ਹੋਣ ਜੀ। ਇੱਕ ਵਾਰੀ ਚੋਣਾਂ ਜਿੱਤਣ ਤੋਂ ਬਾਅਦ ਨਾ ਕਿਸੇ ਪਿੰਡ ਆਉਂਦੇ ਆ, ਨਾ ਕਿਸੇ ਸ਼ਹਿਰ ਆਉਂਦੇ ਆ, ਪਰ ਇਹ ਗੱਲ ਜ਼ਰੂਰ ਦੇਖੀ ਜਾਂਦੀ ਹੈ ਕਿ ਪਿੰਡਾਂ ਦੇ ਲੋਕ, ਸ਼ਹਿਰਾਂ ਦੇ ਲੋਕ ਉਹਨਾਂ ਦੀਆਂ ਕੋਠੀਆਂ ਤੱਕ ਜ਼ਰੂਰ ਜਾਂਦੇ ਆ, ਕਿਉਂਕਿ ਉੱਥੇ ਉਹ ਜਿਹੜਾ ਅਸਲ ਦੇ ਵਿੱਚ ਕਾਨੂੰਨ ਆ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਜੀ। ਕਿਉਂਕਿ ਜੇ ਕਾਨੂੰਨ ਕੰਮ ਕਰਨ ਲੱਗ ਗਿਆ, ਫਿਰ ਚੁਣੇ ਹੋਏ ਵਿਧਾਇਕ ਦੀਆਂ ਸੰਸਦ ਮੈਂਬਰ ਦੀ ਪੁੱਛ ਪੜਤਾਲ ਕਿਵੇਂ ਹੋਊ। ਇੱਥੇ ਤੁਸੀਂ ਦੇਖਿਓ, ਤੁਸੀਂ ਹੁਣੀ ਜ਼ਿਕਰ ਕੀਤਾ ਕਿ ਉਸ ਪ੍ਰੋਟੈਸਟਰ ਨੇ ਤੁਹਾਨੂੰ ਦੱਸਿਆ ਕਿ ਇੱਥੋਂ ਦਾ ਜਿਹੜਾ ਮੁੱਖ ਮੰਤਰੀ ਜੇਸਨ ਕੈਨੀ ਉਹਨਾਂ ਨਾਲ ਖੜ ਕੇ ਗੱਲ ਕਰਕੇ ਗਿਆ। ਸਾਡੇ ਵਾਲਿਆਂ ਦੇ ਤਾਂ ਉੱਤੇ ਦੋਸ਼ ਇਹੀ ਲੱਗੀ ਜਾਂਦੇ ਨੇ, ਉਹ ਚੁਣੇ ਹੋਏ ਵਿਧਾਇਕਾਂ ਦੇ ਨਾਲ ਹੀ ਗੱਲ ਕਰਦੇ। ਜਦੋਂ ਕਿਤੇ ਕੋਈ ਰੌਲਾ ਪੈ ਜਾਏ, ਝਗੜਾ ਹੋ ਜਾਏ, ਫਿਰ ਕਿਤੇ ਭਾਈ ਉਹਨਾਂ ਨੂੰ ਰੋਟੀ ਤੇ ਸੱਦ ਲੈਂਦੇ ਆ, ਭਾਵੇਂ ਉਹ ਫਾਰਮ ਹਾਊਸ ਹੋਵੇ ਜਾਂ ਕੋਈ ਮਹਿਲ ਹੋਵੇ, ਉੱਥੇ ਸੱਦ ਕੇ ਮੈਨੂੰ ਲੱਗਦਾ ਉਹਨਾਂ ਦੀ ਸੁਣਦੇ ਕੋਈ ਨਹੀਂ ਹੋਣੇ ਜੀ, ਉਹਨਾਂ ਨੂੰ ਫੇਰ ਦੱਸਦੇ ਹੀ ਹੋਣਗੇ। ਜੇ ਇੱਥੇ ਇੱਕ ਪ੍ਰੋਟੈਸਟਰ ਨਾਲ ਖੜ ਕੇ ਮੁੱਖ ਮੰਤਰੀ ਗੱਲ ਕਰਦਾ ਤਾਂ ਇਹਦਾ ਮਤਲਬ ਸਾਨੂੰ ਇਹ ਸਮਝਣ ਦੀ ਜਾਂ ਵਿਚਾਰਨ ਦੀ ਜ਼ਰੂਰਤ ਹੈ ਕਿ ਉੱਥੇ ਵਾਲੇ ਮੁੱਖ ਮੰਤਰੀਆਂ ਵਾਂਗ ਇਹ 4 ਸਾਲਾਂ ਵਾਸਤੇ ਚੁਣੇ ਜਾਂਦੇ ਆ ਜੀ। ਪਿਛਲੇ ਸਾਲ 16 ਅਪ੍ਰੈਲ ਤੇ 2019 ਨੂੰ ਇੱਥੇ ਚੋਣ ਹੋਈ ਸੀ ਤੇ ਹੁਣ ਲਗਭਗ ਉਹਨਾਂ ਦਾ ਸਾਲ ਤੋਂ ਉੱਤੇ ਥੋੜਾ 1 ਸਾਲ ਕੁਝ ਮਹੀਨੇ ਲੰਘੇ ਆ ਜੀ। ਤੇ ਅਗਲੀ ਚੋਣ ਜਿਹੜੀ 31ਵੀਂ ਵਿਧਾਨ ਸਭਾ ਦੀ ਇਸ ਦੀ ਹੋਣੀ ਆ, ਕਿਉਂਕਿ 30ਵੀਂ ਵਿਧਾਨ ਸਭਾ ਦੀ ਚੁਣੀ ਹੋਈ ਸਰਕਾਰ ਅੰਦਰ ਚੱਲ ਰਹੀ ਹੈ ਜੀ। ਸਾਡੇ ਵਾਲਿਆਂ ਨੂੰ ਤਾਂ ਮੈਨੂੰ ਲੱਗਦਾ ਕਿ ਉਹ ਕਹਿੰਦੇ ਨੇ 5 ਸਾਲਾਂ ਵਾਸਤੇ ਅਸੀਂ ਉਸ ਰਾਜ ਭਾਗ ਦੇ ਮਾਲਕਾਂ, 5 ਸਾਲਾਂ ਦੇ ਵਿੱਚ ਸਾਡੇ ਤੋਂ ਕੋਈ ਜਵਾਬ ਤਲਬੀ ਨਹੀਂ ਜੀ। ਜਦੋਂ ਜਵਾਬ ਤਲਬੀ ਦਾ ਸਮਾਂ 5 ਸਾਲਾਂ ਬਾਅਦ ਆਉਂਦਾ, ਫਿਰ ਜਿਹੜੇ ਆ ਸਾਡੇ ਵਾਲੇ ਬੰਦੇ ਆ, ਇਹਨਾਂ ਦੇ ਉੱਤੇ ਕੋਈ ਇਧਰੋਂ ਪ੍ਰੈਸ਼ਰ, ਕੋਈ ਉਧਰੋਂ ਪ੍ਰੈਸ਼ਰ, ਕਦੇ ਕਿਸੇ ਚੇਅਰਮੈਨ ਨੇ ਆ ਕੇ ਦੱਬ ਲੈਣਾ, ਕਦੇ ਕਿਸੇ ਸਰਪੰਚ ਨੇ ਆ ਕੇ ਦੱਬ ਲੈਣਾ। ਜਿਹੜੇ ਦੱਬੇ ਨਹੀਂ ਜਾਂਦੇ ਉਹਨਾਂ ਵਾਸਤੇ ਪਦਾਰਥ ਬਹੁਤ ਨੇ ਦੱਬਣ ਲਈ। ਮੈਨੀਪਾਲ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ ਕਿ ਉੱਥੇ ਵੱਖਰੀ ਤਰ੍ਹਾਂ ਦਾ ਇੱਕ ਆਨੰਦ ਜਿਹਾ ਉਹ ਲਈ ਜਾਂਦੇ ਨੇ ਲੀਡਰ। ਲੋਕ ਕੀ ਕਰਦੇ ਆ, ਕੁਰਬਲ ਕਰਦੇ ਆ ਜਾਂ ਕੁਝ ਹੋਰ ਕਰਦੇ ਆ, ਉਹ ਹੁਣ ਲੋਕਾਂ ਨੂੰ ਪਤਾ ਹੋਊ। ਹੁਣ ਦੇਖੋ, ਹੋ ਸਕਦਾ ਕਿ ਬਹੁਤ ਸਾਰੇ ਸਵਾਲ ਜਿਹੜੇ ਇਦਾਂ ਦੇ ਵੀ ਸਾਹਮਣੇ ਆਉਣ ਕਿ ਭਾਈ ਉੱਥੇ ਕੀ ਕਰੀਏ, ਇਦਾਂ ਪ੍ਰੋਟੈਸਟ ਨਹੀਂ ਕਰ ਸਕਦੇ ਇਕੱਲੇ ਦੇ ਇਕੱਲੇ ਲੀਡਰ, ਤਾਂ ਉੱਥੇ 500 ਦੇ ਇਕੱਠ ਨੂੰ ਕੱਖ ਨਹੀਂ ਸਮਝਦੇ। ਗੱਲ ਤੁਹਾਡੀ ਠੀਕ ਹੈ, ਲੀਡਰਾਂ ਨੂੰ ਲੱਗਦਾ ਹੁੰਦਾ ਕਿ ਕੱਲ੍ਹ ਨੂੰ ਕੋਈ ਵੱਡੀ ਖਬਰ ਆ ਜੂਗੀ, ਇਹਨਾਂ ਨੇ ਕਿਹਦੀ ਸੁਣਨੀ ਹੈ। ਸਫਾਈ ਕਰਮਚਾਰੀ ਕਿਤੇ ਬੈਠੇ ਆ, ਆਂਗਨਵਾੜੀ ਵਾਲੇ ਕਿਤੇ ਬੈਠੇ ਆ, ਕੱਚੇ ਅਧਿਆਪਕ ਕਿਤੇ ਬੈਠੇ ਆ, ਬੇਰੁਜ਼ਗਾਰ ਕਿਤੇ ਬੈਠੇ ਆ, ਸਫਾਈ ਮਹਿਕਮੇ ਦੇ ਕਿਤੇ ਬੈਠੇ ਆ। ਸਾਰੀਆਂ ਗੱਲਾਂ ਠੀਕ ਨੇ ਕਿ ਸਾਡੇ ਲੀਡਰ ਥੋੜ੍ਹਾ ਜਿਹਾ ਬੋਲੇ ਹੋ ਗਏ, ਸਾਡੇ ਲੀਡਰ ਜਿਹੜੇ ਆ ਗੱਲਾਂ ਸੁਣਨੀਆਂ ਹਟ ਗਏ, ਪਰ ਕਿਤੇ ਨਾ ਕਿਤੇ ਹਿਸਾਬ ਕਿਤਾਬ ਜਿਹਾ ਲਾਉਣਾ ਪਊਗਾ। ਬੈਨੀਪਾਲ ਸਾਹਿਬ, ਮੈਨੂੰ ਨਾ ਇੱਕ ਗੱਲ ਬੜੀ ਅਜੀਬ ਲੱਗਦੀ ਸੀ ਜੀ। ਉਹ ਗੱਲ ਕੀ ਅਜੀਬ ਲੱਗਦੀ ਸੀ, ਇੱਥੇ ਬੰਦਾ ਪ੍ਰੋਟੈਸਟ ਕਰਨ ਨੂੰ ਬੈਠਾ, 1.5 ਘੰਟਾ ਤਾਂ ਆਪਾਂ ਨੂੰ ਦੇਖਦਿਆਂ ਨੂੰ ਹੋ ਗਿਆ ਜੀ। ਉਹ ਇਕੱਲਾ ਬੰਦਾ ਬੈਠਾ ਬੜੇ ਸ਼ਾਂਤਮਈ ਢੰਗ ਨਾਲ ਉਹ ਲੋਕਾਂ ਨੂੰ ਕਹਿੰਦਾ ਹੈ ਕਿ ਭਾਈ ਆ ਦੇਖੋ, ਆਣ ਕੇ ਪੜ੍ਹ ਲਓ, ਮੇਰਾ ਪ੍ਰੋਟੈਸਟ ਆ, ਮੇਰੇ ਨਾਲ ਸਹਿਮਤੀ ਦਾ ਰੌਲਾ ਨਹੀਂ। ਪਰ ਉੱਥੇ ਕਈ ਵਾਰੀ ਸਿਆਸੀ ਪ੍ਰੋਟੈਸਟ ਹੁੰਦੇ ਆ ਪੰਜਾਬ 'ਚ। ਉਹ ਕੀ ਹੁੰਦੇ ਆ,
ਪਹਿਲਾਂ ਉਹਨਾਂ ਨੇ ਕੱਲੇ ਪੱਤਰਕਾਰ ਨੂੰ ਫੋਨ ਕਰਨਾ, ਉਹ ਆਇਓ ਜੀ ਉੱਥੇ 12 ਕੁ ਵਜੇ ਨਾ ਪੁਤਲਾ ਫੂਕਣਾ, ਫੂਕ ਲਿਓ ਕੋਈ ਗੱਲ ਨਹੀਂ। ਫਿਰ ਜਦੋਂ ਪੱਤਰਕਾਰ ਇਕੱਠੇ ਹੋ ਜਾਣਗੇ ਬਾਅਦ 'ਚ ਨਾ ਤੁਸੀਂ ਫਿਰ ਚਾਹ ਪੀ ਕੇ ਜਾਣਾ। ਹੁਣ ਪੁਤਲਾ ਫੂਕਣ ਲੱਗੇ ਵੀ ਪ੍ਰੋਟੈਸਟ ਨਹੀਂ ਕਰਨਾ, ਪੁਤਲਾ ਫੂਕਣ ਲੱਗੇ ਦੀਆਂ, ਅੱਗ ਲਾਉਣ ਲੱਗੇ ਦੀਆਂ ਫੋਟੋ ਖਿਚਾਉਣੀਆਂ। ਵਾਤਾਵਰਣ ਪ੍ਰੇਮੀ ਵੀ ਨੇ ਨਾ। ਹਾਂ, ਵਾਤਾਵਰਣ ਪ੍ਰੇਮੀ ਵੀ ਨੇ। ਹੁਣ 20 ਜਣੇ ਖੜੇ ਆ, ਪੁਤਲੇ ਨੂੰ ਅੱਗ ਲਾਈ, ਉੱਥੇ ਪੱਤਰਕਾਰ ਵੀ ਕਹਿਣਗੇ ਇੱਕ ਮਿੰਟ, ਜਦੋਂ ਅਸੀਂ ਕਹਾਂਗੇ ਪੁਤਲੇ ਨੂੰ ਅੱਗ ਉਦੋਂ ਲਾਇਓ। ਮਸਲਾ ਪੱਤਰਕਾਰ ਭਾਈਚਾਰੇ ਨੂੰ ਵੀ ਸਮਝਣਾ ਚਾਹੀਦਾ ਕਿ ਤੁਸੀਂ ਅੱਗ ਨਹੀਂ ਲਵਾਉਣੀ, ਤੁਸੀਂ ਜੇ ਅੱਗ ਉਹਨਾਂ ਨੇ ਪੁਤਲੇ ਨੂੰ ਲਾਉਣੀ ਆ, ਤੁਸੀਂ ਉਹ ਸਾਰੀ ਅੱਗ ਪੁਤਲੇ ਨੂੰ ਨਹੀਂ ਲਵਾਉਣੀ ਕਹਿੰਦੇ ਜਾਂ ਵੈਸੇ? ਨਹੀਂ ਪੁਤਲੇ ਅੱਗ ਲਵਾਉਣ ਦਾ ਕੰਮ ਨਹੀਂ ਮਾਰੇ, ਮੈਂ ਪੁਤਲੇ ਨੂੰ ਹੀ ਕਹਿਣਾ ਕਿ ਤੁਸੀਂ ਜੇ ਉਹਨਾਂ ਨੇ ਪੁਤਲਾ ਸਾੜ ਰਹੇ ਆ ਨਾ, ਤੁਸੀਂ ਉਹਦੀ ਕਵਰੇਜ ਕਰ ਲਓ। ਇਸ ਗੱਲ ਦੇ ਨਾਲ ਕੋਈ ਮਤਲਬ ਨਹੀਂ ਕਿ ਕਿਹੜੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਜਾਂ ਕਿਹੜੀ ਜਥੇਬੰਦੀ ਦਾ ਕੌਣ ਬੰਦਾ ਪੁਤਲੇ ਨੂੰ ਅੱਗ ਲਾ ਰਿਹਾ। ਮਸਲਾ ਤਾਂ ਮੁੱਦਾ ਗਾਇਬ ਹੈ, ਵਿਅਕਤੀ ਵਿਸ਼ੇਸ਼ ਉੱਪਰ ਹੈ, ਭਾਵੇਂ ਸਿਆਸੀ ਪਾਰਟੀਆਂ ਨੇ, ਭਾਵੇਂ ਉਹ ਕੋਈ ਜਥੇਬੰਦੀ ਹੈ। ਜਦੋਂ ਤੱਕ ਅਸੀਂ ਇਹ ਗੱਲ ਨਹੀਂ ਕਹਾਂਗੇ, ਹੁਣ ਦੇਖੋ ਮੈਂ ਕਈ ਵਾਰੀ ਸੋਚਦਾ ਹੁੰਨਾ ਕਿ ਇੱਕ ਵੀਡੀਓ ਬਣਾਈ ਜਾਵੇ ਜੀ, 10 ਮਿੰਟ ਦੀ ਖੇਡ ਹੁੰਦੀ ਆ ਪੁਤਲਾ ਸਾੜਨ ਦੀ, ਕਿ ਪੁਤਲਾ ਸਾੜਨ ਤੋਂ ਪਹਿਲਾਂ ਜਦੋਂ ਸਾਰੇ ਬੰਦੇ ਉੱਥੇ ਆਉਂਦੇ ਆ, ਸਿਆਸੀ ਲੀਡਰਾਂ ਦੀ ਖਾਸ ਤੌਰ ਤੇ, ਉਦੋਂ ਕੀ ਮਾਹੌਲ ਹੈ, ਬਾਅਦ ਵਿੱਚ ਪੱਤਰਕਾਰ ਭਾਈਚਾਰਾ ਆ ਜਾਂਦਾ ਜਾਂ ਉਹਨਾਂ ਦੇ ਆਪਣੇ ਫੋਟੋਗ੍ਰਾਫਰ ਹੁੰਦੇ ਆ, ਉਦੋਂ ਕੀ ਮਾਹੌਲ ਹੁੰਦਾ। 1 ਮਿੰਟ ਜੀ ਤੁਸੀਂ ਐਨੂੰ ਖੜੇ, ਇਹ ਭਾਜੀ ਤੁਹਾਡੀ ਫੋਟੋ ਨਹੀਂ ਆਣੀ, ਤੁਸੀਂ ਥੋੜ੍ਹਾ ਜਿਹਾ ਖੱਬੇ ਨੂੰ ਹੋਇਓ, ਤੁਸੀਂ ਥੋੜ੍ਹਾ ਜਿਹਾ ਸੱਜੇ ਨੂੰ ਹੋਇਓ। ਬਾਅਦ ਵਿੱਚ ਜਦੋਂ ਪੁਤਲੇ ਨੂੰ ਅੱਗ ਲੱਗ ਜਾਂਦੀ ਹੈ, ਫੋਟੋ ਖਿਚਾਈਆਂ ਜਾਂਦੀਆਂ, ਸਾਰੇ ਜਣੇ ਮਿੰਟਾਂ ਪੰਜਾਂ ਦੇ ਵਿੱਚ ਹੀ ਪਤਰਾ ਵੱਜ ਜਾਂਦੇ ਆ ਕਿ ਜਿੱਥੇ ਹੁਣ ਚਾਹ ਪੀਣੀ ਆ ਉੱਥੇ ਚੱਲਦੇ ਆ। ਕਈ ਵਾਰੀ ਲੱਗਦਾ ਹੁੰਦਾ ਕਿ ਪ੍ਰੋਟੈਸਟ ਕਰਨ ਵਾਲਿਆਂ ਦਾ ਵੀ ਹਾਲ ਜਿਹੜਾ ਥੋੜ੍ਹਾ ਜਿਹਾ ਔਖਾ ਹੋ ਗਿਆ। ਹਾਂ, ਜਿਹੜੇ ਬੰਦੇ ਵਿਚਾਰੇ ਸੱਚੀ ਪ੍ਰੋਟੈਸਟ ਕਰਦੇ ਆ, ਲੋਕ ਹਿੱਤਾਂ ਦੇ ਲਈ ਜੂਝਦੇ ਆ, ਉਹਨਾਂ ਦੀ ਗੱਲ ਵੱਖਰੀ ਆ। ਹੁਣ ਇੱਕ ਸਵਾਲ ਤੁਹਾਡੇ ਲਈ ਹੈ, ਇੱਥੇ ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਜੇ ਕੋਈ ਆਪਣੇ MP ਜਾਂ MLA ਨੂੰ ਟੈਲੀਫੋਨ ਕਰਦਾ ਹੈ, ਈਮੇਲ ਕਰਦਾ ਹੈ, ਉਹਨੂੰ ਕਿਸੇ ਨਾ ਕਿਸੇ ਤਰੀਕੇ ਦਾ ਲਿਖਤੀ ਕੋਈ ਸੁਨੇਹਾ ਭੇਜਦਾ, ਤੇ ਉਸ ਸਾਰੀ ਸਥਿਤੀ ਦੇ ਵਿੱਚ ਉਹਨੂੰ ਉੱਤਰ ਮਿਲਦਾ ਜ਼ਰੂਰ ਹੈ, ਆਨਸਰ ਮਿਲਦਾ ਜ਼ਰੂਰ ਹੈ, ਨਹੀਂ ਤਾਂ ਅਗਲੀ ਵਾਰੀ ਅਗਲੇ ਪੁੱਛ ਲੈਂਦੇ ਆ। ਭਾਰਤ ਦੇ ਵਿੱਚ ਬੈਠੇ ਹੋ, ਪੰਜਾਬ 'ਚ ਬੈਠੇ ਹੋ, ਤੁਹਾਡਾ ਆਪਣੇ ਵਿਧਾਇਕ ਤੱਕ, ਆਪਣੇ ਮੈਂਬਰ ਪਾਰਲੀਮੈਂਟ ਤੱਕ, ਆਪਣੇ ਮਾਣਮੱਤੇ ਸੰਸਦ ਮੈਂਬਰ ਤੱਕ ਪਹੁੰਚਣਾ ਕਿੰਨਾ ਕੁ ਸੌਖਾ ਹੈ? ਕੀ ਤੁਹਾਨੂੰ ਉਹਦੇ ਘਰ ਦਾ ਪਤਾ ਹੈ? ਕੀ ਤੁਹਾਨੂੰ ਉਹਦੇ ਮੋਬਾਈਲ ਨੰਬਰ ਦਾ ਪਤਾ ਹੈ? ਕੀ ਤੁਹਾਨੂੰ ਉਹਦੇ ਦਫ਼ਤਰ ਦੇ ਲੈਂਡਲਾਈਨ ਨੰਬਰ ਦਾ ਪਤਾ ਹੈ? ਜੇ ਕਦੇ ਟਰਾਈ ਕੀਤੀ ਹੈ, ਕੋਸ਼ਿਸ਼ ਕੀਤੀ ਹੈ, ਯਤਨ ਕੀਤੀ ਹੈ, ਤਾਂ ਕੀ ਕਿਸੇ ਨੇ ਉਹਦਾ ਟੈਲੀਫੋਨ ਤੁਹਾਡਾ ਚੱਕਿਆ ਹੈ? ਆਪਾਂ ਜ਼ਰੂਰੀ ਨਹੀਂ ਕਹਿੰਦੇ ਕਿ MLA MP ਹਰ ਇੱਕ ਬੰਦੇ ਦਾ ਟੈਲੀਫੋਨ ਚੱਕੇ, ਪਰ ਜੇ ਉਹਦੇ ਅਸਿਸਟੈਂਟ ਨੇ ਵੀ ਚੱਕਿਆ, ਜਿਹਦੀ ਤਨਖਾਹ ਸਰਕਾਰ ਦਿੰਦੀ ਹੈ, ਕੀ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਕਦੇ ਮਿਲਿਆ? ਕੀ ਤੁਹਾਨੂੰ ਦੁਬਾਰਾ ਕਦੇ ਉੱਤਰ ਮਿਲਿਆ ਕਿ ਭਾਈ ਇਹਦੇ ਬਾਬਤ ਤੁਸੀਂ ਪੁੱਛਿਆ ਸੀ? ਜੇ ਜੈਨੂਅਨ ਸਵਾਲ ਹੈ, ਜੇ ਤਰਕ ਦੇ ਉੱਤੇ ਆਧਾਰਿਤ ਹੈ, ਜੇ ਉਹਦੇ ਪਿੱਛੇ ਕੋਈ ਲੌਜਿਕ ਹੈਗਾ, ਤੇ ਜੇ ਤੁਹਾਡੀ ਈਮੇਲ ਦਾ ਜਵਾਬ ਵੀ ਨਹੀਂ ਆਉਂਦਾ, ਜੇ ਤੁਹਾਡੇ ਟੈਲੀਫੋਨ ਦਾ ਜਵਾਬ ਵੀ ਨਹੀਂ ਆਉਂਦਾ, ਜੇ ਤੁਹਾਡੇ ਦੁਆਰਾ ਚੁੱਕੇ ਗਏ ਮੁੱਦੇ ਨੂੰ ਅਗਲਾ ਜਾ ਕੇ ਵਿਧਾਨ ਸਭਾ ਦੇ ਵਿੱਚ ਚੁੱਕਦਾ ਹੀ ਨਹੀਂ, ਉੱਥੇ ਜਾ ਕੇ ਸਵਾਲ ਪੁੱਛਦਾ ਹੀ ਨਹੀਂ, ਉੱਥੇ ਜਾ ਕੇ ਬਹਿਸ 'ਚ ਹਿੱਸਾ ਲੈਂਦਾ ਹੀ ਨਹੀਂ, ਉੱਥੇ ਜਾ ਕੇ ਠੀਕ ਠਾਕ ਜਿਹੀਆਂ ਚੰਗੀਆਂ ਮੰਦੀਆਂ ਜਿੱਦਾਂ ਦੀਆਂ ਵੀ ਹੋ ਰਹੀਆਂ ਉਹ ਵੀਡੀਓ ਦੇਖਦੇ ਰਹਿੰਦੇ ਨੇ, ਇਹਦਾ ਮਤਲਬ ਹੈ ਕਿ ਉਹ ਤੁਹਾਡੇ ਪ੍ਰਤੀਨਿਧ ਨਹੀਂ ਹੋ ਸਕਦੇ। ਤੁਸੀਂ ਜੇ ਅੱਜ ਤੱਕ ਕਿਸੇ ਵਿਧਾਨ ਸਭਾ ਦੇ ਮੈਂਬਰ ਤੱਕ ਅਪਰੋਚ ਕਰਨ ਦਾ ਯਤਨ ਕੀਤਾ ਹੈ, ਦੱਸਿਓ ਜ਼ਰੂਰ ਤੁਸੀਂ ਪੰਜਾਬ ਦੇ ਕਿਹੜੇ ਹਿੱਸੇ ਦੇ ਵਿੱਚੋਂ ਵੇਖ ਰਹੇ ਹੋ, ਕਿਹੜੇ ਵਿਧਾਨ ਸਭਾ ਹਲਕੇ ਦੇ ਨਾਲ ਸੰਬੰਧ ਰੱਖਦੇ ਹੋ, ਉੱਥੋਂ ਦੇ ਵਿਧਾਇਕ ਭਾਵੇਂ ਮੌਜੂਦਾ ਨੇ ਭਾਵੇਂ ਸਾਬਕਾ ਨੇ, ਉੱਥੋਂ ਦੇ ਮੈਂਬਰ ਪਾਰਲੀਮੈਂਟ ਵੀ ਭਾਵੇਂ ਮੌਜੂਦਾ ਨੇ ਤੇ ਭਾਵੇਂ ਸਾਬਕਾ ਨੇ, ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀਤਾ ਗਿਆ ਯਤਨ ਕਿੰਨਾ ਕੁ ਸਫਲ ਰਿਹਾ। ਹਾਂ, ਤੁਸੀਂ ਕਿਸੇ ਸਥਾਨਕ ਲੀਡਰ ਨੂੰ ਨਾਲ ਲੈ ਕੇ ਤੁਰ ਪਏ ਹੋਵੋ, ਫਿਰ ਤਾਂ ਅਗਲਾ ਬੰਦਾ ਗੱਲ ਕਰੂਗਾ ਹੀ। ਤੇ ਮੈਂ ਕਹਿੰਦਾ ਕਿ ਇੱਥੋਂ ਵੀ ਪੁੱਛ ਲੈਂਦੇ ਆ, ਕਿਉਂਕਿ ਐਤਕੀ ਜਦੋਂ ਦਾ COVID-19 ਸ਼ੁਰੂ ਹੋਇਆ, ਜਦੋਂ ਦਾ ਕਰੋਨਾ ਵਾਇਰਸ ਵਾਲਾ ਮਸਲਾ ਸ਼ੁਰੂ ਹੋਇਆ, ਵੱਡੇ ਪੱਛਮੀ ਮੁਲਕਾਂ ਦੀਆਂ ਚੂਲਾਂ ਵੀ ਹਿੱਲੀਆਂ। ਉੱਥੋਂ ਦੇ ਵੀ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਸੀ ਜੀ, ਪਹਿਲਾਂ ਤਾਂ ਸਾਡੇ ਕੋਲੋਂ ਵੋਟਾਂ ਮੰਗਦੇ ਸੀ, ਹੁਣ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ। ਹੁਣ ਇੱਥੇ ਤੁਹਾਨੂੰ ਕਿੰਨਿਆਂ ਟਿਕਟ ਨਹੀਂ ਲੈ ਕੇ ਦੇਣੀ ਇਹਨਾਂ ਨੇ, ਉਹਦਾ ਇੱਕ ਪ੍ਰੋਸੀਜਰ ਹੈ ਕਿ ਭਾਈ ਕਿਸੇ ਦੀ ਟਿਕਟ ਲੈ ਕੇ ਦਿੱਤੀ ਜਾਂ ਕਿਸੇ ਦੀ ਨਹੀਂ, ਤੁਸੀਂ ਪ੍ਰੋਸੀਜਰ ਆਪਣਾ ਅਡਾਪਟ ਕਰਨਾ ਹੈ। ਪਰ ਕੀ ਤੁਹਾਨੂੰ ਇਸ ਨਾਜ਼ੁਕ ਮੌਕੇ ਤੇ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਤੋਂ ਠੀਕ ਸਪੋਰਟ, ਠੀਕ ਸਹਾਇਤਾ ਮਿਲੀ ਹੈ ਜਾਂ ਨਹੀਂ? ਬਾਟ ਸਾਹਿਬ, ਕਈ ਕਮਜ਼ੋਰੀਆਂ ਸਾਡੇ ਵਿੱਚ ਹੁੰਦੀਆਂ ਨੇ, ਕਈ ਸਾਡੇ ਚੁਣੇ ਹੋਏ ਨੇਤਾਵਾਂ ਦੇ ਵਿੱਚ ਜਿਹੜੀ ਸਾਡੀ ਆਵਾਜ਼ ਬਣਦੇ ਨੇ ਉਹਨਾਂ 'ਚ ਹੁੰਦੀਆਂ ਨੇ ਜੀ। ਪਹਿਲੀ ਗੱਲ ਤੁਸੀਂ ਜ਼ਿਕਰ ਕੀਤਾ ਕਿ ਸਰਕਾਰ ਇਹਨਾਂ ਨੂੰ ਤਨਖਾਹ ਦਿੰਦੀ ਹੈ, ਸਰਕਾਰ ਤਨਖਾਹ ਨਹੀਂ ਦਿੰਦੀ ਜੀ। ਨਹੀਂ, ਸਾਡੇ ਉੱਥੇ ਦਿੰਦੀ ਹੈ। ਉੱਥੇ ਸਰਕਾਰ ਵੀ ਉਹਦੀ ਵੀ ਉਹ ਸਰਕਾਰ ਦੀ ਨਹੀਂ, ਸਰਕਾਰ ਕਰਜ਼ਾ ਲੈ ਦਿੰਦੀ ਹੈ। ਉਹ ਜਿਹੜੀ ਤਨਖਾਹ ਵਿਧਾਇਕਾਂ ਨੂੰ ਮਿਲਦੀ ਹੈ ਉਹ ਤਨਖਾਹ ਤੁਸੀਂ ਦਿੰਦੇ ਹੋ, ਉਹ ਆਮ ਲੋਕਾਂ ਦੀ ਹੈ। ਇੱਥੇ ਪੈਰ ਤੇ ਇਹ ਗੱਲ ਆ, ਭਾਵੇਂ ਖਰਚਾ ਸਰਕਾਰ ਛੋਟਾ ਕਰ ਦੇਵੇ ਜੀ, ਭਾਵੇਂ ਸਰਕਾਰ ਖਰਚਾ ਵੱਡਾ ਕਰ ਲਵੇ, ਹਮੇਸ਼ਾ ਉਹਨਾਂ ਨੂੰ ਕਚਹਿਰੀ ਵਿੱਚ ਖੜਾਇਆ ਜਾਂਦਾ, ਕਟਹਿਰੇ ਵਿੱਚ ਖੜਾ ਲਿਆ ਜਾਂਦਾ। ਭਾਈ ਟੈਕਸ ਪੇਅਰ ਦਾ ਪੈਸਾ ਹੈ, ਇਹ ਤੁਸੀਂ ਅਜਾਈਂ ਕਿਉਂ ਗਵਾ ਰਹੇ ਹੋ? ਉੱਥੇ ਭਾਵੇਂ ਉਹ ਸਰਕਾਰੀ ਖਜ਼ਾਨੇ 'ਚੋਂ ਤਨਖਾਹ ਆਉਂਦੀ ਹੈ, ਪਰ ਇਹ ਕਦਾਚਿਤ ਨਾ ਭੁੱਲੋ ਕਿ ਉਹ ਤਨਖਾਹ ਟੈਕਸ ਦੇ ਰੂਪ ਵਿੱਚ ਪੰਜਾਬ ਦੇ ਲੋਕ ਦਿੰਦੇ ਨੇ। ਜੇ ਕਿਸੇ ਹੋਰ ਸੂਬੇ 'ਚ ਵੇਖ ਰਹੇ ਹੋ ਤਾਂ ਹੋਰ ਸੂਬੇ ਦੇ ਲੋਕ ਦਿੰਦੇ ਨੇ। ਸਰਕਾਰ ਦਾ ਉਹ ਪੈਸਾ ਬਿਲਕੁਲ ਨਹੀਂ, ਜਿੰਨੀ ਦੇਰ ਅਸੀਂ ਆਪਣੇ ਦਿਮਾਗ ਦੇ ਵਿੱਚੋਂ ਇਹ ਗੱਲ ਨਹੀਂ ਕੱਢਾਂਗੇ। ਕਈ ਵਾਰੀ ਲੋਕ ਸਰਕਾਰੀ ਬੱਸਾਂ ਸਾੜ ਦਿੰਦੇ ਆ, ਸਰਕਾਰੀ ਸਕੂਲ ਆ ਜਾਂ ਸਰਕਾਰੀ ਕੋਈ ਬਿਲਡਿੰਗ ਆ ਉਹਦੀ ਤੋੜ ਭੰਨ ਕਰਦੇ ਆ,
ਪਰ ਉਹਦੀ ਭਰਪਾਈ ਜਿਹੜੀ ਹੁੰਦੀ ਹੈ, ਦੁਬਾਰਾ ਬੱਸਾਂ ਫੇਰ ਖਰੀਦੀਆਂ ਜਾਂਦੀਆਂ ਨੇ, ਉਹਨਾਂ ਦੀ ਰਿਪੇਅਰ ਕਰਵਾਈ ਜਾਂਦੀ ਹੈ, ਉਹ ਸਾਡੇ ਪੈਸੇ ਨਾਲ ਹੁੰਦੀ ਹੈ, ਕਿਉਂਕਿ ਸਾਡੇ ਕੋਲੋਂ ਵਸੂਲਿਆ ਪੈਸਾ ਉਹਨਾਂ ਉੱਤੇ ਖਰਚਿਆ ਜਾਂਦਾ ਹੈ। ਪਹਿਲੀ ਗੱਲ ਕਿ ਉਹ ਸਰਕਾਰ ਦਾ ਪੈਸਾ ਨਹੀਂ, ਪੈਸਾ ਤੁਹਾਡਾ। ਦੂਸਰੀ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਉਹਨਾਂ ਕੋਲ ਜਾਣ ਦਾ ਮੌਕਾ ਮਿਲਿਆ, ਤੁਹਾਡੀ ਗੱਲ ਸੁਣੀ। ਸਾਨੂੰ ਜਾਣ ਦਾ ਮੌਕਾ ਕਿਉਂ ਮਿਲੇ? ਉਹਨਾਂ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਮੇਰੇ ਹਲਕੇ 'ਚ 85 ਪਿੰਡ ਨੇ ਜਾਂ ਮੇਰੇ ਹਲਕੇ 'ਚ 100 ਪਿੰਡ ਹੈ, ਸਾਲ ਦੇ ਵਿੱਚ ਭਲਾ ਕਿੰਨਾ ਕੁ ਸਮਾਂ ਲੱਗਦਾ ਹੈ। ਜੇ ਉਹ ਚਾਹਣ ਕਿ ਤੁਹਾਡੀ ਆਵਾਜ਼ ਹੈ, ਤੁਹਾਡੀ ਆਵਾਜ਼ ਤਾਂ ਤਦ ਹੀ ਜਾ ਕੇ ਬੁਲੰਦ ਕਰਨਗੇ ਜੇਕਰ ਤੁਹਾਡੇ ਨਾਲ ਜੁੜੇ ਰਹਿਣਗੇ, ਜੇਕਰ ਤੁਹਾਡੇ ਨਾਲ ਕਿ ਉਹ ਗੱਲਬਾਤ ਕਰਨਗੇ। ਹੁਣ ਤੁਹਾਨੂੰ ਕਾਰ ਚੱਕ ਕੇ, ਸਕੂਟਰ, ਮੋਟਰਸਾਈਕਲ ਚੱਕ ਕੇ ਇੱਕ ਵਿਧਾਇਕ ਜਾਂ ਸੰਸਦ ਦੇ ਕਿਉਂ ਜਾਣਾ ਪਵੇ? ਕਿਉਂਕਿ ਵੋਟਾਂ ਲੈਣ ਵਾਸਤੇ ਤੁਹਾਡੇ ਕੋਲ ਉਹ ਆਉਂਦੇ ਰਹੇ। ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾਣਾ ਹੈ, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਾਣਾ ਹੈ। ਉੱਥੇ ਬੈਠ ਕੇ ਕਾਨੂੰਨ ਕਿਵੇਂ ਬਣਾਉਣਗੇ ਜੇਕਰ ਉਹਨਾਂ ਨੂੰ ਆਪਣੇ ਹਲਕੇ ਦੀਆਂ ਸਮੱਸਿਆਵਾਂ ਦਾ ਜ਼ਿਕਰ ਨਹੀਂ? ਸੋ ਹਲਕੇ ਦੀਆਂ ਸਮੱਸਿਆਵਾਂ ਦਾ ਜ਼ਿਕਰ ਸਾਨੂੰ ਕਰਨਾ ਪਏਗਾ। ਉਹ ਜਿਹੜਾ ਪੈਸਾ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ, ਪਹਿਲੀ ਗੱਲ ਤੇ ਟੈਕਸ ਪੇਅਰ ਦਾ ਪੈਸਾ, ਤੁਹਾਡਾ ਪੈਸਾ। ਸਰਕਾਰਾਂ ਸਿਰਫ ਉਹਨਾਂ ਨੂੰ ਆਪਣੇ ਤਰੀਕੇ ਨਾਲ ਮੈਨੇਜ ਕਰਦੀਆਂ ਨੇ, ਆਮ ਲੋਕਾਂ ਤੱਕ ਦਿੰਦੀਆਂ ਨੇ ਤਨਖਾਹ ਦੇ ਰੂਪ ਵਿੱਚ। ਜਦੋਂ ਉਹ ਤਨਖਾਹ ਇਸ ਗੱਲ ਦੀ ਲੈਂਦੀਆਂ ਨੇ ਕਿ ਤੁਹਾਡੀ ਉਹ ਨੁਮਾਇੰਦਗੀ ਕਰ ਰਹੇ ਨੇ। ਸੋ ਤੁਹਾਡੀ ਨੁਮਾਇੰਦਗੀ ਤਾਂ ਹੋਏਗੀ ਜੇਕਰ ਤੁਹਾਡੇ ਕਿਹੜੀਆਂ ਲੋੜਾਂ ਨੇ, ਜੇ ਤੁਹਾਡੇ ਨਾਲ ਆ ਕੇ ਉਹ ਰਾਬਤਾ ਕਾਇਮ ਕਰਨਗੇ। ਦੂਸਰੀ ਗੱਲ, ਪਾਠ ਸਾਹਿਬ ਇੱਥੇ ਵੀ ਸਮੱਸਿਆ ਬਹੁਤ ਹੈ। ਕਈ ਵਾਰੀ ਲੋਕ ਫੋਨ ਕਰਨਗੇ, ਸਾਡੇ ਜੀ ਬੱਸ ਨਹੀਂ ਆਉਂਦੀ, ਸਾਡੇ ਜੀ ਆਹ ਕੰਮ ਨਹੀਂ ਹੁੰਦਾ। ਉਹਨਾਂ ਨੂੰ ਪੁੱਛੀਦਾ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਅਧਿਕਾਰ ਖੇਤਰ ਕਿਹਦਾ? ਸਿਟੀ ਦੀ ਚੋਣ ਹੋਊਗੀ, ਸਿਟੀ ਦੀ ਕਈ ਵਾਰੀ ਚੋਣ ਲੜਨ ਵਾਲਾ ਕਹੂਗਾ ਜੀ ਮੈਂ ਇੱਥੇ ਇੱਕ ਏਅਰਪੋਰਟ ਹੋਰ ਬਣਾ ਦੂੰਗਾ, ਜਦੋਂ ਕਿ ਉਹ ਸਿਟੀ ਦੇ ਅਧਿਕਾਰ ਖੇਤਰ 'ਤੇ ਨਹੀਂ ਜੀ। ਕਈ ਕਹਿਣਗੇ ਜੀ ਸਰੀ 'ਚ ਹਸਪਤਾਲ ਨਹੀਂ ਬਣਦਾ, ਅਸੀਂ ਮੈਂਬਰ ਪਾਰਲੀਮੈਂਟ ਕੋਲ ਚੱਲੇ ਹਾਂ। ਉਹ ਮੈਂਬਰ ਪਾਰਲੀਮੈਂਟ ਦਾ ਅਧਿਕਾਰ ਖੇਤਰ ਹੀ ਨਹੀਂ। ਕਈ ਲੋਕਾਂ ਨੂੰ ਇਸ ਗੱਲ ਦੇ ਬਾਬਤ ਜਾਣਕਾਰੀ ਨਹੀਂ ਹੁੰਦੀ, ਪਰ ਜੇ ਜਾਣਕਾਰੀ ਨਹੀਂ ਤਾਂ ਕਿਸੇ ਆਂਢੀ ਗੁਆਂਢੀ ਤੋਂ ਪੁੱਛ ਲੈਣੀ ਚਾਹੀਦੀ ਹੈ, ਗੂਗਲ ਕਰ ਲੈਣੀ ਚਾਹੀਦੀ ਹੈ, ਸਰਚ ਕਰ ਲੈਣੀ ਚਾਹੀਦੀ ਹੈ ਕਿ ਕੌਂਸਲਰ ਦਾ, ਮੇਅਰ ਦਾ ਅਧਿਕਾਰ ਖੇਤਰ ਕੀ ਹੈ ਜੀ, ਸਰਪੰਚ ਦਾ ਅਧਿਕਾਰ ਖੇਤਰ ਕੀ ਹੈ, ਸਾਡੇ MLA ਦਾ, ਵਿਧਾਇਕ ਦਾ ਅਧਿਕਾਰ ਖੇਤਰ ਕੀ ਹੈ, ਸਾਡੇ ਮੈਂਬਰ ਪਾਰਲੀਮੈਂਟ ਦਾ, ਸਾਡੇ ਸੰਸਦ ਮੈਂਬਰ ਦਾ ਅਧਿਕਾਰ ਖੇਤਰ ਕੀ ਹੈ। ਕਿਉਂਕਿ ਮੰਗ ਤਾਂ ਅਸੀਂ ਫੇਰ ਹੀ ਕਰ ਸਕਾਂਗੇ ਨਾ। ਜੇ ਹੁਣ ਸਾਨੂੰ ਇਹੀ ਨਾ ਪਤਾ ਹੋਵੇ ਕਿ ਭਾਈ ਇਹਦੇ ਵਿੱਚ ਜੇ ਮਿੱਠਾ ਕਰਨਾ ਤਾਂ ਖੰਡ ਪਾਉਣੀ ਹੈ ਕਿ ਲੂਣ ਪਾਉਣਾ ਜੀ। ਸੋ ਸਾਨੂੰ ਉਹਨਾਂ ਚੀਜ਼ਾਂ ਦੀ ਜ਼ਰੂਰ ਗਿਆਨ ਹੋਣਾ ਚਾਹੀਦਾ, ਫੇਰ ਹੀ ਸਵਾਲ ਕਰ ਸਕਦੇ ਹਾਂ। ਬਿਲਕੁਲ ਬੈਨੀਪਾਲ ਸਾਹਿਬ, ਕਈ ਨਾ ਛੋਟੀਆਂ ਗੱਲਾਂ ਨੇ, ਸਾਨੂੰ ਨਾ ਸਮਝ ਨਹੀਂ ਆਉਂਦੀ ਹੁੰਦੀ ਕਿ ਅਸੀਂ ਕਿੱਧਰਲੇ ਪਾਸੇ ਨੂੰ ਤੁਰੀਏ ਤੇ ਕਿੱਧਰਲੇ ਪਾਸੇ ਨੂੰ ਨਾ ਤੁਰੀਏ। ਦੇਖੋ, ਇੱਕ ਗੱਲ ਪੱਕੀ ਹੈ ਕਿ ਜੇ ਤੁਸੀਂ ਚਾਹੁੰਦੇ ਆ ਕਿ ਸਾਰਾ ਢਾਂਚਾ ਠੀਕ ਹੋਵੇ, ਤੁਹਾਨੂੰ ਆਉਣ ਵਾਲੀ ਪੀੜ੍ਹੀ ਦੇ ਰੁਜ਼ਗਾਰ ਦਾ ਫਿਕਰ ਨਾ ਹੋਵੇ, ਤੁਹਾਨੂੰ ਇਸ ਗੱਲ ਦਾ ਫਿਕਰ ਨਾ ਹੋਵੇ ਕਿ ਤੁਹਾਡੀ ਫਸਲ ਜਿਹੜੀ ਮੰਡੀ 'ਚ ਵਿਕਣੀ ਹੈ ਕਿ ਨਹੀਂ ਵਿਕਣੀ, ਤੁਹਾਨੂੰ ਇਸ ਗੱਲ ਦੀ ਚਿੰਤਾ ਨਾ ਹੋਵੇ ਕਿ ਤੁਹਾਡੀ ਫੈਕਟਰੀ ਜਿਹੜੀ ਹੈ ਉਹ ਜੇ ਕੋਈ ਹਬੀ ਨਬੀ ਹੋ ਗਈ ਤਾਂ ਤੁਹਾਡੀ ਉਹਦੀ ਹਾਨੀ ਪੂਰਤੀ ਹੋਣੀ ਹੈ ਕਿ ਨਹੀਂ ਹੋਣੀ, ਤਾਂ ਤੁਹਾਨੂੰ ਆਪਣੇ ਹੱਕ ਤੇ ਆਪਣੇ ਅਧਿਕਾਰ ਤੇ ਆਪਣੀਆਂ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਫਰਜ਼ਾਂ ਦੀ ਪੂਰਤੀ ਵਾਲੀਆਂ ਪ੍ਰਕਿਰਿਆਵਾਂ ਨੇ ਉਹਦਾ ਪਤਾ ਹੋਣਾ ਚਾਹੀਦਾ। ਦੋ ਗੱਲਾਂ ਮੈਂ ਕਲੀਅਰ ਇੱਥੇ ਕਰਨੀਆਂ ਚਾਹੁੰਦਾ। ਬੈਨੀਪਾਲ ਸਾਹਿਬ ਨੇ ਜ਼ਿਕਰ ਕੀਤਾ ਕਿ ਤਨਖਾਹ ਲੋਕ ਦਿੰਦੇ ਨੇ, ਬਿਲਕੁਲ ਲੋਕ ਦਿੰਦੇ ਆ, 100% ਲੋਕ ਦਿੰਦੇ ਆ, ਕਿਉਂਕਿ ਸਰਕਾਰ ਤੁਹਾਡੇ ਪੈਸੇ ਨੂੰ ਕਿੱਥੇ ਖਰਚਣਾ, ਕਿੱਥੇ ਵੰਡਣਾ, ਉਹਨਾਂ ਲੋਕਾਂ ਨੂੰ ਚਲਾਉਣ ਵਾਲੀ ਇੱਕ ਮੈਨੇਜਮੈਂਟ ਹੀ ਆ। ਸਰਕਾਰ ਦੀ ਆਪ ਦੀ ਕੁਛ ਨਹੀਂ ਹੈਸੀਅਤ ਹੁੰਦੀ। ਤੁਸੀਂ 5 ਸਾਲਾਂ ਬਾਅਦ ਉਹ ਲੋਕ ਚੁਣਦੇ ਹੋ ਜਿਹੜੇ ਲੋਕ ਉਸ ਇੱਕ ਖੇਤਰ ਵਿਸ਼ੇਸ਼ ਦੇ ਵਿੱਚ ਫੈਸਲੇ ਲੈਣਗੇ। ਪਰ ਦੂਸਰੇ ਪਾਸੇ ਸਵਾਲ ਇਹ ਵੀ ਹੈ, ਪੰਜਾਬ ਦਾ ਖਜ਼ਾਨਾ ਖਾਲੀ ਹੈ, ਹਰਿਆਣੇ ਦੇ ਵਿੱਚ ਪੈਸੇ ਘੱਟ ਹੋਣਗੇ, ਕੀ ਅਸੀਂ ਟੈਕਸ ਪੂਰਾ ਦਿੰਨੇ ਆ? ਤੁਹਾਡੀਆਂ ਸ਼ੰਕਾਵਾਂ ਹੈਗੀਆਂ ਕਿ ਟੈਕਸ ਦੇ ਪੈਸੇ ਕਿਹੜਾ ਇਹਨਾਂ ਨੇ ਚੱਜ ਨਾਲ ਖਰਚਣੇ ਆ, ਇਹ ਤਾਂ ਮੰਤਰੀ ਸਾਹਿਬ ਦੇ, ਵਿਧਾਇਕ ਸਾਹਿਬ ਦੇ ਢਿੱਡ ਦੇ ਵਿੱਚ ਹੀ ਪੈ ਜਾਣੇ ਆ, ਇਹ ਤਾਂ ਉਹਨਾਂ ਦੀਆਂ ਕਾਰਾਂ ਦੇ ਵਿੱਚ ਤੇਲ ਹੀ ਪੈ ਜਾਣਾ, ਇਹਨਾਂ ਨੇ ਤਾਂ ਫਲਾਨੀ ਜਗ੍ਹਾ ਦੇ ਉੱਤੇ ਜਾ ਕੇ ਆਪ ਹੀ ਖਾ ਖੱਟ ਜਾਣੇ ਆ, ਇਹਨਾਂ ਨੇ ਤਾਂ ਸਰਕਾਰੀ ਠੇਕੇ ਆਪਣੇ ਬੰਦਿਆਂ ਨੂੰ ਹੀ ਦੇ ਦੇਣੇ ਆ। ਸਾਰੀਆਂ ਗੱਲਾਂ ਜਾਇਜ਼ ਨੇ, ਪਰ ਇੱਕ ਗੱਲ ਦਾ ਖਿਆਲ ਆਪਾਂ ਵੀ ਰੱਖੀਏ ਕਿ ਜਦੋਂ ਇਦਾਂ ਦੀ ਇਮਾਰਤ ਆਪਾਂ ਪਿੱਛੇ ਦੇਖਦੇ ਹਾਂ, ਜਿਹਨੂੰ ਵਿਧਾਨ ਸਭਾ ਕਹਿੰਦੇ ਆ, ਸਾਰੀ ਦੀ ਸਾਰੀ ਛਿੱਲ ਲੀਡਰਾਂ ਦੀ ਨਹੀਂ ਲਾਉਣ ਦਾ ਫਾਇਦਾ। ਛਿੱਲ ਲੀਡਰਾਂ ਦੀ ਇਸ ਕਰਕੇ ਨਹੀਂ ਸਾਰੀ ਦੀ ਸਾਰੀ ਲਾਉਣ ਦਾ ਫਾਇਦਾ ਕਿਉਂਕਿ ਲੀਡਰ ਅਸੀਂ ਚੁਣੇ ਆ। ਕੋਈ ਬੰਦਾ ਜੰਮਦਾ ਲੀਡਰ ਨਹੀਂ, ਲੀਡਰ ਦਾ ਪੁੱਤ ਵੀ ਜੰਮਦਾ ਲੀਡਰ ਨਹੀਂ, ਉਹ ਆਖਿਰਕਾਰ ਸਾਡੀਆਂ ਤੁਹਾਡੀਆਂ ਵੋਟਾਂ ਲੈ ਕੇ ਲੀਡਰ ਬਣਦਾ ਹੈ। ਅਸੀਂ ਫਿਰ 25 ਸਾਲੀ ਅੱਖਾਂ ਕਿਉਂ ਮੀਟ ਲੈਂਦੇ ਆ ਭਾਈ? ਅਸੀਂ ਕਿਉਂ ਫਿਰ ਅੰਨੇਵਾਹ ਜਿਹੜੀਆਂ ਵੋਟਾਂ ਪਾਈ ਜਾਂਦੇ ਆ? ਦੂਸਰੀ ਗੱਲ ਇੱਥੇ ਇਹ ਸਮਝਣ ਵਾਲੀ ਹੈ ਕਿ ਜਦੋਂ ਕੋਈ ਲੀਡਰ ਸਾਡੇ ਕੋਲੇ ਆਉਂਦਾ ਹੈ, ਇਹ ਗੱਲ ਮੰਨ ਕੇ ਚੱਲੀਏ ਕਿ ਜੇ ਅਸੀਂ ਉਹਨੂੰ ਸਵਾਲ ਨਹੀਂ ਕੀਤਾ ਕਿ ਲੀਡਰ ਸਾਹਿਬ ਦੱਸੋ ਵਿਧਾਨ ਸਭਾ ਦੇ ਸੈਸ਼ਨ ਸਾਲ 'ਚ ਕਿੰਨੇ ਚੱਲੇ, ਕਿੰਨੇ ਦਿਨ ਚੱਲੇ, ਤੁਸੀਂ ਕਿੰਨੀਆਂ ਕੁ ਕਾਰਵਾਈਆਂ 'ਚ ਹਿੱਸਾ ਲਿਆ, ਤੁਹਾਡੀਆਂ ਹਾਜ਼ਰੀਆਂ ਕਿੰਨੀਆਂ ਤੇ ਤੁਹਾਡੀਆਂ ਗੈਰ ਹਾਜ਼ਰੀਆਂ ਕਿੰਨੀਆਂ, ਤੁਸੀਂ ਹਲਕੇ ਦੇ ਮੁੱਦੇ ਕਿੰਨੇ ਚੁੱਕੇ, ਤੁਸੀਂ ਪੰਜਾਬ ਦੇ ਮੁੱਦੇ ਕਿੰਨੇ ਚੁੱਕੇ, ਕਿਹੜੇ ਮੁੱਦੇ ਤੇ ਤੁਸੀਂ ਆਪਣਾ ਵਿਰੋਧ ਕੀਤਾ, ਕਿਹੜੇ ਮੁੱਦੇ ਦੇ ਉੱਤੇ ਤੁਸੀਂ ਪਾਰਟੀ ਦਾ ਵਿਰੋਧ ਕੀਤਾ, ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸੁਣਨੀਆਂ ਸਮਝਣੀਆਂ ਬਹੁਤ ਜ਼ਰੂਰੀ ਨੇ। ਤੇ ਉਹਦੇ ਤੋਂ ਵੀ ਵੱਡੀ ਗੱਲ, ਇਸ ਵੇਲੇ ਇੱਕ ਪੰਜਾਬ ਦਾ ਦੋਸਤੋ ਦੁਖਾਂਤ ਹੈ। ਇਸ ਕਰਕੇ ਦੁਖਾਂਤ
ਇੱਥੇ ਦੱਸਣਾ ਬਣਦਾ ਹੈ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇੱਥੇ 5% ਵਾਰੀ ਵੀ ਵਿਧਾਨ ਸਭਾ ਦੀ ਕਾਰਵਾਈ ਅੰਦਰ ਘੱਟ ਤੇ ਬਾਹਰ ਵੱਧ ਚੱਲਦੀ ਹੋਵੇ। ਹੁਣ ਪੰਜਾਬ ਦੀ ਵਿਧਾਨ ਸਭਾ ਹੈ, ਸਾਰੀਆਂ ਪਾਰਟੀਆਂ ਵਿੱਚ ਲਪੇਟੋ, ਆਪਾਂ ਕਿਸੇ ਪਾਰਟੀ ਦੇ ਹੱਕ ਜਾਂ ਵਿਰੋਧ ਦੀ ਗੱਲ ਨਹੀਂ ਕਰਦੇ। ਵਿਧਾਨ ਸਭਾ ਦਾ ਸੈਸ਼ਨ ਚੱਲੂਗਾ, ਇੱਕ ਸਾਡੀ ਬਹੁਤ ਵੱਡੀ ਮਾੜੀ ਕਿਸਮਤ ਹੈ, ਮੁਸੀਬਤ ਹੈ ਕਿ ਸੈਸ਼ਨ ਛੋਟੇ ਹੋ ਗਏ। ਜੇ ਪਹਿਲਾਂ 25 ਦਿਨ ਸੈਸ਼ਨ ਚੱਲਦਾ ਸੀ, ਹੁਣ 5 ਦਿਨ ਚੱਲੂ। 5 ਦਿਨਾਂ ਦੇ ਵਿੱਚੋਂ ਵੀ ਪਹਿਲਾ ਦਿਨ ਫਲਾਨਿਆਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ, ਬਹੁਤ ਜ਼ਰੂਰੀ ਹੈ, ਪਰ ਸ਼ਰਧਾਂਜਲੀ ਭੇਂਟ ਕਰਕੇ ਕੰਮ ਕਰੋ। ਸ਼ਰਧਾਂਜਲੀ ਭੇਂਟ ਕਰਕੇ ਘਰ ਨੂੰ ਕਾਹਤੋਂ ਤੁਰ ਪੈਂਦੇ ਹੋ? ਆਖਰੀ ਦਿਨ ਆਪਾਂ ਰੌਲੇ ਗੋਲੇ 'ਚ ਲੰਘਾ ਦੇਣਾ। ਵਿਰੋਧੀ ਧਿਰਾਂ ਦੇ ਲੀਡਰ ਜਾਣਗੇ ਜੀ ਸਾਨੂੰ ਅੰਦਰ ਬੋਲਣ ਦਾ ਮੌਕਾ ਨਹੀਂ ਦਿੱਤਾ, ਬਾਈਕਾਟ ਕਰਕੇ ਬਾਹਰ ਆ ਗਏ, ਬਾਹਰ ਆ ਕੇ ਪੱਤਰਕਾਰਾਂ ਨਾਲ 2.5 ਘੰਟੇ ਗੱਲਾਂ ਕੀਤੀਆਂ। ਫਿਰ ਉਧਰ ਸੱਤਾਧਾਰੀ ਧਿਰ ਦਾ ਸੂਤ ਲੱਗ ਜਾਂਦਾ ਹੈ, ਕਿਉਂਕਿ ਵਿਰੋਧੀ ਧਿਰ ਹੁੰਦੀ ਨਹੀਂ, ਅਗਲੇ 5 ਮਿੰਟਾਂ ਦੇ ਵਿੱਚ 15 ਮਤੇ ਪਾਸ ਕਰਕੇ ਆਓ ਦਿਓ। ਇੱਕ ਸੈਸ਼ਨ ਅੰਦਰ ਚੱਲੀ ਜਾਂਦਾ, ਉਹ ਬਾਹਰ ਚਲਾਈ ਜਾਂਦਾ, ਇੱਕ ਬਾਹਰ ਚੱਲੀ ਜਾਂਦਾ ਹੈ। ਦੂਸਰੀ ਗੱਲ ਇੱਥੇ ਬਹੁਤ ਜ਼ਰੂਰੀ ਹੈ, ਜਦੋਂ ਵੀ ਪੰਜਾਬ ਦੇ 117 ਵਿਧਾਇਕ ਆਪੋ ਆਪਣੇ ਹਲਕੇ 'ਚ ਜਾਣ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ, ਤੁਸੀਂ ਪਹਿਲੀ ਮੰਗ ਇਹ ਕਰਨੀ ਹੈ ਕਿ ਸਾਨੂੰ ਵਿਧਾਨ ਸਭਾ ਦਾ ਸੈਸ਼ਨ ਲਾਈਵ ਚਾਹੀਦਾ। ਕਿਹੜਾ ਬੰਦਾ ਇਹਨਾਂ ਨੂੰ ਰੋਕਦਾ ਹੈ? ਅੰਦਰ ਕਿਹੜੀ ਗੈਰ ਕਾਨੂੰਨੀ ਗੱਲ ਹੁੰਦੀ ਹੈ ਜਿਹੜੀ ਇਹਨਾਂ ਨੇ ਲੋਕਾਂ ਨੂੰ ਨਹੀਂ ਦੱਸਣੀ? ਜੇ ਕੇਂਦਰ ਸਰਕਾਰ ਕੋਈ ਰੱਖਿਆ ਡਿਫੈਂਸ ਦੇ ਨਾਲ ਸੰਬੰਧਿਤ ਐਸੀ ਗੱਲ ਕਰਨੀ ਚਾਹੇ ਜਿਹੜੀ ਉਹ ਲੋਕਾਂ ਨੂੰ ਨਹੀਂ ਪਤਾ ਲੱਗਣ ਦੇਣਾ ਚਾਹੁੰਦੀ, 5 ਮਿੰਟਾਂ 'ਚ ਹੋ ਸਕਦੀ ਹੈ। ਉੱਥੇ ਤਾਂ ਮੰਨਿਆ ਲੋਕ ਸਭਾ ਦੀ ਕਾਰਵਾਈ ਲਾਈਵ ਚੱਲਦੀ ਹੈ, ਸਾਡੇ ਪੰਜਾਬ ਵਿਧਾਨ ਸਭਾ ਦੇ ਸੂਬੇ ਦੀ ਵਿਧਾਨ ਸਭਾ ਦੀ ਕਾਰਵਾਈ ਲਾਈਵ ਕਿਉਂ ਨਹੀਂ ਚੱਲਦੀ? ਕੀ ਇੱਕ ਵਿਧਾਨ ਸਭਾ ਹਲਕੇ ਦੇ ਲੱਖਾਂ ਲੋਕਾਂ ਨੂੰ ਇਹ ਪਤਾ ਕਰਨ ਦਾ ਹੱਕ ਨਹੀਂ ਕਿ ਸਾਡਾ ਵਿਧਾਇਕ ਉੱਥੇ ਜਾ ਕੇ ਕੀ ਬੋਲਦਾ ਹੈ, ਸਾਡੇ ਹਲਕੇ ਦੇ ਕਿੰਨੇ ਮੁੱਦੇ ਚੁੱਕਦਾ ਹੈ? ਅੰਦਰੋਂ ਕਾਰਵਾਈ ਬਾਹਰ ਪਤਾ ਨਹੀਂ ਲੱਗਦੀ। ਵਿਧਾਇਕ ਆ ਕੇ ਜੋ ਮਰਜ਼ੀ ਆਖੀ ਜਾਏ, ਮੈਂ ਤਾਂ ਜੀ ਉੱਥੇ ਬੜਾ ਰੌਲਾ ਪਾਇਆ, ਫਿਰ ਲੋਕਾਂ ਨੂੰ ਆਪ ਪਤਾ ਲੱਗੂਗਾ ਬੈਨੀਪਾਲ ਸਾਹਿਬ ਕਿ ਸਾਡੇ ਵਿਧਾਇਕ ਨੇ ਜਿਹੜੇ ਵਾਅਦੇ ਸਾਡੇ ਨਾਲ ਕੀਤੇ ਸੀ ਉਹਨਾਂ ਵਾਅਦਿਆਂ ਦੀ ਪੂਰਤੀ ਲਈ ਕੀ ਕੀਤਾ, ਅੰਦਰ ਜਾ ਕੇ ਡੁੰਨ ਬੱਟਾ ਬਣਿਆ ਰਿਹਾ ਜਾਂ ਅੰਦਰ ਜਾ ਕੇ ਉਹਨੇ ਗੱਲ ਕੀਤੀ। ਫਿਰ ਪਤਾ ਲੱਗ ਜੂਗਾ ਕਿ ਅਸਲ ਦੇ ਵਿੱਚ ਕੀ ਉਹਨੇ ਉੱਥੇ ਯਤਨ ਕੀਤਾ ਕਿ ਮੈਨੂੰ ਸਮਾਂ ਦਿਓ। ਜੇ ਤਾਂ ਉਹਨੂੰ ਸਮਾਂ ਨਹੀਂ ਦਿੱਤਾ, ਲੋਕਾਂ ਨੂੰ ਪਤਾ ਲੱਗੂ ਕਿ ਇਹਦਾ ਹੱਕ ਖੋਇਆ, ਇਹਦਾ ਅਧਿਕਾਰ ਮਾਰਿਆ, ਇਹਦਾ ਰਾਈਟ ਬਣਦਾ ਸੀ ਪਰ ਅਗਲਿਆਂ ਦਿੱਤਾ ਨਹੀਂ। ਪਰ ਜੇ ਉੱਥੇ ਜਾ ਕੇ ਅਗਲਾ ਟੌਰ ਨਾਲ ਚਿੱਟਾ ਕੁੜਤਾ ਪਜਾਮਾ ਪਾਇਆ, ਕਰੀਜਾਂ ਬੰਨੀਆਂ, ਖੁੱਸਾ ਪਾਇਆ ਤੇ ਜਾ ਕੇ ਮੁੱਛਾਂ ਨੂੰ ਵੱਟ ਦੇ ਕੇ ਬਹਿ ਗਏ, ਬੋਲੇ ਹੀ ਨਾ, ਰੁਪਈਆ 2000 ਸ਼ਾਮ ਨੂੰ ਜੇਬ 'ਚ ਪਾਇਆ ਤੇ ਘਰ ਨੂੰ ਚਲ ਗਏ, ਕੰਟੀਨ ਦੇ ਵਿੱਚੋਂ ਸਸਤੀ ਰੋਟੀ ਖਾ ਲਈ। ਲੋਕਾਂ ਦਾ ਹੱਕ ਬਣਦਾ ਹੈ, ਲੋਕਾਂ ਦਾ ਰਾਈਟ ਬਣਦਾ ਹੈ, ਲੋਕਾਂ ਦਾ ਅਧਿਕਾਰ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਲਾਈਵ ਚੱਲੇ, ਲੋਕਾਂ ਨੂੰ ਪਤਾ ਲੱਗੇ। ਤੇ ਉਹਦੇ ਨਾਲ ਜਿਹੜੀ ਬਾਈਕਾਟ ਵਾਲੀ ਪ੍ਰਕਿਰਿਆ ਨਾ, ਕਿ ਬਾਈਕਾਟ ਕਰਕੇ ਬਾਹਰ ਆ ਗਏ, ਵਿਧਾਨ ਸਭਾ ਦੇ ਸੈਸ਼ਨ ਲੰਬੇ ਕਿਉਂ ਨਾ ਹੋਣ? ਤੁਹਾਡੇ ਕੋਲੋਂ 2022 ਦੇ ਵਿੱਚ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਵੋਟਾਂ ਲੈਣ ਆਉਣਾ ਹੈ, ਆਪਾਂ ਕਿਉਂ ਨਾ ਦੂਸਰੀ ਮੰਗ ਉਹਨਾਂ ਕੋਲ ਇਹ ਰੱਖੀਏ ਕਿ ਤੁਸੀਂ ਜਾਂਦੇ ਪਹਿਲਾ ਮਤਾ ਇਹ ਪੇਸ਼ ਕਰਨਾ ਹੈ ਕਿ ਭਾਈ 24 ਮਹੀਨੇ 12 ਮਹੀਨੇ 28 ਮਹੀਨੇ ਜਿੰਨੇ ਵੀ ਮਹੀਨੇ ਹੁੰਦੇ ਸਾਲ 'ਚ ਲਗਾਤਾਰ ਸੈਸ਼ਨ ਚਲਾਓ। ਅਸੀਂ ਭੋਗ ਦੇ ਉੱਤੇ ਸੱਦਣਾ ਹੀ ਨਹੀਂ ਲੀਡਰ, ਅਸੀਂ ਵਿਆਹ ਦੇ ਉੱਤੇ ਸੱਦਣੇ ਨਹੀਂ ਲੀਡਰ, ਅਸੀਂ ਤੁਹਾਡੇ ਤੋਂ ਨੀਂਹ ਪੱਥਰ ਰਖਾਉਣਾ ਹੀ ਨਹੀਂ, ਅਸੀਂ ਤੁਹਾਡੇ ਤੋਂ ਉਦਘਾਟਨ ਕਰਾਉਣਾ ਹੀ ਨਹੀਂ। ਤੁਹਾਨੂੰ ਉੱਥੇ ਲਈ ਚੁਣ ਕੇ ਭੇਜਿਆ, ਜੇ ਤਨਖਾਹ ਲੈਣੀ ਆ ਤਾਂ ਉੱਥੇ ਬੈਠੋ, ਬਹਿਸ ਕਰੋ, ਵਿਚਾਰ ਚਰਚਾ ਕਰੋ। ਤੁਹਾਨੂੰ ਅਸੀਂ ਵਿਹਲੇ ਬਿਠਾ ਕੇ ਰੋਟੀਆਂ ਨਹੀਂ ਖਿਲਾਉਣੀਆਂ। ਕਬੂਤਰਾਂ ਦੀਆਂ ਕਿਸਮਾਂ ਸੁਣੀਆਂ ਹੋਣੀਆਂ ਜੀ, ਇੱਕ ਗੋਲੇ ਹੁੰਦੇ ਆ, ਇੱਕ ਚੀਨੇ ਹੁੰਦੇ ਆ ਜੀ, ਇਹ ਰਲੇ ਕਬੂਤਰ ਹੈ। ਇੱਕ ਜਣਾ ਅੰਦਰ ਸੈਸ਼ਨ ਚਲਾਈ ਜਾਂਦਾ, ਜਿਹੜੇ ਮਤੇ ਪਾਸ ਕਰਨੇ ਨੇ, ਕਾਨੂੰਨ ਪਾਸ ਕਰਨੇ ਨੇ, ਲੋਕ ਹਿੱਤਾਂ ਵਿੱਚ ਨੇ, ਲੋਕ ਵਿਰੋਧੀ ਨੇ, ਉਹ ਦੱਬੀ ਰੱਖਦੇ ਆ। ਬਾਹਰ ਵਾਲੇ ਪੱਤਰਕਾਰਾਂ ਦਾ ਮੰਜ਼ਮਾ ਲਾ ਕੇ ਉਹ ਆਪਣਾ ਕੰਮ ਦੱਬੀ ਰੱਖਦੇ ਆ। ਉਧਰੋਂ ਪੁਲਿਸ ਦੀਆਂ ਗੱਡੀਆਂ ਉਹਦੇ ਨੇ ਬਿਠਾ ਕੇ ਲੈ ਜਾਂਦੇ ਨੇ, ਗਾਂਹ ਜਾ ਕੇ ਲਾ ਦਿੰਦੇ ਨੇ, ਰਾਤ ਤੱਕ ਕਿਸੇ ਨੂੰ ਨਹੀਂ ਨਾ ਕਟਾਈ, ਕਦੇ ਨਹੀਂ ਕਟਾਈ। ਉਹ ਅੰਦਰ ਵਾਲੇ ਕੰਮ ਆਪਣਾ ਅੰਦਰ ਕਾਰਵਾਈ ਪਾਉਂਦੇ ਰਹਿੰਦੇ ਨੇ, ਬਾਹਰ ਵਾਲੇ ਬਾਹਰ ਕਾਰਵਾਈ ਪਾਉਂਦੇ ਰਹਿੰਦੇ ਨੇ। ਪਰ ਜਿੱਦਣ ਤਨਖਾਹਾਂ ਵਧਾਉਣ ਦੀ ਗੱਲ ਹੋਵੇ, ਸਿਰ ਜੋੜ ਲੈਂਦੇ ਨੇ। ਕੋਈ ਵਿਰੋਧੀ ਪਾਰਟੀ ਨਹੀਂ ਫਿਰ ਵਿੱਚ, ਫਿਰ ਕਿਸੇ ਲੋਕ ਹਿੱਤ ਦਾ ਖਿਆਲ ਨਹੀਂ ਰਹਿੰਦਾ, ਫਿਰ ਖਜ਼ਾਨਾ ਬਿਲਕੁਲ ਖਾਲੀ ਨਹੀਂ ਹੁੰਦਾ। ਕਾਰਾਂ ਨਵੀਆਂ ਲੈਣੀਆਂ ਹੋਣ, ਲੋਕਾਂ ਨੂੰ ਸਹੂਲਤਾਂ ਦੇਣੀਆਂ ਹੋਣ, ਫਿਰ ਖਜ਼ਾਨਾ ਖਾਲੀ ਹੈ। ਮਾਸਟਰਾਂ ਨੂੰ ਤਨਖਾਹਾਂ ਦੇਣੀਆਂ ਹੋਣ, ਫਿਰ ਖਜ਼ਾਨਾ ਖਾਲੀ ਹੈ। ਹਸਪਤਾਲ ਦੇ ਵਿੱਚ ਕੋਈ ਡਾਕਟਰ ਰੱਖਣਾ ਹੋਵੇ, ਫਿਰ ਖਜ਼ਾਨਾ ਖਾਲੀ ਹੈ। ਰੋਡਵੇਜ਼ ਦੀਆਂ ਪਹਿਲੀਆਂ ਬੱਸਾਂ ਮਸਾਂ ਬਦਲੀਆਂ ਨੇ, ਹੁਣ ਹੋ ਸਕਦਾ ਬੱਸਾਂ ਚੰਗੀਆਂ ਆ ਗਈਆਂ ਹੋਣ, ਪਰ ਸਾਨੂੰ ਜਵਾਬਦੇਹੀ ਤੈਅ ਕਰਨ ਵਾਸਤੇ ਖੁਦ ਜਾਗਰੂਕ ਹੋਣਾ ਪੈਣਾ ਹੈ। ਜਿੰਨੀ ਦੇਰ ਲੋਕ ਸੁਚੇਤ ਨਹੀਂ ਹੁੰਦੇ, ਲੋਕ ਆਪਣੇ ਹਿੱਤਾਂ ਦੀ ਰਾਖੀ ਆਪ ਨਹੀਂ ਕਰ ਸਕਦੇ। ਅਸੀਂ ਖੇਤ ਦੇ ਆਲੇ ਦੁਆਲੇ ਵਾੜ ਕਰਦੇ ਹੁੰਦੇ ਸੀ ਜੀ, ਪਰ ਉਹਦਾ ਹੁਣ ਰੂਪ ਬਦਲ ਗਿਆ। ਜੇ ਉਹ ਹੁਣ ਕੰਡਿਆਲੀ ਰੁੱਖ ਨਹੀਂ ਲੱਗਦੇ, ਥੋਹਰ ਨਹੀਂ ਲੱਗਦਾ, ਤਾਂ ਕੰਡਿਆਲੀ ਤਾਰ ਤਾਂ ਲੱਗਦੀ ਹੈ ਨਾ ਜੀ। ਅਸੀਂ ਤਾਰਾਂ ਲਾਈਏ ਤਾਂ ਕਿ ਉਸ ਤਾਰ ਨੂੰ ਜਦੋਂ ਇਹ ਟੱਪਣ ਲੱਗਣ, ਇਸੀਆਂ ਲੱਗਣ, ਇਹਨਾਂ ਦੇ ਵੀ ਕਿਤੇ ਨਾ ਕਿਤੇ ਇਸ ਥਾਂ ਤੇ ਧੱਸ ਜੇ ਜਿੱਥੋਂ ਕੱਢਦਿਆਂ ਨੂੰ ਵੀ ਦਰਦ ਹੋਵੇ। ਸੋ ਸਾਨੂੰ ਇਸ ਗੱਲ ਦਾ ਜਿੰਨੀ ਦੇਰ ਖਿਆਲ ਨਹੀਂ ਹੋਊਗਾ, ਓਨੀ ਦੇਰ ਭਾਵੇਂ ਉਹ ਪੰਜਾਬ ਹੈ, ਭਾਵੇਂ ਉਹ ਹਰਿਆਣਾ ਹੈ, ਭਾਵੇਂ ਉਹ ਹਿਮਾਚਲ ਹੈ, ਭਾਵੇਂ ਕੋਈ ਹੋਰ ਸੂਬਾ ਹੈ, ਭਾਵੇਂ ਸਮੁੱਚਾ ਭਾਰਤ ਹੈ, ਦਰਦ ਹੁੰਦਾ ਰਹਿਣਾ। ਲੋਕਾਂ ਨੇ ਕੁਰਲਾਉਂਦੇ ਰਹਿਣਾ, ਲੋਕਾਂ ਦਾ ਫਾਇਦਾ ਕੋਈ ਨਹੀਂ ਹੋਣਾ। ਸਾਨੂੰ ਟੋਲ ਵੀ ਦੇਣੇ ਪੈਂਦੇ ਨੇ। ਹੁਣ ਆਮ ਬੰਦੇ ਤਾਂ ਵੈਸੇ ਹੀ ਤਰਾਹ ਨਿਕਲ ਜਾਂਦਾ ਜੀ। ਤੁਰ ਪੋ ਤੁਸੀਂ, ਮੰਨ ਲਓ ਵੀ ਸਾਡੇ ਖੰਨਿਓ ਚੱਲਣਾ, ਚਲੋ ਅੰਮ੍ਰਿਤਸਰ ਸਾਹਿਬ ਨੂੰ, ਰਸਤੇ 'ਚ ਕਿੰਨੇ ਟੋਲ ਲੱਗਣੇ ਆ, ਚਲੋ ਦਿੱਲੀ ਨੂੰ ਰਸਤੇ 'ਚ ਕਿੰਨੇ ਟੋਲ ਲੱਗਣੇ ਆ। ਜੇ ਸਾਰਾ ਕੁਝ ਅਸੀਂ ਪ੍ਰਾਈਵੇਟ ਸੈਕਟਰ ਤੋਂ ਹੀ ਕਰਾਉਣਾ ਹੈ, ਫਿਰ ਸਰਕਾਰ ਵੀ ਭਾਈ ਅਸੀਂ ਆਪੋ ਆਪਣੀ ਪ੍ਰਾਈਵੇਟ ਰੱਖ ਲੈਂਦੇ ਹਾਂ।
ਜੀ ਬੈਨੀਪਾਲ ਸਾਹਿਬ ਦੇਖੋ ਗੱਲ ਇਹ ਆ ਨਾ, ਤੁਸੀਂ ਜੋ ਮਰਜ਼ੀ ਆਖੋ ਜੀ ਪੰਜਾਬ ਦੇ ਨਾਲ ਬਿਲਕੁਲ ਨਹੀਂ ਰਲ ਸਕਦੇ। ਮੇਰੇ ਕੋਲ 2 ਉਦਾਹਰਨਾਂ ਇੱਕ ਇੱਕ ਕਰਕੇ ਦੋਨੇ ਦੇ ਦਿਓ ਜੀ। ਪਹਿਲਾਂ ਤਾਂ ਮੈਂ ਇਹ ਦੱਸ ਦਿੰਦਾ ਕਿ ਅੱਜ ਆਪਾਂ ਬੈਠੇ ਆ ਇੱਥੇ ਅਲਬਰਟਾ ਦੇ ਵਿੱਚ ਜੀ। ਅਲਬਰਟਾ ਦੀ ਵਿਧਾਨ ਸਭਾ ਅਸੈਂਬਲੀ ਪਾਰਲੀਮੈਂਟ ਜੋ ਮਰਜ਼ੀ ਕਹ ਲਓ, ਜਾਨੀ ਕਾਨੂੰਨ ਇੱਥੇ ਬਣਦਾ ਹੈ ਜੀ। ਲੋਕਾਂ ਦਾ ਭਵਿੱਖ ਇੱਥੇ ਘੜਿਆ ਜਾਂਦਾ ਹੈ। ਆਉਣ ਵਾਲੀ ਪੀੜ੍ਹੀ ਨੂੰ ਸਿਹਤ ਸਹੂਲਤਾਂ ਕਿੱਦਾਂ ਦੀਆਂ ਮਿਲਣੀਆਂ, ਸਿੱਖਿਆ ਦੀਆਂ ਸਹੂਲਤਾਂ ਕਿੱਦਾਂ ਦੀਆਂ ਮਿਲਣੀਆਂ, ਸੜਕਾਂ ਕਿੱਦਾਂ ਦੀਆਂ ਮਿਲਣੀਆਂ, ਟੈਕਸ ਕਿੰਨੇ ਲੱਗਣੇ ਤੇ ਕਿੰਨੇ ਨਹੀਂ ਲੱਗਣੇ, ਖੇਤੀ ਕਿੱਧਰ ਨੂੰ ਜਾਊ ਤੇ ਉਦਯੋਗਾਂ ਦਾ ਹਾਲਾਤ ਕੀ ਰਹਿਣੇ, ਇੱਥੋਂ ਬਣਦੀਆਂ ਗੱਲਾਂ। ਤੇ ਇੱਥੋਂ ਜੇ ਗੱਲਾਂ ਬਣਦੀਆਂ ਚੱਜ ਦੀਆਂ ਹੀ ਬਣਦੀਆਂ ਹੋਣੀਆਂ। ਜਿਹੜੇ ਸਾਰੇ ਬੰਦੇ ਪਾਸਪੋਰਟ ਦੇ ਉੱਤੇ ਚੜ੍ਹ ਕੇ ਇਧਰਲੇ ਪਾਸੇ ਨੂੰ ਆਉਣ ਨੂੰ ਫਿਰਦੇ ਆ, ਕਾਰਨ ਕੀ ਹੈ ਕਿ ਸਾਰਾ ਕੁਝ ਠੀਕ ਹੁੰਦਿਆਂ ਵੀ ਭਾਰਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਨਹੀਂ। ਹੁਣ ਦੇਖੋ ਜਿੰਨੀਆਂ ਮਰਜ਼ੀ ਕਰ ਲਈਏ ਸਿਫਤਾਂ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਯੂਰਪ, ਵੱਖ-ਵੱਖ ਥਾਵਾਂ ਦੇ ਉੱਤੇ, ਪਰ ਜਿਹੜਾ ਕੰਮ ਸਾਡੇ ਐਮਐਲਏ ਐਮਪੀ ਕਰ ਜਾਂਦੇ ਆ ਨਹੀਂ ਕਰ ਸਕਦੇ। 2 ਉਦਾਹਰਨਾਂ ਨੇ ਜੀ। ਪਿਛਲੇ ਦਿਨਾਂ ਦੇ ਵਿੱਚ ਮੋਮਬੱਤੀਆਂ ਦੀ ਲੋਚ ਵੀ ਕੰਮ ਕੀਤਾ ਸਾਡੇ ਵਿਧਾਨ ਸਭਾ ਦੇ ਮੈਂਬਰਾਂ ਨੇ। ਇੱਕ ਵਾਰੀ ਅੰਦਰ ਬੜੇ ਬਾਹਰ ਹੀ ਨਾ ਨਿਕਲੇ, ਕਹਿੰਦੇ ਜੀ ਤੁਸੀਂ ਸਾਡੀ ਗੱਲ ਨਹੀਂ ਸੁਣਦੇ, ਅਸੀਂ ਰਾਤ ਵੀ ਇੱਥੇ ਕੱਟਣੀ ਆ। ਹੁਣ ਇੰਨਾ ਸਮਾਂ ਉਹ ਲਾਈਵ ਹੋ ਕੇ ਦੱਸਦੇ ਰਹੇ, ਦੇਖੋ ਜੀ ਸਾਡੇ ਕੋਲੇ ਸਰਾਣੇ ਵੀ ਹੈ ਨਹੀਂ, ਦੇਖੋ ਜੀ ਸਾਡੇ ਕੋਲੇ ਖਾਣ ਨੂੰ ਵੀ ਹੈ ਨਹੀਂ, ਦੇਖੋ ਜੀ ਸਾਡੀ ਬਿਜਲੀ ਬੱਤੀ ਵੀ ਕੱਟ ਦਿੱਤੀ। ਮੈਂ ਉਦੋਂ ਸੋਚਦਾ ਸੀ ਕਿ ਬੰਦਿਆਂ ਨਾਲ ਧੱਕਾ ਹੋਇਆ, ਸ਼ਰੇਆਮ ਧੱਕਾ। ਬੰਦਿਆਂ ਦੇ ਮੱਛਰ ਲੜਦਾ ਹੋਊਗਾ, ਖਾਣ ਪੀਣ ਨੂੰ ਕੁਛ ਨਹੀਂ ਹੋਊਗਾ, ਕਿੱਥੇ ਮਲਮਲ ਦੇ ਗੁਲਗੁਲੇ ਜਾਂ ਬਿਸਤਰੇ ਤੇ ਕਿੱਥੇ ਫਰਸ਼ ਦੇ ਉੱਤੇ ਪਏ ਆ। ਪਰ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਹੋਰ ਆਈ ਕਿ ਸਾਰੀ ਰਾਤ ਜਿੰਨਾ ਸਮਾਂ ਉਹ ਲਾਈਵ ਹੋ ਗਿਆ, ਜੇ ਕਿਤੇ 5 ਸਾਲਾਂ ਦੇ ਵਿੱਚ ਲੋਕਾਂ ਦੇ ਹੱਕ ਦੇ ਲਈ ਇੰਨਾ ਬੋਲੇ ਹੁੰਦੇ, ਪੰਜਾਬ ਕਿਤੇ ਦਾ ਕਿਤੇ ਚਲੇ ਜਾਣਾ ਸੀ। ਹੁਣ ਉਹ ਪ੍ਰਕਿਰਿਆ ਬਾਕੀ ਬੰਦੇ ਵੀ ਕਰਦੇ ਆ। ਇੱਕ ਪਾਰਟੀ ਨੇ ਪਿਛਲੇ ਦਿਨੀ ਲਾਈਵ ਸੈਸ਼ਨ ਕਰ ਦਿੱਤਾ ਬਾਹਰ ਆ ਕੇ, ਉਹ ਭਾਈ ਤੁਹਾਡੀ ਸਰਕਾਰ ਰਹੀ ਸੀ, ਉਹ ਕਹਿੰਦੇ ਜੀ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ। ਉਹ ਲੋਕਾਂ ਦੇ ਸਾਹਮਣੇ ਹਿਸਾਬ ਤਾਂ ਰੱਖੋ ਕਿ ਜਦੋਂ ਤੁਹਾਡੀ ਸਰਕਾਰ ਸੀ, ਤੁਹਾਡਾ ਹੀ ਬੰਦਾ ਸਪੀਕਰ ਸੀ, ਉਦੋਂ ਤੁਸੀਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਬੋਲਣ ਦਾ ਕਿੰਨਾ ਕੁ ਮੌਕਾ ਦਿੱਤਾ, ਉਦੋਂ ਤੁਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦਾ ਕਿੰਨਾ ਕੁ ਮੌਕਾ ਦਿੱਤਾ। ਅਸਲ ਦੇ ਵਿੱਚ ਬੈਨੀਪਾਲ ਸਾਹਿਬ ਇਹਨਾਂ ਲੋਕਾਂ ਨੂੰ ਲੱਗਦਾ ਕਿ ਸਾਡੇ ਲੋਕ ਜਾਗਰੂਕ ਨਹੀਂ। ਇਹਨਾਂ ਨੇ ਘੋਟੇ ਲਾ ਕੇ ਪੋਲੀਟੀਕਲ ਸਾਇੰਸ ਯਾਨੀ ਕਿ ਰਾਜਨੀਤੀ ਸ਼ਾਸਤਰ ਪੜ੍ਹਨੀ ਹੈ। ਇਹਨਾਂ ਨੇ ਇਦਾਂ ਹੀ ਸੋਚਣਾ ਹੈ ਭਾਰਤ ਦੇ ਵਿੱਚ ਇੰਨੇ ਸੂਬੇ ਨੇ, ਸਾਡੇ ਸੂਬੇ 'ਚ ਇੰਨੇ ਜ਼ਿਲ੍ਹੇ ਨੇ, ਸਾਡੇ ਜ਼ਿਲ੍ਹੇ 'ਚ ਇੰਨੇ ਬਲਾਕ ਨੇ, ਘੋਟਾ ਲਾ ਕੇ ਲਿਖ ਦੇਣਾ ਹੈ। ਇਹਨਾਂ ਨੂੰ ਸੰਵਿਧਾਨ ਦੀਆਂ ਧਾਰਾਵਾਂ ਦਾ ਪਤਾ ਹੀ ਨਹੀਂ ਲੱਗਦਾ, ਕਿਹੜੇ ਆਰਟੀਕਲ ਦੇ ਵਿੱਚ ਕੀ ਲਿਖਿਆ ਹੈ, ਸੰਵਿਧਾਨ ਦੇ ਵਿੱਚ ਕਿੰਨੀਆਂ ਸੋਧਾਂ ਹੋਈਆਂ। ਉਹਨਾਂ ਨੂੰ ਐਂ ਲੱਗਦਾ ਕਿ ਇਹਨਾਂ ਨੂੰ ਕਦੇ ਨਹੀਂ ਪਤਾ ਲੱਗਣਾ ਕਿ ਭਾਈ ਅਸੀਂ ਕਿਹੜੀ ਗੱਲ ਪੁੱਛੀਏ ਤੇ ਕਿਹੜੀ ਨਾ ਪੁੱਛੀਏ। ਪਰ ਜਿੱਦਣ ਪਤਾ ਲੱਗ ਗਿਆ ਨਾ, ਉਦਣ ਪੰਜਾਬ ਦੀ ਵਿਧਾਨ ਸਭਾ ਤੇ ਅਲਬਰਟਾ ਦੀ ਪਾਰਲੀਮੈਂਟ ਦਾ ਅਸੈਂਬਲੀ 'ਚ ਫਰਕ ਕੋਈ ਨਹੀਂ ਰਹਿਣਾ। ਦੇਖੋ ਆਹ ਬਿਲਡਿੰਗ ਜਿਹੜੀ ਪਿੱਛੇ ਵੇਖ ਰਹੇ ਆਪਾਂ ਵਾਰ-ਵਾਰ ਦੱਸ ਰਹੇ ਹਾਂ ਕਿ ਅਲਬਰਟਾ ਦੀ ਵਿਧਾਨ ਸਭਾ ਹੈ। 9 ਸਤੰਬਰ ਤੇ 1905 ਨੂੰ ਇਹ ਬਿਲਡਿੰਗ ਬਣੀ ਸੀ, 100 ਸਾਲ ਤੋਂ ਵਧੇਰੇ ਹੋ ਗਿਆ। ਅੱਜ ਵੀ ਜੇਕਰ ਕੋਈ ਦੇਖਣ ਆਉਂਦਾ ਇਹਨਾਂ ਨੂੰ ਪਤਾ ਲੱਗਦਾ ਕਿ ਹਾਂ ਯਾਰ ਵਾਕਿਆ ਹੀ ਜੰਨਤ ਵਰਗਾ ਨਜ਼ਾਰਾ ਇਹ ਪੇਸ਼ ਕਰਦੀ ਹੈ। ਪਰ ਇਸ ਜੰਨਤ ਵਰਗੇ ਨਜ਼ਾਰੇ ਨੂੰ ਤੱਕ ਕੋਈ ਵੀ ਸਕਦਾ, ਪਾਬੰਦੀ ਕਿਸੇ ਤੇ ਕੋਈ ਨਹੀਂ। ਹੁਣ ਸਾਡੇ ਵਾਲੇ ਪਾਸੇ ਜਿਹੜੇ ਅਸੀਂ ਬੰਦੇ ਚੁਣ ਕੇ ਭੇਜਿਆ ਜਿਨ੍ਹਾਂ ਨੇ ਸਾਡੀ ਆਵਾਜ਼ ਬਣਨਾ, ਉਹ ਤਾਂ ਉੱਥੇ ਜਾ ਕੇ ਰਹਿ ਸਕਦੇ ਆ, ਉਹ ਤਾਂ 24 ਘੰਟੇ ਉੱਥੇ ਸੈਸ਼ਨ ਵੀ ਚਲਾ ਸਕਦੇ ਆ। ਪਰ ਕਾਹਦੇ ਵਾਸਤੇ? ਆਪਣੀਆਂ ਲੋੜਾਂ ਵਾਸਤੇ। ਹੁਣ ਇੱਥੇ ਜਦੋਂ WhatsApp ਗੱਲ ਹੁੰਦੀ ਹੈ ਜੀ, ਲੋਕ ਹਿੱਤਾਂ ਦੀ ਗੱਲ ਹੁੰਦੀ ਹੈ, ਲੋਕ ਨੀਤੀਆਂ ਦੀ ਗੱਲ ਹੁੰਦੀ ਹੈ, ਪਰ ਸਾਡੇ ਵਾਲੇ ਤਾਂ ਉੱਥੇ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਸਪੀਕਰ ਵੀ ਤੁਹਾਡਾ, ਸਰਕਾਰ ਵੀ 2 ਟਰਮਾਂ ਤੁਹਾਡੀ ਚੱਲੀ। ਅਸੀਂ ਤੇ ਉੱਥੇ ਜੇ ਕੋਈ ਵਿਰੋਧੀ ਧਿਰ ਦਾ ਗਾਇਕ ਕਲਾਕਾਰ ਚੁਣ ਕੇ ਚਲੇ ਗਿਆ, ਉਹਨੂੰ ਗੀਤ ਸੁਣਨ ਨੂੰ ਕਹਿ ਦਿੰਦੇ ਆ, ਉਹ ਵੀ ਗੀਤ ਸੁਣਾ ਦਿੰਦੇ ਨੇ। ਪਰ ਉਹਦਾ ਮਤਲਬ ਗੀਤ ਸੁਣਾਉਣਾ ਕੋਈ ਮਾੜੀ ਗੱਲ ਨਹੀਂ ਸੀ। ਅਸੀਂ ਦੇਖੋ ਕਿ ਉਹ ਕਿਹੜਾ ਕੀਮਤੀ ਸਮਾਂ ਸੀ ਜੀ। ਉਹਦਾ ਮਤਲਬ ਜਿਹੜਾ ਉਹਨਾਂ ਨੇ ਉਸ ਸਮੇਂ ਦੇ ਵਿੱਚ ਸਵਾਲ ਪੁੱਛਣੇ ਸੀ, ਤੁਸੀਂ ਉਹਨਾਂ ਤੋਂ ਗੀਤ ਸੁਣੀ ਜਾਂਦੇ ਹੋ। ਪਰ ਉਹਨਾਂ ਨੇ ਗੀਤ ਕਮਾਲ ਦਾ ਸੁਣਾਇਆ ਸੀ, ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਹੈ ਪੰਜਾਬ ਦਾ। ਕੀ ਵਾਕਿਆ ਹੀ ਹੁਣ ਮੁੰਦਰੀ ਦੇ ਵਿੱਚ ਨਗ ਪੰਜਾਬ ਦਾ ਹੈਗਾ, ਜਾਂ ਉਹਨੂੰ ਅੱਖੋਂ ਪਰੋਖੇ ਕਰ ਦਿੱਤਾ, ਜਾਂ ਨਗ ਬਾਹਰ ਸੁੱਟਣ ਨੂੰ ਫਿਰਦੇ ਆ ਜੀ। ਦੂਜੀ ਗੱਲ ਸਪੀਕਰ ਦੀ ਕੀਤੀ ਜੀ। ਹੁਣ ਵਿਧਾਨ ਸਭਾ ਦੇ ਵਿੱਚ ਜੇ ਕੋਈ ਆ ਕੇ ਵੇਖੇ, ਸਪੀਕਰ ਦੀ ਕੁਰਸੀ ਮਹਾਰਾਜੇ ਵਰਗੀ ਉੱਚੀ ਕੁਰਸੀ ਹੁੰਦੀ ਹੈ। ਹੁਣ ਕਿਹਾ ਬੰਦੇ ਨੂੰ ਸਪੀਕਰ ਜਾਂਦਾ, ਬੋਲਣ ਦਾ ਉਹਨੂੰ ਹੁਕਮ ਨਹੀਂ ਜੀ, ਉਹ ਬੋਲਦਾ ਨਹੀਂ, ਚੁੱਪ ਕਰਾਉਂਦਾ, ਉਹ ਚੁੱਪ ਕਰਾਉਂਦਾ। ਸਿਰਫ ਚੁੱਪ ਕਰਾਉਣ ਵਾਸਤੇ ਸਪੀਕਰ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਂਦਾ। ਪਰ ਮੈਂ ਇਹ ਦੇਖਿਆ ਵਿਰੋਧੀ ਧਿਰਾਂ ਦੇ ਰੋਲ ਉੱਥੇ ਵੀ ਤੇ ਵਿਰੋਧੀ ਧਿਰਾਂ ਦੇ ਰੋਲ ਇੱਥੇ ਵੀ। ਇੱਥੇ ਵਿਰੋਧੀ ਧਿਰਾਂ ਨਾ ਮੰਤਰੀਆਂ ਨੂੰ ਪਸੀਨੋ ਪਸੀਨੀ ਕਰ ਦਿੰਦੀਆਂ ਨੇ ਜੀ। ਸਵਾਲ ਪੁੱਛਣ ਵਾਸਤੇ ਉਹਨਾਂ ਦਾ ਆਪਣਾ ਹੋਮਵਰਕ ਇੰਨਾ ਕੁ ਕੀਤਾ ਹੁੰਦਾ ਕਿ ਮੰਤਰੀ ਨੇ ਜਿਸ ਦਿਨ ਉਹਦੇ ਬੋਲਣ ਦੀ ਵਾਰੀ ਆਉਣੀ ਹੁੰਦੀ ਹੈ ਜੀ, ਉਹ ਕਈ ਰਾਤਾਂ ਸੌਂਦੇ ਨਹੀਂ ਤੇ ਉਹਦਾ ਸਟਾਫ 24 ਘੰਟੇ ਕੰਮ ਕਰਦਾ। ਉਹਨਾਂ ਨੂੰ ਪਤਾ ਹੈ ਕਿ ਵਿਰੋਧੀਆਂ ਨੇ ਸਵਾਲ ਪੁੱਛਣੇ ਠੋਕ ਵਜਾ ਕੇ, ਉਹਨਾਂ ਦੇ ਜਵਾਬ ਦੇਣੇ ਪੈਣਗੇ ਤੇ ਜਨਤਾ ਦੀ ਕਰਾਉਣੀ ਪੈਣੀ ਹੈ ਤਸੱਲੀ। 4 ਸਾਲਾਂ ਬਾਅਦ ਇਹਨਾਂ ਲੋਕਾਂ ਤੋਂ ਜਾ ਕੇ ਮੈਂ ਮੰਗਣੀਆਂ ਨੇ ਵੋਟਾਂ ਜੀ। ਉੱਥੇ ਨਾ ਤਾਂ ਵਿਰੋਧੀ ਸਵਾਲ ਪੁੱਛਦੇ ਆ, ਜੇ ਸਵਾਲ ਪੁੱਛਦੇ ਦੂਸਰੇ ਪਾਸੇ ਵਾਲੇ ਖੱਪਖਾਨਾ ਪਾਉਣਾ ਸ਼ੁਰੂ ਕਰ ਦਿੰਦੇ ਆ। ਸੋ ਨਾ ਸਵਾਲ ਸੁਣਿਆ ਜਾਂਦਾ, ਨਾ ਸਵਾਲ ਬਹੁਤੀ ਵਾਰੀ ਪੁੱਛਿਆ ਜਾਂਦਾ। ਵਿਰੋਧੀ ਵਾਕਆਊਟ ਕਰਕੇ ਬਾਹਰ ਸੈਸ਼ਨ ਲਾਉਂਦੇ ਆ,
ਅੰਦਰ ਵਾਲੇ ਆਪਣੇ ਮਰਜ਼ੀ ਦੇ ਕਾਨੂੰਨ ਬਣਾਉਂਦੇ ਆ। ਬਿਲਕੁਲ ਬੈਨੀਪਾਲ ਸਾਹਿਬ, ਮੈਂ ਇੱਕ ਗੱਲ ਕਲੀਅਰ ਕਰਦਾ, ਕਿਸੇ ਨੂੰ ਇਹ ਨਾ ਲੱਗੇ ਕਿ ਆ ਜਿਹੜੀ ਧਰਤੀ ਹੈ ਨਾ ਇਹ ਸਵਰਗ ਵਾਲੀ ਧਰਤੀ ਹੈ, ਸੋਨੇ ਰੰਗੀ ਧਰਤੀ ਨਾ। ਇੱਥੇ ਵੀ ਹੜਤਾਲਾਂ ਹੁੰਦੀਆਂ, ਇੱਥੇ ਅਧਿਆਪਕ ਵੀ ਕਈ ਵਾਰੀ ਹੜਤਾਲ ਕਰਦੇ ਆ ਕਿ ਸਾਡੀ ਤਨਖਾਹ ਘੱਟ ਹੈ ਜਾਂ ਸਾਡੇ ਕੰਮ ਦਾ ਸਮਾਂ ਵਧਾਇਆ ਜਾਂ ਘਟਾਇਆ ਜਾਵੇ। ਇੱਥੇ ਵੀ ਸਰਕਾਰੀ ਬੱਸਾਂ ਵਾਲੇ ਡਰਾਈਵਰ ਜਿਹੜੇ ਨੇ ਉਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਹੈ। ਉਹ ਵੀ ਕਹਿੰਦੇ ਆ ਕਿ ਭਾਈ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਹੜਤਾਲ ਦੇ ਉੱਤੇ ਚਲੇ ਜਾਣਾ। ਪ੍ਰਕਿਰਿਆ ਇੱਕੋ ਹੀ ਹੈ, ਪਰ ਉਹਦੇ ਵਿੱਚ ਵਿੱਥ ਕਿੰਨੀ ਕੁ ਹੈ, ਉਹਦੇ ਵਿੱਚ ਸਮੱਸਿਆ ਜਿਹੜੀ ਹੈ ਉਹਨੂੰ ਹੱਲ ਕਰਨ ਦੀ ਸਾਡੀ ਫਲੈਕਸੀਬਿਲਿਟੀ, ਲਚਕੀਲਾਪਣ ਕਿੰਨਾ ਕੁ ਮਸਲਾ ਇੱਥੇ ਹੈ। ਇੱਕ ਗੱਲ ਮੈਂ ਇੱਥੇ ਵੀ ਕਲੀਅਰ ਕਰਦਾ, ਭਾਰਤ ਦੇ ਸਾਰੇ ਲੀਡਰ ਮਾੜੇ ਨਹੀਂ, ਬਹੁਤ ਸਾਰੇ ਨੇਤਾ ਨੇ ਜਿਨ੍ਹਾਂ ਨੇ ਠੋਕ ਵਜਾ ਕੇ ਕੰਮ ਕੀਤਾ। ਇੱਦਾਂ ਦੇ ਵੀ ਭਾਰਤ ਦੇ ਕਈ MLA MP ਹੋਏ ਜਿਹੜੇ ਕਹਿੰਦੇ ਸਾਨੂੰ ਤਨਖਾਹ ਨਹੀਂ ਚਾਹੀਦੀ। ਇੱਦਾਂ ਦੇ ਵੀ ਬੰਦੇ ਹੈਗੇ ਆ ਜਿਹੜੇ ਕਹਿੰਦੇ ਸਾਨੂੰ ਸਰਕਾਰੀ ਡਰਾਈਵਰ ਨਹੀਂ ਚਾਹੀਦਾ। ਇੱਦਾਂ ਦੇ ਮੈਂਬਰ ਪਾਰਲੀਮੈਂਟ ਵੀ ਆ ਜਿਹੜੇ ਕਹਿੰਦੇ ਅੱਛਾ 2 ਕਰੋੜ ਰੁਪਈਆ ਜਾਂ 5 ਕਰੋੜ ਰੁਪਈਆ ਸਾਲ ਦਾ, ਬਹੁਤਿਆਂ ਦਾ ਤਾਂ ਅੱਧਿਓਂ ਵੱਧ ਲੈਪਸ ਹੀ ਹੋ ਜਾਂਦੇ ਆ, ਫੰਡ ਵੰਡਦੇ ਹੀ ਨਹੀਂ, ਜਾਣਾ ਆਉਣਾ ਔਖਾ, ਸਿਆਲਾਂ ਨੂੰ ਠੰਡ ਲੱਗਦੀ ਆ, ਗਰਮੀਆਂ ਨੂੰ ਗਰਮੀ ਲੱਗਦੀ ਆ, ਦਫ਼ਤਰ ਦੇ ਵਿੱਚੋਂ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ। ਪਰ ਪਿਛਲੇ 7-8 ਸਾਲਾਂ ਤੋਂ ਇਹ ਪ੍ਰਕਿਰਿਆ ਤੇਜ਼ ਹੋਈ ਹੈ। ਕਿਹੜੀ ਪਾਰਟੀ ਦੇ MLA MP ਨੇ ਕੀਤੀ ਆ ਕੋਈ ਰੌਲਾ ਨਹੀਂ, ਪਰ ਉਹ ਪ੍ਰਕਿਰਿਆ ਤੇਜ਼ ਹੋਈ ਹੈ ਕਿ ਸਾਰੇ ਫੰਡ ਵੰਡੇ ਜਾਣ, ਲੋਕਾਂ ਦੇ ਵਿੱਚ ਜਾਇਆ ਜਾਵੇ, ਲੋਕਾਂ ਦੇ ਸਵਾਲ ਲਏ ਜਾਣ। ਤੁਸੀਂ ਆਪਣੇ ਹਲਕੇ ਦੇ MLA MP ਤੋਂ ਕਿੰਨੇ ਕੁ ਸੰਤੁਸ਼ਟ ਹੋ? ਤੁਹਾਡੀ ਗੱਲ ਉਹਨੇ ਕਿੰਨੀ ਕੁ ਸੁਣੀ ਹੈ? ਕਿੰਨੀ ਕੁ ਵਾਰ ਉਹ ਤੁਹਾਡੇ ਹਲਕੇ 'ਚ ਆਏ ਨੇ? ਸਹੀ ਭਾਸ਼ਾ ਦੇ ਵਿੱਚ ਇਹ ਵੀ ਟਿੱਪਣੀ ਆਪਣੀ ਲਿਖਿਓ ਜ਼ਰੂਰ। ਤੇ ਦੂਸਰੀ ਗੱਲ ਇਹ, ਹੁਣ ਇੱਕ ਮੋਟੇ ਜਿਹਾ ਸਵਾਲ ਇੱਥੇ ਪਾਉਣਾ, ਇਹ ਇੱਕ ਸੂਬੇ ਦੀ, ਇੱਕ ਪ੍ਰਾਂਤ ਦੀ, ਇੱਕ ਪ੍ਰੋਵਿੰਸ ਦੀ ਵਿਧਾਨ ਸਭਾ ਹੈ। ਇੱਥੇ ਚਲੋ ਉਹਨੂੰ ਪਾਰਲੀਮੈਂਟ ਵੀ ਕਹਿ ਦਿੰਦੇ ਹੋਣਗੇ ਜਿੱਦਾਂ ਆਪਣੀ ਪੰਜਾਬ ਦੀ ਹੈ। ਇੱਕ ਪੰਜਾਬ ਦੇ ਵਿੱਚ ਇੱਕ ਦਬਾਅ ਪੈਣਾ ਚਾਹੀਦਾ, ਇੱਕ ਪ੍ਰੈਸ਼ਰ ਗਰੁੱਪ ਕ੍ਰੀਏਟ ਹੋਣਾ ਚਾਹੀਦਾ ਕਿ ਜਿਵੇਂ ਕੇਂਦਰ ਸਰਕਾਰ ਦੇ ਲਈ MP ਜ਼ਰੂਰੀ ਹੁੰਦਾ, ਪਰ MP ਦਾ ਇੱਕ ਵੱਜਵਾਂ ਫੰਡ ਹੈ ਕਿ ਉਹਨੂੰ ਸਾਲ ਦੇ ਇੰਨੇ ਪੈਸੇ ਮਿਲਣਗੇ, ਉਹ ਆਪਣੇ ਹਲਕੇ 'ਚ ਜਾ ਕੇ ਖਰਚੂ। ਪਰ ਪੰਜਾਬ ਦੀ ਵਿਧਾਨ ਸਭਾ ਦਾ ਇੱਕ ਦੁਖਾਂਤ ਹੈ ਕਿ ਇੱਥੇ ਕਿਸੇ ਵੀ MLA ਦਾ ਕੋਈ ਵੱਜਵਾਂ ਫੰਡ ਨਹੀਂ। 100, 150, 200 ਪਿੰਡ ਆ ਉਹਨਾਂ ਦੇ ਕੋਲੇ ਸੜਕ ਬਣਾਉਣ ਦੇ ਲਈ ਰੁਪਈਆ ਦੇਣ ਦਾ ਅਧਿਕਾਰ ਨਹੀਂ, ਉਹਨਾਂ ਦੇ ਕੋਲੇ ਪੁਲ ਬਣਾਉਣ ਲਈ ਰੁਪਈਆ ਦੇਣ ਦਾ ਅਧਿਕਾਰ ਨਹੀਂ, ਕਿਸੇ ਸਕੂਲ ਦਾ ਕਮਰਾ ਪਾਉਣਾ 1 ਰੁਪਈਆ ਦੇਣ ਦਾ ਅਧਿਕਾਰ ਨਹੀਂ। ਜੇ ਤੁਸੀਂ ਸੱਤਾਧਾਰੀ ਧਿਰ ਦੇ ਵਿੱਚੋਂ ਤੁਹਾਡੇ ਕੋਲੇ 4 ਪੈਸੇ ਹੋਣਗੇ, ਜੇ ਵਿਰੋਧੀ ਧਿਰ ਦੇ ਹੋ ਤੁਹਾਨੂੰ ਕੋਈ ਅਖਤਿਆਰ ਨਹੀਂ ਦਿੱਤਾ ਜਾਂਦਾ। ਅਗਲੇ ਪ੍ਰੋਟੈਸਟ ਕਰਦੇ ਆ, ਕਿਉਂ? ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਨਹੀਂ। ਪਰ ਇਹਦੇ ਲਈ ਆਵਾਜ਼ ਕਿਹਨੇ ਬੁਲੰਦ ਕਰਨੀ ਹੈ? ਇਹਦੇ ਲਈ ਆਵਾਜ਼ ਬੰਦ ਕਰਨੀ ਹੈ ਪੰਜਾਬ ਦੇ ਵੋਟਰ ਨੇ। ਉਹ ਆਵਾਜ਼ ਆਪਣੀ ਬੁਲੰਦ ਕਰਨ ਕਿ ਜਿਵੇਂ ਕੇਂਦਰ ਦੇ ਵਿੱਚ ਮੈਂਬਰ ਪਾਰਲੀਮੈਂਟਾਂ ਦਾ ਇੱਕ ਵੱਜਵਾਂ ਕੋਟਾ ਹੈ ਆਪਣੇ ਹਲਕੇ ਦੀ ਡਿਵੈਲਪਮੈਂਟ ਦੇ ਲਈ, ਇੱਦਾਂ ਹੀ ਵਿਧਾਨ ਸਭਾ ਦਾ ਲੋਕਾਂ ਦਾ ਚੁਣਿਆ ਹੋਇਆ ਜਿਹੜਾ ਨੁਮਾਇੰਦਾ ਹੈ ਉਹਦਾ ਵੀ ਆਪਣਾ ਇੱਕ ਕੋਟਾ ਹੋਵੇ। ਸਰਕਾਰ ਉਹਦੀ ਹੋਵੇ, ਕਿਸੇ ਹੋਰ ਦੀ ਹੋਵੇ, ਪਰ ਉਹ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਕੀਤੇ ਹੋਏ ਵਾਅਦੇ ਪੂਰੇ ਕਰ ਸਕੇ, ਇਸ ਗੱਲ ਦੀ ਲੋੜ ਹੈ। ਇਹ ਕੋਈ ਜੱਗੋਂ ਤੇਰਵੀਂ ਗੱਲ ਨਹੀਂ। ਭਾਰਤ ਦੇ ਕਈ ਸੂਬੇ ਇੱਦਾਂ ਦੇ ਹੈਗੇ ਆ ਜਿਨ੍ਹਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਹਰ ਇੱਕ MLA ਦਾ ਇੱਕ ਵੱਖਰਾ ਵਿਸ਼ੇਸ਼ ਕੋਟਾ ਹੈ, ਉਹ ਆਪਣੇ ਹਲਕੇ ਦੇ ਵਿਕਾਸ ਦੇ ਲਈ ਉਹਨੂੰ ਖਰਚ ਕਰ ਸਕਦਾ ਹੈ। ਬੈਨੀਪਾਲ ਸਾਹਿਬ, ਸਮਾਂ ਵੀ ਨੇੜੇ ਹੋਣ ਵਾਲਾ ਹੈ, ਪਰ ਤੁਸੀਂ ਇਹ ਦੇਖੋ ਵਿਧਾਨ ਸਭਾ ਨਹੀਂ ਲੱਗਦੀ, ਐਂ ਲੱਗਦਾ ਜਿਵੇਂ ਲੋਕਾਂ ਦੇ ਘਰਾਂ ਦੇ ਨੇੜੇ ਕੋਈ ਇਮਾਰਤ ਹੋਵੇ। ਨਾ ਬੱਚਾ ਇੱਥੇ ਆਉਣੋਂ ਡਰਦਾ ਹੈ, ਨਾ ਬਜ਼ੁਰਗ ਇੱਥੇ ਆਉਣੋਂ ਡਰਦਾ ਹੈ, ਨਾ ਨੌਜਵਾਨ ਇੱਥੇ ਆਉਣੋਂ ਡਰਦਾ ਹੈ। ਸਾਈਕਲ ਵਾਲੇ ਸਾਈਕਲ ਚਲਾਈ ਜਾਂਦੇ ਆ ਤੇ ਸਾਨੂੰ ਤਾਂ ਐਂ ਲੱਗਦਾ ਹੁੰਦਾ ਕਿ ਵਿਧਾਨ ਸਭਾ 'ਚ ਸਾਨੂੰ ਕੋਈ ਵੜਨ ਦਊਗਾ ਕਿ ਨਹੀਂ ਦਊਗਾ, ਉਹਦੇ ਨੇੜੇ ਤੇੜੇ ਕੋਈ ਖੰਘਣ ਦਊਗਾ ਕਿ ਨਹੀਂ ਦਊਗਾ। ਜੇ MLA ਸਾਹਿਬ ਦੇ ਨਜ਼ਦੀਕੀ ਆ, ਅਸੀਂ ਪਾਸ ਲੈ ਕੇ ਜਾਵਾਂਗੇ, ਮੰਤਰੀ ਸਾਹਿਬ ਦੇ ਨਾਲ ਜਾਵਾਂਗੇ, ਮੁੜ ਕੇ ਜੇਬਾਂ 'ਚ ਹੱਥ ਪਾ ਕੇ ਫੋਟੋ ਖਿਚਾ ਕੇ ਸੋਸ਼ਲ ਮੀਡੀਆ ਤੇ ਪਾ ਦਿਆਂਗੇ, 4 ਦਿਨ ਬੱਲੇ ਬੱਲੇ ਹੁੰਦੀ ਰੂ। ਉਹ ਕਿੱਥੇ ਗਏ? ਵਿਧਾਨ ਸਭਾ ਗਏ ਸੀ। MLA ਸਾਹਿਬ ਆਪਣੇ ਬੰਦੇ, ਆਮ ਬੰਦੇ ਦਾ ਤਾਂ ਲੱਗਦਾ ਕੋਈ ਹੱਕ ਹਕੂਕ ਹੀ ਨਹੀਂ। ਬਾਟ ਸਾਹਿਬ, ਤੁਹਾਨੂੰ ਆਪਣੀ ਆਵਾਜ਼ ਨਾਲ ਪਿਆਰ ਹੀ ਹੋਣਾ, ਨਫ਼ਰਤ ਨਹੀਂ ਹੋਣੀ, ਡਰ ਨਹੀਂ ਲੱਗਦਾ ਹੋਣਾ ਨਾ। ਫਿਰ ਸਾਡੀ ਆਵਾਜ਼ ਹੈ ਇਹ ਜੀ, ਸਾਡੀ ਆਵਾਜ਼ ਇੱਥੋਂ ਬੁਲੰਦ ਹੁੰਦੀ ਹੈ, ਸਾਨੂੰ ਇੱਥੋਂ ਡਰ ਲੱਗਣਾ ਹੀ ਨਹੀਂ ਚਾਹੀਦਾ। ਜਿੱਥੇ ਜਿੱਥੇ ਡਰ ਲੱਗ ਰਿਹਾ ਹੈ ਉੱਥੇ ਡਰ ਕੱਢਣਾ ਬਹੁਤ ਲਾਜ਼ਮੀ ਹੈ। ਕੱਢਣ ਵਾਸਤੇ ਆ ਜਿੰਨੇ ਵੀ ਸਾਡੇ ਦਰਸ਼ਕ ਭਾਵੇਂ ਪੰਜਾਬ ਵਿੱਚ ਰਹਿੰਦੇ ਨੇ ਭਾਵੇਂ ਕਿਤੇ ਹੋਰ ਰਹਿੰਦੇ ਨੇ, ਡਰ ਇਹੀ ਕੱਢ ਸਕਦੇ ਆ। ਇਹੀ ਉਹਨਾਂ ਨੂੰ ਕੋਰਟ ਕਚਹਿਰੀ 'ਚ ਲਿਆ ਕੇ ਖੜਾ ਸਕਦੇ ਆ ਕਿ ਭਾਈ ਕਾਨੂੰਨ ਬਣਾਉਣੇ ਤੁਸੀਂ ਸਾਡੇ ਵਾਸਤੇ ਜੀ, ਸਾਡੀ ਬਣਦੇ ਹੋ ਤੁਸੀਂ ਆਵਾਜ਼। ਜਿੱਥੇ ਸਾਡੀ ਤੁਸੀਂ ਆਵਾਜ਼ ਜਾ ਕੇ ਬੁਲੰਦ ਕਰਨੀ ਹੈ, ਬਹੁਤੇ ਤਾਂ ਵਿਚਾਰੇ ਮੌਨ ਵਰਤੀ ਰੱਖਦੇ ਆ ਜੀ, ਜਾਂ ਤਾਂ ਪਹੁੰਚਦੇ ਨਹੀਂ, ਜੇ ਪਹੁੰਚਦੇ ਆ ਤਾਂ ਬੋਲਦੇ ਨਹੀਂ ਜੀ। ਤੁਸੀਂ ਗੱਲ ਕੀਤੀ ਸੀ ਕਿ ਉਹਨਾਂ ਕੋਲ ਭਾਈ ਫੰਡ ਨਹੀਂ ਹੈਗੇ, ਉਹਨਾਂ ਕੋਲ ਇੱਕ ਹੱਕ ਹੈਗਾ ਜੀ, ਉਹ ਨੀਂਹ ਪੱਥਰ ਰੱਖਣ ਦਾ। ਭਾਵੇਂ ਉਹਦੇ ਕੋਲ ਕੋਈ ਫੰਡ ਅਖਤਿਆਰੀ ਹੈ ਆਪਣੇ ਹਲਕੇ ਦੇ ਵਾਸਤੇ, ਭਾਵੇਂ ਨਹੀਂ। ਕਿਸੇ ਮਾਂ ਦੇ ਪੁੱਤ ਨੇ ਜਾਂ ਮਾਂ ਦੀ ਧੀ ਨੇ ਕਦੇ ਇਹ ਨਹੀਂ ਕਿਹਾ ਕਿ ਮੈਂ ਤੁਹਾਨੂੰ ਫੰਡ ਨਹੀਂ ਦੇ ਸਕਦਾ। ਕਹਿੰਦੇ ਕੋਈ ਗੱਲ ਨਹੀਂ, ਸਕੂਲ ਬਣਾਉਣਾ ਹੈ, ਸਟੇਡੀਅਮ ਬਣਾਉਣਾ ਹੈ, ਪਿੰਡ ਦੇ ਵਿੱਚ ਕੁਝ ਹੋਰ ਕੰਮ ਕਰਨਾ ਹੈ, ਨੀਂਹ ਪੱਥਰ ਰੱਖੋ, ਵੱਡਾ ਕਰਕੇ ਨਾਂ ਲਿਖ ਦਿਓ, 5-7 ਹੇਠਾਂ ਮੇਰੇ ਨਾਂ ਦੇ ਡੈਜਿਗਨੇਸ਼ਨਾਂ ਲਾ ਦਿਓ, ਆਉਂਗਾ, ਨੀਂਹ ਪੱਥਰ ਰੱਖੂੰਗਾ, ਕਰ ਕਮਲਾ ਨਾਲ ਰੱਖੋ, ਰੀਬਨ ਵੀ ਕੱਟੂ, ਮਿਸ਼ਰੀ ਵੀ ਖਾਊਂ ਜੀ, ਬਾਅਦ ਦੇ ਵਿੱਚ ਤਾੜੀਆਂ ਵੀ ਵੱਜਣਗੀਆਂ, ਲੋਕ ਧੰਨਵਾਦ ਦੇ ਮਤੇ ਵੀ ਪੜਨਗੇ, ਪਰ ਅਮਲ ਕੋਈ ਨਹੀਂ ਹੋਣਾ। 5-7 ਸਾਲਾਂ ਬਾਅਦ ਸਰਕਾਰ ਬਦਲੂ,
ਫਿਰ ਬਦਲੀ ਹੋਈ ਸਰਕਾਰ ਜਿਹਦਾ ਸਰਪੰਚ ਦੂਸਰੀ ਪਾਰਟੀ ਦਾ ਆ ਗਿਆ, ਉਹ ਰਜ਼ੀ ਪੱਤਰ ਨੂੰ ਪੱਟੂ, ਉੱਥੇ ਨਵਾਂ ਰੱਖੂ। ਕਈਆਂ ਥਾਵਾਂ ਦੇ ਉੱਤੇ ਕਈ ਵਾਰ ਨੀਂਹ ਪੱਥਰ ਰੱਖੇ ਗਏ ਜੀ। ਨੀਂਹ ਪੱਥਰ ਰੱਖਣ ਦਾ ਇਹਨਾਂ ਸਾਰਿਆਂ ਕੋਲ ਅਧਿਕਾਰ ਹੈ। ਪੈਸੇ ਜਿਹੜੇ ਅਖਤਿਆਰੀ ਫੰਡ ਚੋਂ ਦੇ ਕੇ ਵੀ ਜਾਂਦੇ ਨੇ, ਕਈ ਲੋਕਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ। ਉਹ ਕਹਿੰਦੇ ਨੇ ਕੋਈ ਨਹੀਂ ਜੀ, ਪੈਸੇ ਆ ਜਾਣਗੇ, ਪੈਸੇ ਭੇਜ ਦਿੱਤੇ ਜਾਣਗੇ। ਪੈਸੇ ਨਹੀਂ ਆਉਂਦੇ, ਪੈਸੇ ਆਉਣ ਲੱਗ ਜਾਣ ਜੀ, ਪਰ ਜੇ ਲੋਕ ਸਿਆਣੇ ਹੋ ਜਾਣ। ਦੇਖੋ ਆਪਣੇ ਨਾ ਉੱਥੇ 2-4 ਸਟੈਪ ਹੁੰਦੇ ਆ ਜੀ। ਪਹਿਲਾਂ ਇੱਕ ਵਾਰੀ ਲੀਡਰ ਸਾਹਿਬ ਆਉਣਗੇ, ਇਕੱਠ ਹੋਊਗਾ, ਤੇ ਜਦੋਂ ਲੀਡਰ ਸਾਹਿਬ ਆਉਣਗੇ ਕਹਿਣਗੇ ਮੈਂ ਇੰਨੇ ਪੈਸੇ ਦਿੰਨਾ ਜੀ। ਦੂਜੀ ਵਾਰੀ ਆਉਣਗੇ ਚੈੱਕ ਦੇ ਕੇ ਜਾਣਗੇ, ਖਬਰ ਦੂਸਰੀ ਵਾਰੀ ਲੱਗ ਗਈ। ਤੀਸਰੀ ਵਾਰੀ ਆਉਣਗੇ ਨੀਂਹ ਪੱਥਰ ਰੱਖਣਗੇ। ਚੌਥੀ ਵਾਰੀ ਆਉਣਗੇ ਕੰਮ ਦਾ ਮੁਆਇਨਾ ਕਰਦੇ ਹੋਏ, ਕੰਮ ਦੇ ਵਿਕਾਸ ਦਾ ਜਾਇਜ਼ਾ ਲੈਂਦੇ ਹੋਏ ਫੇਰ ਖਬਰਾਂ ਲੱਗਣਗੀਆਂ। ਪੰਜਵੀਂ ਵਾਰੀ ਫੇਰ ਆਉਣਗੇ ਹੁਣ ਉਦਘਾਟਨ ਕਰਦੇ ਹੋਏ। ਛੇਵੀਂ ਵਾਰੀ ਫੇਰ ਆਉਣਗੇ ਕਿ ਹੁਣ ਦੇਖਦੇ ਆ ਕਿ ਕੰਮ ਠੀਕ ਤਰੀਕੇ ਚੱਲ ਪਿਆ। ਹੁਣ ਜਦੋਂ 6-6 ਵਾਰੀ ਖਬਰਾਂ ਲੱਗਣਗੀਆਂ, ਲੋਕਾਂ ਤੱਕ ਪਹੁੰਚ ਹੋਣੀਆਂ ਤਾਂ ਵਧੀਆ। ਨਾਲ ਦੀ ਨਾਲ ਬੈਨੀਪਾਲ ਸਾਹਿਬ ਇਹ ਗੱਲ ਜ਼ਰੂਰ ਹੈ, ਦੇਖੋ ਘੰਟੀਆਂ ਵੱਜ ਪਈਆਂ, ਉਹਨਾਂ ਨੂੰ ਪਤਾ 1 ਘੰਟੇ ਬਾਅਦ ਘੰਟੀ ਵੱਜਦੀ। ਹਾਂ, ਤੇ ਆਪਣਾ ਸਮਾਂ ਵੀ ਜਿਹੜਾ ਮੁਕੰਮਲ ਹੋਣ ਵਾਲਾ ਹੈ। ਪਰ ਇੰਨੀ ਗੱਲ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਪੰਜਾਬ ਦੇ ਭਾਰਤ ਦੇ ਲੀਡਰਾਂ ਦੀ ਅਸੀਂ ਬਦਖੋਈ ਨਹੀਂ ਕਰਨਾ ਚਾਹੁੰਦੇ, ਪਰ ਇਹ ਜ਼ਰੂਰ ਚਾਹੁੰਦੇ ਹਾਂ ਕਿ ਕਦੇ ਇਦਾਂ ਦਾ ਪ੍ਰੋਗਰਾਮ ਸਾਨੂੰ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਬੈਠ ਕੇ ਕਰਨ ਦਾ ਮੌਕਾ ਮਿਲੇ। ਯਤਨ ਸਾਡਾ ਇਹ ਸੀ ਕਿ ਅਲਬਰਟਾ ਦੀ ਇਹ ਜਿਹੜੀ ਅਸੈਂਬਲੀ ਆ ਜਾਂ ਪਾਰਲੀਮੈਂਟ, ਉਹਦੇ ਅੰਦਰ ਜਾਂਦੇ ਤੁਹਾਨੂੰ ਸਭ ਕੁਝ ਵਿਖਾਉਂਦੇ, ਪਰ ਇਹ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਹੈ ਕਿ ਕੋਵਿਡ-19 ਦੇ ਕਰਕੇ, ਕਰੋਨਾ ਵਾਇਰਸ ਦੇ ਕਰਕੇ ਅਜੇ ਕੁਝ ਪਾਬੰਦੀਆਂ ਨੇ, ਅਜੇ ਉਨੀਆਂ ਢਿੱਲਾਂ ਨਹੀਂ। ਅਸੀਂ ਤੁਹਾਨੂੰ ਬੇਨਤੀ ਇਹ ਜ਼ਰੂਰ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਉਹ ਦੱਸਿਓ ਜ਼ਰੂਰ, ਤੇ ਜਦੋਂ ਪ੍ਰੋਗਰਾਮ ਤੁਸੀਂ ਦੇਖ ਲਿਆ ਟਿੱਪਣੀਆਂ ਜਿਹੜੀਆਂ ਉਹ ਜ਼ਰੂਰ ਕਰ ਦਿਓ, ਪਰ ਭਾਸ਼ਾ ਆਪਣੀ ਹਮੇਸ਼ਾ ਠੀਕ ਰੱਖਿਓ। ਭੜਕ ਨੂੰ ਲੀਡਰ ਤੁਹਾਡੇ ਕੋਲੇ ਆਉਣੇ ਆ, ਵੋਟਾਂ ਉਹਨਾਂ ਨੇ ਮੰਗਣੀਆਂ, ਨਿੱਜੀ ਕੰਮ ਕਰਨਾ ਕਰਿਓ। ਜੇ ਤੁਹਾਡੇ ਪਿੰਡ ਦੇ ਵਿੱਚ ਟੋਏ ਟਿੱਬੇ ਨੇ, ਸੜਕਾਂ ਨਹੀਂ ਬਣੀਆਂ, ਸਕੂਲ ਦੇ ਵਿੱਚ ਅਧਿਆਪਕ ਘੱਟ ਹੈ, ਪਰ ਜੇ ਤੁਹਾਡੇ ਘਰ ਦੇ ਵਿੱਚ ਕਿਸੇ ਲੀਡਰ ਦੀ ਫੋਟੋ ਕੰਧ ਦੇ ਉੱਤੇ ਲੱਗੀ ਹੋਇਆ, ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਮੋਬਾਈਲ ਦੇ ਉੱਤੇ ਕਿਸੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਡੀਪੀ ਕਿਸੇ ਲੀਡਰ ਨਾਲ ਲਾਈ ਹੋਇਆ, ਇਹ ਤਾਂ ਮੰਨ ਲਓ ਲੀਡਰ ਤੁਹਾਡਾ ਤਾਂ ਹੋਊਗਾ, ਉਹ ਪੰਜਾਬ ਦਾ ਨਹੀਂ ਹੋਊਗਾ, ਤੁਹਾਡੇ ਹਲਕੇ ਦਾ ਨਹੀਂ ਹੋਊਗਾ, ਤੁਹਾਡੇ ਪਿੰਡ ਦਾ ਨਹੀਂ ਹੋਊਗਾ। ਬਾਕੀ ਲੀਡਰਾਂ ਦੀਆਂ ਆਪਣੀਆਂ ਗੁੰਝਲਾਂ ਨੇ, ਇਹੀ ਕਹਿ ਸਕਦੇ ਹਾਂ। ਦੇਖੋ, ਲੀਡਰਾਂ ਨੇ ਕੰਮ ਕਰਨਾ ਹੈ, ਤੁਹਾਡੇ ਵਾਸਤੇ ਕਰਨਾ ਹੈ, ਪਰ ਉਹਨਾਂ ਨੂੰ ਕੰਮ ਤੁਸੀਂ ਕਰਨ ਲਾਉਣਾ ਹੈ, ਕਿਉਂਕਿ ਤੁਸੀਂ ਉਹਨਾਂ ਨੂੰ ਚੁਣ ਕੇ ਭੇਜਦੇ ਹੋ। ਪੂਰੇ ਪੰਜਾਬ 'ਚੋਂ ਸਿਰਫ 117 ਬੰਦੇ ਹੀ ਜਾਂਦੇ ਆ। ਉਹਨਾਂ ਪੂਰੇ 117 ਦੇ 17 ਨੇ ਜੇ ਤਾਂ ਕੰਮ ਕਰਨਾ ਸ਼ੁਰੂ ਕਰਨਾ ਹੈ, ਉਹ ਕਰਨਾ ਤਾਂ ਹੀ ਜੇ ਤੁਸੀਂ ਡਿਮਾਂਡ ਕਰੋਗੇ, ਕਿਉਂਕਿ ਡਿਮਾਂਡ ਤੇ ਸਪਲਾਈ ਹੁੰਦੀ ਹੈ। ਜਦੋਂ 5 ਸਾਲ ਅਸੀਂ ਵੀ ਨਹੀਂ ਪੁੱਛਦੇ, ਉਹਨਾਂ ਨੇ ਤਾਂ ਤੁਹਾਨੂੰ ਪੁੱਛਣਾ ਹੀ ਕੀ ਹੈ, ਕਿਉਂਕਿ ਮਾਂ ਵੀ ਕਹਿੰਦੇ ਰੋਟੀ ਕਈ ਵਾਰੀ ਉਦੋਂ ਦਿੰਦੀ ਆ, ਕੰਮਕਾਰ 'ਚ ਰੁੱਝੀ ਹੁੰਦੀ ਹੈ, ਜਦੋਂ ਉਹਨੂੰ ਪਤਾ ਲੱਗਦਾ ਕਿ ਮੇਰੇ ਬੱਚੇ ਨੂੰ ਭੁੱਖ ਲੱਗੀ ਹੈ, ਇਹ ਰੋ ਰਿਹਾ ਜੀ। ਉਹ ਰੋਣਾ ਸਿੱਖੋ, ਉਹਨਾਂ ਨੂੰ ਕਹਿਣਾ ਸਿੱਖੋ, ਉਹਨਾਂ ਤੋਂ ਕੰਮ ਕਰਵਾਉਣੇ ਸਿੱਖੋ। ਸਭ ਤੋਂ ਅਹਿਮ ਗੱਲ, ਵੋਟ ਪਾਉਣਾ ਸਿੱਖੋ, ਸਾਰੇ ਹੱਲ ਹੋ ਜਾਣਗੇ ਮਸਲੇ। ਬਾਠ ਸਾਹਿਬ, ਸਮਾਂ ਸਮਾਪਤ ਹੈ ਜੀ। ਇੱਕੋ ਹੀ ਗੱਲ, ਸਾਡੇ ਲੀਡਰਾਂ ਨੇ ਸਾਡੇ ਪ੍ਰੋਗਰਾਮ 'ਚੋਂ ਨਹੀਂ ਇਹ ਵਿਧਾਨ ਸਭਾ ਦੇਖਣੀ ਜੀ। ਉਹਨਾਂ ਨੂੰ ਪਤਾ ਹੈ, ਆਉਂਦੇ ਜਾਂਦੇ ਰਹਿੰਦੇ ਆ ਪੰਜਾਬ ਦੇ, ਭਾਰਤ ਦੇ ਲੀਡਰ ਦੇਖਦੇ ਆ ਜਾ ਕੇ, ਸਨਮਾਨ ਵੀ ਹੁੰਦੇ ਆ ਉਹਨਾਂ ਦੇ, ਅੰਦਰੋਂ ਵੀ ਦੇਖਦੇ ਆ ਕਿ ਕਾਰ ਵਿਹਾਰ ਕੀ ਆ। ਇਸ ਕਰਕੇ ਬਿਲਕੁਲ ਇਹ ਨਾ ਸਮਝਿਓ ਕਿ ਉਹਨਾਂ ਨੇ ਪ੍ਰੋਗਰਾਮ ਦੇਖ ਕੇ ਸਿੱਖਣਾ, ਪਤਾ ਉਹਨਾਂ ਨੂੰ ਸਾਰਾ ਕੁਝ ਹੈ। ਪਰ ਜਿਹੜਾ ਲੀਡਰ ਚੰਗਾ ਕੰਮ ਕਰਦਾ ਉਹਨੂੰ ਸਲੂਟ ਹੈ, ਉਹਨੂੰ ਸਲਾਮ ਹੈ। ਜਿਹੜਾ ਅਜੇ ਤੱਕ ਉਸ ਪੱਧਰ ਤੇ ਨਹੀਂ ਪਹੁੰਚਾ, ਬੈਨੀਪਾਲ ਸਾਹਿਬ ਉਹ ਪਹੁੰਚੇ, ਇਸ ਗੱਲ ਦੀ ਉਮੀਦ ਹੈ। ਬਿਲਕੁਲ ਜੀ, ਉਮੀਦ ਹਮੇਸ਼ਾ ਰੱਖਣੀ ਚਾਹੀਦੀ ਹੈ, ਪਰ ਯਕੀਨ ਤੁਹਾਡਾ ਤੋੜੇ ਨਾ ਕੋਈ ਜੀ। ਅਸੀਂ ਤੇ ਇਹ ਉਮੀਦ ਰੱਖਾਂਗੇ। ਸੋ ਇਸ ਦੇ ਨਾਲ ਹੀ ਬਾਠ ਸਾਹਿਬ, ਧੰਨਵਾਦ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਦੋਸਤੋ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪ੍ਰਾਈਮ ਫੋਕਸ। ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਤੁਹਾਡੀਆਂ ਟਿੱਪਣੀਆਂ ਦਾ ਸਾਨੂੰ ਹਮੇਸ਼ਾ ਹੀ ਇੰਤਜ਼ਾਰ ਰਹਿੰਦਾ ਹੈ। ਅੱਜ ਦਾ ਇਹ ਪ੍ਰੋਗਰਾਮ ਕਿਵੇਂ ਲੱਗਿਆ, ਇਹਦੇ ਬਾਬਤ ਵੀ ਜ਼ਰੂਰ ਲਿਖ ਕੇ ਭੇਜਿਓ। ਹੁਣ ਸਮਾਂ ਸਮਾਪਤ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ, ਰੱਬ ਰਾਖਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।